ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਭਖ ਦੀਆਂ ਖਬਰਾਂ ਦੇ ਸਾਡੇ ਅੱਜ ਦੇ ਇਸ ਸੈਗਮੈਂਟ ਵਿੱਚ ਬਹੁਤ-ਬਹੁਤ ਸਵਾਗਤ ਹੈ। ਅੱਜ ਮੇਰੇ ਨਾਲ ਭਖ ਦੀਆਂ ਖਬਰਾਂ ਦੇ ਵਿੱਚ ਜੁੜ ਚੁੱਕੇ ਨੇ ਦਿੱਲੀ ਤੋਂ ਜਰਮਨਜੀਤ ਸਿੰਘ ਜੀ। ਜਰਮਨਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਸ਼ੋਅ ਦੇ ਵਿੱਚ। ਬਹੁਤ-ਬਹੁਤ ਧੰਨਵਾਦ ਕੁਲਵੀਰ ਜੀ। ਤੇ ਨਾਲ ਹੀ ਮੇਰੇ ਨਾਲ ਜੁੜ ਚੁੱਕੇ ਨੇ ਜਲੰਧਰ ਤੋਂ ਦਿਲਰਾਜ ਸਿੰਘ ਜੀ ਤੇ ਚੰਡੀਗੜ੍ਹ ਤੋਂ ਸ਼ਬਦੀਤ ਜੀ। ਤੁਹਾਡਾ ਦੋਨਾਂ ਦਾ ਵੀ ਸ਼ੋਅ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਜਿਵੇਂ ਕਿ ਸਾਡੇ ਦਰਸ਼ਕ ਜਾਣਦੇ ਨੇ ਕਿ ਭਖ ਦੀਆਂ ਖਬਰਾਂ ਵਿੱਚ ਅਸੀਂ ਹਮੇਸ਼ਾ ਹੀ ਜਿਹੜੀ ਵੀ ਕੋਈ ਭਖਦੀ ਹੋਈ ਖਬਰ ਹੁੰਦੀ ਹੈ, ਜਿਹੜੀ ਸਾਡੀ ਕਮਿਊਨਿਟੀ ਨਾਲ, ਸਾਡੇ ਸਮਾਜ ਨਾਲ ਸੰਬੰਧ ਰੱਖਦੀ ਹੁੰਦੀ ਹੈ, ਅਸੀਂ ਉਹਦੇ ਬਾਰੇ ਵਿਚਾਰ ਚਰਚਾ ਕਰਦੇ ਹਾਂ। ਅੱਜ ਵੀ ਅਸੀਂ ਇੱਕ ਖਾਸ ਖਬਰ ਲੈ ਕੇ ਆਏ ਹਾਂ ਜਿਹੜੀ ਕਿ ਇੰਡੀਆ ਦੇ ਬਹੁਤ ਵੱਡੇ ਨਿਊਜ਼ਪੇਪਰਾਂ ਦੇ ਵਿੱਚ ਫਲੈਸ਼ ਹੋਈ ਹੈ, ਜਿਹਦੇ ਵਿੱਚ ਭਾਰਤ ਸਰਕਾਰ ਵੱਲੋਂ ਜਿਹੜਾ ਹੈਗਾ ਕੈਨੇਡੀਅਨ ਸਿੱਖਾਂ ਦੇ ਉੱਪਰ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਆਪਾਂ ਗੱਲ ਨੂੰ ਸ਼ੁਰੂ ਕਰਾਂਗੇ ਮੋਦੀ ਸਾਹਿਬ ਦੀ ਜਿਹੜੀ ਨਵੰਬਰ ਦੇ ਵਿੱਚ ਪਿਛਲੇ ਸਾਲ 2015 ਦੇ ਵਿੱਚ ਯੂਕੇ ਦੀ ਵਿਜ਼ਿਟ ਹੋਈ ਸੀ। ਉਸ ਵਿਜ਼ਿਟ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਸਿੱਖਾਂ ਦੇ ਉੱਪਰ ਟੈਰਰਿਸਟ ਹੋਣ ਦੇ ਇਲਜ਼ਾਮ ਲਾਉਣ ਵਾਲੀਆਂ ਜਿਹੜੀਆਂ ਗੱਲਾਂ ਸੀਗੀਆਂ, ਉਸ ਮੋਦੀ ਸਾਹਿਬ ਦੀ ਫੇਰੀ ਤੋਂ ਸ਼ੁਰੂ ਹੋਈ ਸੀ। ਜੇ ਆਪਾਂ 2015 ਦੀ ਫੇਰੀ ਦੀ ਗੱਲ ਕਰੀਏ ਤਾਂ ਉਸ ਵੇਲੇ ਮੋਦੀ ਸਾਹਿਬ ਨੇ ਜਿਹੜਾ ਡੋਜ਼ੀਅਰ ਯੂਕੇ ਦੀ ਗੌਰਮੈਂਟ ਨੂੰ ਦਿੱਤਾ ਸੀ, ਉਸ ਵੇਲੇ ਉਹਨਾਂ ਨੇ ਉਸ ਡੋਜ਼ੀਅਰ ਵਿੱਚ ਕਿਹਾ ਸੀਗਾ ਕਿ ਜਿਹੜਾ ਯੂਕੇ ਦੇ ਵਿੱਚ ਗੁਰਦੁਆਰਾ ਸਾਹਿਬ ਹੈਗੇ ਨੇ, ਉਹਨਾਂ ਦੇ ਵਿੱਚ ਜਿਹੜੇ ਟੈਰਰਿਸਟ ਹੈਗੇ ਆ, ਉਹਨਾਂ ਦੀ ਬਰੀਡਿੰਗ ਕੀਤੀ ਜਾਂਦੀ ਹੈ, ਉਹਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ, ਉਹਨਾਂ ਨੂੰ ਉੱਥੇ ਜਿਹੜਾ ਹੈਗਾ ਟੈਰਰਿਸਟ ਬਣਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ। ਨਾਲ ਹੀ ਉਹਨਾਂ ਨੇ ਕਿਹਾ ਸੀਗਾ ਕਿ ਸਿੱਖ ਆਰਗੇਨਾਈਜੇਸ਼ਨ ਜਿਹੜੀਆਂ ਹੈਗੀਆਂ ਉਹ ਖਾਲਿਸਤਾਨ ਦੀਆਂ ਜਿਹੜੀਆਂ ਗਰਮ ਪੱਖੀ ਪਾਰਟੀਆਂ ਹੈਗੀਆਂ, ਖਾਲਿਸਤਾਨ ਨੂੰ ਪ੍ਰਮੋਟ ਕਰਨ ਵਾਲੇ ਲੋਕ ਹੈਗੇ ਆ, ਉਹਨਾਂ ਨੂੰ ਫੰਡਿੰਗ ਕਰਦੀ ਆ। ਉਹਨਾਂ ਨੇ ਇੱਕ ਬਹੁਤ ਵੱਡਾ ਨੰਬਰ ਵੀ ਜਿਹੜਾ ਸੀਗਾ ਉਹ ਕਰੋੜਾਂ ਦੇ ਹਿਸਾਬ ਨਾਲ ਦਿੱਤਾ ਸੀ ਕਿ ਇੰਨੀ ਜਿਹੜੀ ਫੰਡਿੰਗ ਹੈਗੀ ਆ ਖਾਲਿਸਤਾਨ ਨੂੰ ਦਿੱਤੀ ਜਾਂਦੀ ਹੈਗੀ ਆ। ਅਤੇ ਨਾਲ ਹੀ ਉਹਨਾਂ ਨੇ ਕਿਹਾ ਸੀਗਾ ਕਿ ਯੂਕੇ ਵਿੱਚ ਬੈਠੇ ਜਿਹੜੇ ਸਿੱਖ ਹੈਗੇ ਆ ਉਹ ਇੰਡੀਆ ਤੋਂ ਪੰਜਾਬ ਨੂੰ ਵੱਖਰਾ ਕਰਕੇ ਖਾਲਿਸਤਾਨ ਬਣਾਉਣ ਦਾ ਪ੍ਰੋਪੋਗੰਡਾ ਕਰ ਰਿਹਾ। ਉਹਦੇ ਨਾਲ ਉਹਨਾਂ ਨੇ 2-3 ਚੀਜ਼ਾਂ ਹੋਰ ਕੀਤੀਆਂ ਸੀ, ਜਿਹਦੇ ਵਿੱਚ ਉਹਨਾਂ ਨੇ ਕੁਝ ਗੁਰਦੁਆਰਿਆਂ ਦੇ ਨਾਮ ਵੀ ਲਏ ਸੀਗੇ। ਭਾਈ ਜਗਤਾਰ ਸਿੰਘ ਤਾਰਾ ਦਾ ਨਾਮ ਵੀ ਲਿਆ ਸੀਗਾ ਅਤੇ ਭਾਈ ਪਰਮਜੀਤ ਸਿੰਘ ਪੰਮਾ ਦਾ ਵੀ ਨਾਮ ਉਹਨਾਂ ਨੇ ਉਸ ਵੇਲੇ ਉਹਦੇ ਵਿੱਚ ਲਿਆ ਸੀਗਾ ਕਿ ਜਿਹੜੇ ਹੈਗੇ ਇਹ ਲੋੜੀਂਦੇ ਲੋਕ ਹੈਗੇ ਨੇ ਜਿਹੜੇ ਕਿ ਇੰਡੀਆ ਦਾ ਮਾਹੌਲ ਖਰਾਬ ਕਰਨ ਦੀ ਗੱਲ ਕਰ ਰਹੇ ਨੇ ਜਾਂ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਜਿਹੜਾ ਟੈਰਰ ਕਰਨ ਦੀ ਗੱਲ ਕਰ ਰਹੇ ਨੇ। ਅਤੇ ਨਾਲ ਉਹਨਾਂ ਨੇ ਇੰਟਰਨੈਸ਼ਨਲ ਜਿਹੜੀ ਸਿੱਖ ਯੂਥ ਫੈਡਰੇਸ਼ਨ ਹੈਗੀ ਆ ਉਹਦੇ ਉੱਪਰ ਵੀ ਇਲਜ਼ਾਮ ਲਾਏ ਸੀ ਕਿ ਉਹ ਜਿਹੜੀ ਫੈਡਰੇਸ਼ਨ ਹੈਗੀ ਆ ਉਹ ਇੰਡੀਆ ਦੇ ਵਿੱਚ ਟੈਰਰ ਫੈਲਾਉਣ ਵਾਸਤੇ ਜਿਹੜੀ ਫੰਡਿੰਗ ਕਰਦੀ ਪਈ ਆ ਔਰ ਬਹੁਤ ਸਾਰੇ ਜਿਹੜੇ ਹਾਰਡਕੋਰ ਖਾਲਿਸਤਾਨੀ ਗਰੁੱਪ ਹੈਗੇ ਆ ਉਹਨਾਂ ਦੇ ਨਾਲ ਜੁੜ ਕੇ ਕੰਮ ਕਰ ਰਹੀ ਹੈਗੀ ਆ। ਜਿਹੜੀ ਅੱਜ ਦੀ ਅਸੀਂ ਗੱਲਬਾਤ ਸ਼ੇਅਰ ਕਰਨ ਜਾ ਰਹੇ ਹਾਂ ਉਹ ਇਹ ਕਰਨ ਜਾ ਰਹੇ ਹਾਂ ਕਿ 2015 ਦੇ ਨਵੰਬਰ ਤੋਂ ਲੈ ਕੇ ਹੁਣ ਤੱਕ ਕਾਫੀ ਐਸੇ ਇੰਸੀਡੈਂਟ ਹੋ ਚੁੱਕੇ ਨੇ ਜਿਹਦੇ ਵਿੱਚ ਇੰਡੀਅਨ ਗੌਰਮੈਂਟ ਅਤੇ ਖਾਲਿਸਤਾਨੀ ਮੂਵਮੈਂਟ ਵਾਲਿਆਂ ਦੇ ਵਿੱਚ ਕਾਫੀ ਜਿਹੜੀ ਕਸ਼ਮਕਸ਼ ਦੇਖਣ ਨੂੰ ਮਿਲੀ ਹੈ। ਭਾਈ ਪਰਮਜੀਤ ਸਿੰਘ ਪੰਮਾ ਦੇ ਕੇਸ ਦੇ ਵਿੱਚ ਇੰਡੀਅਨ ਗੌਰਮੈਂਟ ਨੂੰ ਜਿਹੜੀ ਹੈਗੀ ਆ ਮੂੰਹ ਦੀ ਖਾਣੀ ਪਈ ਸੀ, ਕਿਉਂਕਿ ਜਿਹੜੀ ਇੰਡੀਅਨ ਗੌਰਮੈਂਟ ਸੀ ਉਹਨਾਂ ਦੇ ਖਿਲਾਫ ਕੋਈ ਖਾਸ ਸਬੂਤ ਪੇਸ਼ ਨਹੀਂ ਕਰ ਸਕੀ ਤੀ ਅਤੇ ਪੁਰਤਗਾਲ ਦੀ ਜਿਹੜੀ ਕੋਰਟ ਸੀ ਉਹਨਾਂ ਨੇ ਭਾਈ ਪਰਮਜੀਤ ਸਿੰਘ ਪੰਮਾ ਨੂੰ ਜਿਹੜਾ ਹੈਗਾ ਰਿਹਾ ਕਰ ਦਿੱਤਾ ਸੀ ਅਤੇ ਵਾਪਸ ਯੂਕੇ ਚਲੇ ਗਏ ਸੀਗੇ। ਉਸ ਤੋਂ ਬਾਅਦ ਜੇ ਆਪਾਂ 2 ਹਫ਼ਤੇ ਪਹਿਲਾਂ ਦੀ ਗੱਲ ਕਰੀਏ ਤਾਂ ਇੱਕ ਮਨਦੀਪ ਸਿੰਘ ਕੈਨੇਡੀਅਨ ਜਿਹੜੇ ਸੀਗੇ ਨੌਜਵਾਨ ਇੰਡੀਆ ਜਾਂਦਾ ਹੈ ਅਤੇ ਉਹਨੂੰ ਲੁਧਿਆਣਾ ਨੇੜੇ ਜਗਰਾਓਂ ਨੇੜੇ ਉਹਨਾਂ ਦੇ ਪਿੰਡ ਤੋਂ ਚੱਕ ਕਲਾਂ ਤੋਂ ਜਿਹੜਾ ਗ੍ਰਿਫਤਾਰ ਕਰ ਲਿਆ ਜਾਂਦਾ। ਉਹਨਾਂ ਦਾ ਜਿਹੜਾ ਸੰਬੰਧ ਹੈਗਾ ਖਾਲਿਸਤਾਨ ਟਾਈਗਰ ਫੋਰਸ ਦੇ ਨਾਲ ਦਿਖਾਇਆ ਜਾਂਦਾ ਅਤੇ ਖਾਲਿਸਤਾਨ ਟਾਈਗਰ ਫੋਰਸ ਦੇ ਹਰਦੀਪ ਨਿੱਜਰ ਕੈਨੇਡਾ ਸਰੀ ਤੋਂ ਹਨ, ਉਹਨਾਂ ਦਾ ਨਾਮ ਜਿਹੜਾ ਹੈਗਾ ਉਹਦੇ ਵਿੱਚ ਇਨਵੋਲਵ ਕੀਤਾ ਜਾਂਦਾ। ਇਹ 2 ਹਫ਼ਤਿਆਂ ਤੋਂ ਬਾਅਦ ਜਿਹੜੀ ਨਵੀਂ ਇੰਟੈਲੀਜੈਂਸ ਨੇ ਰਿਪੋਰਟ ਕੀਤੀ ਔਰ ਜਿਹੜੀ ਕੈਨੇਡੀਅਨ ਗੌਰਮੈਂਟ ਨੂੰ ਅਲਰਟ ਜਾਰੀ ਕੀਤਾ ਭਾਰਤ ਸਰਕਾਰ ਨੇ, ਉਹ ਇਹ ਕੀਤਾ ਕਿ ਹਰਦੀਪ ਸਿੰਘ ਨਿੱਜਰ ਜੋ ਕਿ ਖਾਲਿਸਤਾਨ ਟਾਈਗਰ ਫੋਰਸ ਨਾਲ ਸੰਬੰਧ ਰੱਖਦਾ, ਉਹਦਾ ਇਸ ਵੇਲੇ ਜਿਹੜਾ ਹੈਗਾ ਪ੍ਰਧਾਨ ਹੈਗਾ ਭਾਈ ਤਾਰਾ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਸਰੀ ਦੇ ਵਿੱਚ ਜਿਹੜੇ ਖਾਲਿਸਤਾਨੀ ਟੈਰਰਿਸਟਾਂ ਵਾਸਤੇ ਟ੍ਰੇਨਿੰਗ ਕੈਂਪ ਚਲਾ ਰਿਹਾ। ਇੱਕ ਬਹੁਤ ਹੀ ਐਸੀ ਖਬਰ ਹੈ, ਇੱਕ ਐਸੀ ਅਲਰਟ ਹੈ ਜਿਹਦੇ ਨਾਲ ਜਿਹੜਾ ਸਾਡਾ ਸਿੱਖ ਜਗਤ ਹੈਗਾ ਉਹਨੂੰ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ। ਔਰ ਕੈਨੇਡੀਅਨ ਗੌਰਮੈਂਟ ਦੀ ਗੱਲ ਕਰੀਏ ਤਾਂ ਕੈਨੇਡੀਅਨ ਗੌਰਮੈਂਟ ਨੂੰ ਵੀ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਕਿ ਇੰਡੀਅਨ ਗੌਰਮੈਂਟ ਇਸ ਤਰ੍ਹਾਂ ਦੇ ਇਲਜ਼ਾਮ ਉਹਨਾਂ ਦੇ ਉੱਪਰ ਕਿਉਂ ਲਗਾ ਰਹੀ ਹੈ। ਇਸ ਜਿਹੜੀ ਅਲਰਟ ਜਾਰੀ ਕੀਤਾ ਗਿਆ ਇਹਦੇ ਵਿੱਚ ਕੁਛ ਇੱਕ ਹੋਰ ਗੱਲਾਂ ਹੈਗੀਆਂ ਨੇ ਵਿਚਾਰਨ ਵਾਲੀਆਂ ਜਿਹੜੀਆਂ ਅੱਗੇ ਚੱਲ ਕੇ ਅਸੀਂ ਵਿਚਾਰਾਂਗੇ। ਪਹਿਲਾਂ ਇੱਕ ਵਾਰ ਮੈਂ ਆਪਣੇ ਪੈਨਲਿਸਟ ਤੋਂ ਇਹਦੇ ਉੱਪਰ ਉਹਨਾਂ ਦੀ ਰਾਏ ਲੈ ਲਾਂ ਕਿ ਉਹ ਇਸ ਅਲਰਟ ਨੂੰ
ਕਿਸ ਸੰਦਰਭ ਦੇ ਵਿੱਚ ਦੇਖਦੇ ਨੇ? ਕਿ ਇਹਨੂੰ ਪੋਲੀਟੀਕਲ ਤੌਰ ਤੇ ਦੇਖਦੇ ਨੇ, ਕਿ ਇਹਨੂੰ ਇੰਟਰਨੈਸ਼ਨਲ ਲੈਵਲ ਦੇ ਉੱਪਰ ਜਿਹੜੀ ਇੰਡੀਆ ਦੀ ਡੈਮੋਕ੍ਰੇਸੀ ਨੂੰ ਲੋਕੀ ਇਸ ਵੇਲੇ ਚੈਲੰਜ ਕਰ ਰਹੇ ਨੇ ਕਿ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਨਹੀਂ ਹੈਗੀ, ਲੋਕਾਂ ਨੂੰ ਬੋਲਣ ਦੇ ਹੱਕ ਨਹੀਂ ਹੈਗੇ, ਉਹਦੇ ਅਗੇਂਸਟ ਇੰਡੀਆ ਹਥਿਆਰ ਵਾਂਗੂ ਵਰਤ ਰਿਹਾ? ਅਸੀਂ ਦੇਖਦੇ ਹਾਂ ਕਿ ਸਾਡੇ ਪੈਨਲਿਸਟ ਦੇ ਉੱਪਰ ਕੀ ਵਿਚਾਰ ਹੈਗੇ ਨੇ। ਮੈਂ ਸ਼ੁਰੂ ਕਰਾਂਗਾ ਜਰਮਨਜੀਤ ਸਿੰਘ ਜੀ ਤੋਂ। ਜਰਮਨਜੀਤ ਸਿੰਘ ਜੀ, ਤੁਹਾਡੇ ਕੀ ਵਿਚਾਰ ਨੇ ਇਸ ਪੂਰੀ ਰਿਪੋਰਟ ਦੇ ਉੱਪਰ? ਕੁਲਵੀਰ ਜੀ, ਇਹ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ 2 ਦਿਨਾਂ ਦੇ ਵਿੱਚ ਇੱਕ ਅਰਵਿੰਦਰ ਸਿੰਘ ਨਾਂ ਦਾ ਨੌਜਵਾਨ ਤੇ ਇੱਕ, ਜਿਵੇਂ ਤੁਸੀਂ ਕਿਹਾ, ਕਿ ਮਨਦੀਪ ਸਿੰਘ ਨੌਜਵਾਨ, ਜਿਹੜਾ ਮਨਦੀਪ ਸਿੰਘ ਨਾਂ ਦਾ ਨੌਜਵਾਨ ਹੈ, ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਤੇ ਪੁਲਿਸ ਨੇ ਉਹਨਾਂ ਨੂੰ ਇਹ ਦਾਅਵਾ ਕੀਤਾ ਹੈ ਕਿ ਇਹ ਬੱਬਰ ਖਾਲਸਾ ਨਾਲ ਸੰਬੰਧਿਤ ਵਿਅਕਤੀ ਨੌਜਵਾਨ ਨੇ ਤੇ ਇਹਨਾਂ ਦੇ ਸਰਗਰਮ ਆਗੂ ਨੇ। ਸਿਰਫ ਇਹ ਕੋਈ ਨਾ ਕੋਈ ਕਾਰਵਾਈ ਕਰਨ ਹੀ ਵਾਲੇ ਸਨ, ਬਸ ਇਹਨਾਂ ਨੂੰ ਹਥਿਆਰ ਨਹੀਂ ਪਹੁੰਚੇ ਸਨ। ਹੁਣ ਸਵਾਲ ਤਾਂ ਇਹ ਪੈਦਾ ਹੁੰਦਾ ਹੈ, ਜਿਨ੍ਹਾਂ ਕੋਲੋਂ ਕੋਈ ਹਥਿਆਰ ਹੀ ਨਹੀਂ ਮਿਲਿਆ, ਕੋਈ ਉਹਨਾਂ ਦੇ ਇਹੋ ਜਿਹੇ ਕੋਈ ਸਬੂਤ ਹੀ ਨਹੀਂ ਮਿਲੇ ਕਿ ਉਹ ਕੁਝ ਕਰਨ ਵਾਲੇ ਸਨ, ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਨ? ਪੁਲਿਸ ਆਪ ਹੀ ਕਹਿ ਰਹੀ ਹੈ ਕਿ ਕਈ ਇਹਨਾਂ ਦੇ ਵੱਡੇ ਵੱਡੇ ਨੇਤਾ, ਕਈ ਧਾਰਮਿਕ ਆਗੂ, ਕਈ ਹਿੰਦੂ ਆਗੂ ਇਹਨਾਂ ਦੇ ਨਿਸ਼ਾਨੇ ਤੇ ਸੀ, ਕਿ ਡੇਰਾ ਪ੍ਰਮੁੱਖ ਇਹਨਾਂ ਦੇ ਨਿਸ਼ਾਨੇ ਤੇ ਸੀ, ਪਰ ਇਹ ਕਾਰਵਾਈ ਕਰਨੀ ਵਾਲੇ ਸਨ, ਪਰ ਇਹਨਾਂ ਕੋਲ ਹਥਿਆਰ ਹੋਣ ਦੇ ਬਾਵਜੂਦ ਇਹ ਕਰ ਨਹੀਂ ਸਕੇ। ਹੁਣ ਹਥਿਆਰ ਨਹੀਂ ਹੈਗੇ ਤੇ ਕਾਰਵਾਈ ਕਿਵੇਂ ਕਰਨਗੇ? ਹੁਣ ਮੈਨੂੰ ਪੁਲਿਸ ਦੀ ਵੀ ਇਸ ਬਿਆਨ ਦੇ ਵੀ ਥੋੜਾ ਚੱਕ ਹੋ ਰਿਹਾ ਕਿ ਉਹ ਇਸ ਨੂੰ ਕੇਸ ਬਰਾਮਦਗੀ ਬੋਲ ਰਹੇ ਆ। ਹੁਣ ਪਤਾ ਨਹੀਂ, ਇਹ ਥੋੜਾ ਦਿਨ ਬਾਅਦ ਪਤਾ ਲੱਗੇਗਾ ਜਦੋਂ ਇਹ ਸਾਰੀ ਗੱਲਬਾਤ ਨਿਕਲ ਕੇ ਆਏਗੀ। ਬਾਕੀ ਜਦੋਂ ਹੁਣ ਪਿੱਛੇ ਜੇ ਵੀ ਜਦੋਂ ਇੱਕ ਰਾਤ ਤੁਸੀਂ ਯਾਦ ਹੋਏਗਾ, ਆਪਾਂ ਤਾਂ ਡਿਸਕਸ਼ਨ ਕੀਤੀ ਸੀ ਕਿ ਦਿੱਲੀ ਦੇ ਵਿੱਚ ਵੀ ਖਾਲਿਸਤਾਨੀ ਪੱਖੀ ਆਗੂਆਂ ਦੇ ਜਿਹੜੇ ਵੀ ਖਾਸ ਕਰ ਸਿੱਖ, ਇਹ ਕਿਹਾ ਗਿਆ ਸੀ ਕਿ ਸਿੱਖ ਅੱਤਵਾਦੀ ਦਿੱਲੀ ਦੇ ਵਿੱਚ ਐਂਟਰ ਕਰ ਗਿਆ ਤੇ ਉਹਦੇ ਵਾਸਤੇ ਅਲਰਟ ਜਾਰੀ ਕੀਤਾ ਗਿਆ ਸੀ। ਹਮੇਸ਼ਾ ਤੋਂ ਜਿਹੜੀ ਸਾਡੀ ਖਾਸ ਕਰਕੇ ਜਦੋਂ ਦੀ ਹੁਣ ਬੀਜੇਪੀ ਸਰਕਾਰ ਆਈ ਹੈ, ਕਾਂਗਰਸ ਸਰਕਾਰ ਨੇ ਤਾਂ ਬਹੁਤ ਸਿੱਖਾਂ ਦਾ ਘਾਣ ਕੀਤਾ, ਸਾਰਿਆਂ ਨੂੰ ਪਤਾ ਹੀ ਹੈਗਾ। ਪਰ ਹੁਣ ਜਿਹੜੀ ਬੀਜੇਪੀ ਸਰਕਾਰ ਵੀ ਜਦੋਂ ਵੀ ਆਈ ਆ, ਉਦੋਂ ਤੋਂ ਹੀ ਕਹਿ ਲਓ ਕਿ ਕਰਾਂ ਕਿ ਘੱਟ ਗਿਣਤੀਆਂ ਦੇ ਪਿੱਛੇ ਪਈ ਹੋਈ, ਕਿਸੇ ਨਾ ਕਿਸੇ ਤਰੀਕੇ ਨਾਲ ਇਹ ਮੁਸਲਮਾਨ ਹੋਣ ਜਾਂ ਸਿੱਖ ਹੋਣ ਜਾਂ ਈਸਾਈ ਹੋਣ, ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਭਣਦੀ ਰਹਿੰਦੀ ਹੈ। ਹੁਣ ਇਹ ਗੱਲ ਆ ਗਈ ਕਿ ਉਹਨਾਂ ਨੇ ਇਹਦੇ ਸੰਬੰਧ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਆ ਵੱਖਵਾਦੀ, ਉਹਨਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਕੈਨੇਡਾ ਦੇ ਵਿੱਚ ਤਾਂ ਪੰਜਾਬ ਦੇ ਵਿੱਚੋਂ ਕਾਫੀ ਵੱਡੀ ਗਿਣਤੀ ਉੱਥੇ ਰਹਿੰਦੀ ਹੈ। ਕੀ ਤੁਸੀਂ ਸਾਰਿਆਂ ਦੇ ਸੰਬੰਧ ਉਹਨਾਂ ਦੇ ਨਾਲ ਹੀ ਜੋੜ ਦੇਵੋਗੇ? ਕਿ ਉਹ ਤਾਂ ਹਰ ਸਾਲ ਇੱਥੇ ਆਉਂਦੇ, ਆਪਣੇ ਘਰ ਬਾਹਰ ਆਪਣੇ ਮਾਂ ਪਿਓ ਨੂੰ ਮਿਲਣ, ਇੱਥੇ ਆਪਣੀਆਂ ਜ਼ਮੀਨਾਂ ਦੇਖਣ, ਆਪਣੇ ਪੰਜਾਬ ਦੇ ਨਾਲ ਉਹਨਾਂ ਦਾ ਲਗਾਵ ਇੱਥੇ ਹਰ ਸਾਲ ਆਉਂਦੇ ਨੇ। ਹੁਣ ਇਹ ਕਿਹਾ ਜਾਵੇ ਕਿ ਇਹ ਨੌਜਵਾਨ ਹਰ ਸਾਲ ਵਾਪਸ ਆਉਂਦਾ ਹੈ ਤੇ ਇਹ ਸਰਗਰਮ ਆਗੂ ਹੈ ਖਾਲਿਸਤਾਨ ਦਾ, ਬੱਬਰ ਖਾਲਸਾ ਦਾ, ਇਹ ਕਹਿਣਾ ਗਲਤ ਹੈ ਇੱਥੇ। ਬਾਕੀ ਜਿਵੇਂ ਹੁਣ ਅਰਵਿੰਦਰ ਸਿੰਘ ਦਾ ਇਹ ਕਹਿਤਾ ਕਿ ਅਰਵਿੰਦਰ ਸਿੰਘ ਪਾਕਿਸਤਾਨ ਵੀ ਜਾ ਕੇ ਆਇਆ ਹੈ, ਉਹਦਾ ਉੱਥੇ ਜਿਹੜਾ ਸਰਗਰਮ ਆਗੂ ਹੈ ਖਾਲਿਸਤਾਨ ਦਾ, ਜਿਹੜਾ ਵਧਾਵਾ ਸਿੰਘ, ਉਹਦੇ ਨਾਲ ਮੁਲਾਕਾਤ ਹੋਈ ਹੈ। ਹੁਣ ਸਭ ਤੋਂ ਵੱਡੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਆਏ ਦਿਨ ਚੋਰੀ ਚਕਾਰੀ ਲੁੱਟਮਾਰ ਹੋ ਰਹੀ ਹੈ। ਇਹ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਤੇ ਅਟੈਕ ਹੋ ਜਾਂਦਾ ਵਾ, ਇਹਨਾਂ ਮਾਮਲਿਆਂ ਦੇ ਵਿੱਚ ਮਰਡਰ ਹੋ ਰਹੇ ਨੇ ਜੀ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਜਰਮਨਜੀਤ ਸਿੰਘ ਜੀ, ਪਿਛਲੇ ਮਹੀਨੇ ਦੇ ਵਿੱਚ 10 ਜਿਹੜੇ ਹੈਗੇ ਆ ਉਹ ਮਰਡਰ ਹੋਏ ਨੇ, ਜਿਨ੍ਹਾਂ ਦੇ ਵਿੱਚ ਇਹੀ ਕੁਲਵੀਰ ਜੀ, ਇਹੀ ਗੱਲ ਕਰ ਰਿਹਾ ਕਿ ਪੰਜਾਬ ਦੇ ਵਿੱਚ ਇੰਨੀਆਂ ਕੁ ਲਾਅ ਐਂਡ ਆਰਡਰ ਦੀ ਇੰਨੀ ਕੁ ਸਥਿਤੀ ਵਿਗੜ ਚੁੱਕੀ ਹੈ ਕਿ ਸਰਕਾਰ ਕੁਝ ਕਰ ਨਹੀਂ ਪਾ ਰਹੀ। ਇਹੋ ਜਿਹੇ ਮਾਮਲਿਆਂ ਦੇ ਵਿੱਚ ਸਰਕਾਰ ਦੀ ਏਜੰਸੀਆਂ ਕਿੱਥੇ ਜਾਂਦੀਆਂ, ਜਦੋਂ ਕਿ ਲੋਕ ਸਿਰਫ ਆਰਾਮ ਨਾਲ ਆਪਣੇ ਘਰ ਬਾਹਰ ਜਾਂ ਕੋਈ ਕੰਮ ਕਰ ਰਹੇ ਨੇ, ਨੌਜਵਾਨਾਂ ਨੂੰ ਕੰਮ ਕਰਨ ਦੇ ਲਈ, ਉਦੋਂ ਇਹਨਾਂ ਦੀਆਂ ਏਜੰਸੀਆਂ ਕੰਮ ਕਰ ਰਹੀਆਂ ਹੁੰਦੀਆਂ ਵਾ। ਹੁਣ ਲਾਅ ਐਂਡ ਆਰਡਰ ਦੀ ਸਥਿਤੀ ਵਿਗੜੀ ਹੋਈ ਆ, ਉਹਨੂੰ ਸੁਧਾਰਨ ਏਜੰਸੀ ਕੋਈ ਕੰਮ ਨਹੀਂ ਕਰ ਰਹੀ ਜੀ। ਸ਼ਬਦੀਪ ਜੀ, ਤੁਹਾਨੂੰ ਕੀ ਲੱਗਦਾ ਕਿ ਇਹ ਇੱਕ ਪ੍ਰੋਪੋਗੰਡਾ ਹੀ ਹੈ ਜਾਂ ਇਹਦੇ ਪਿੱਛੇ ਕੋਈ ਤੱਥ ਵੀ ਹੋ ਸਕਦੇ ਨੇ? ਜਿੱਦਾਂ ਜਰਮਨਜੀਤ ਸਿੰਘ ਜੀ ਦਾ ਕਹਿਣਾ ਹੈ ਕਿ ਸਿਰਫ ਉਹਨਾਂ ਦਾ ਇਰਾਦਾ ਜਿਹੜਾ ਹੈਗਾ, ਪੁਲਿਸ ਕਹਿ ਰਹੀ ਕਿ ਉਹਨਾਂ ਦਾ ਇਰਾਦਾ ਸੀਗਾ ਤੇ ਇਹਨਾਂ ਦੇ ਸਬੰਧ ਹੈਗੇ, ਉਹਨਾਂ ਦੇ ਕੋਲੋਂ ਬਰਾਮਦ ਕੁਝ ਨਹੀਂ ਹੋਇਆ, ਕੋਈ ਪ੍ਰੂਫ ਨਹੀਂ ਹੈਗਾ, ਫਿਰ ਵੀ ਜਿਹੜਾ ਹੈਗਾ ਉਸੇ ਗ੍ਰਿਫਤਾਰੀ ਨੂੰ, ਮਨਦੀਪ ਸਿੰਘ ਤੇ ਅਰਵਿੰਦਰ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਈਵਨ ਕਿ ਹੁਣ ਕੈਨੇਡਾ ਤੱਕ ਕੈਨੇਡਾ ਵਰਗੀ ਕੰਟਰੀ ਤੱਕ ਜਿਹੜੇ ਇਲਜ਼ਾਮ ਜਿਹੜੇ ਹੈਗੇ ਆ ਭਾਰਤ ਸਰਕਾਰ ਨੇ ਲਗਾ ਦਿੱਤੇ। ਸ਼ਬਦੀਪ ਜੀ, ਦੇਖੋ ਕੁਲਵੀਰ ਜੀ, 2 ਤਰੀਕੇ ਨਾਲ ਇਹਨੂੰ ਅਸੀਂ ਸੋਚ ਸਕਦੇ ਹਾਂ। ਪਹਿਲੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਦੀ ਗ੍ਰਿਫਤਾਰੀ ਹੋਈ ਉਹਨਾਂ ਬਾਰੇ ਸ਼ੱਕ ਦੀ ਬਣਾ ਦੇ ਉੱਤੇ ਆਪਾਂ ਉਸ ਗ੍ਰਿਫਤਾਰੀ ਨੂੰ ਮੰਨ ਸਕਦੇ ਹਾਂ। ਪੁਲਿਸ ਕੋਲੇ, CID ਕੋਲੇ ਕੋਈ ਰਿਪੋਰਟ ਹੈ ਕਿ ਨਹੀਂ, ਇਹਦੇ ਬਾਰੇ ਆਪਾਂ ਜ਼ਾਹਰਾ ਤੌਰ ਤੇ ਕੋਈ ਟਿੱਪਣੀ ਨਹੀਂ ਕਰ ਸਕਦੇ। ਇਸੇ ਤਰ੍ਹਾਂ ਜਦੋਂ ਤੁਸੀਂ ਸਰਕਾਰੀ ਪੱਧਰ ਦੇ ਉੱਤੇ ਇੱਕ ਅਲਰਟ ਜਾਰੀ ਕਰ ਰਹੇ ਹੋ ਤਾਂ ਤੁਸੀਂ ਇਹਨੂੰ ਇੰਝ ਵੀ ਨਹੀਂ ਕਹਿ ਸਕਦੇ ਕਿ ਇਹ ਬਿਨਾਂ ਵਜ੍ਹਾ ਹੋ ਗਿਆ, ਇਹਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੋਏਗਾ। ਹੁਣ ਇਹ ਜਿਹੜੀਆਂ ਗ੍ਰਿਫਤਾਰੀਆਂ ਵਾ ਜਾਂ ਅਲਰਟ ਆ, ਇਹ ਮਾਹੌਲ ਨੂੰ ਖਰਾਬ ਕਰਨ ਲਈ ਆ, ਇਹਦੇ ਪਿੱਛੇ ਸਾਜ਼ਿਸ਼ ਆ, ਇਹਦੇ ਪਿੱਛੇ ਤੱਥ ਨੇ, ਇਹਦੇ ਬਾਰੇ ਆਪਾਂ ਇੱਕਦਮ ਕੋਈ ਟਿੱਪਣੀ ਨਹੀਂ ਕਰ ਸਕਦੇ। ਪਰ ਇੱਕ ਗੱਲ ਤੋਂ ਅਸੀਂ ਇਨਕਾਰ ਨਾ ਕਰੀਏ ਕਿ ਵਿਦੇਸ਼ਾਂ ਦੇ ਵਿੱਚ ਹਾਲੇ ਵੀ ਲੋਕ ਖਾਲਿਸਤਾਨ ਦੇ ਨਾਂ ਦੇ ਉੱਤੇ ਫੰਡ ਵੀ ਇਕੱਠੇ ਕਰਦੇ ਨੇ, ਉਹਨੂੰ ਸਪੋਰਟ ਵੀ ਕਰਦੇ ਨੇ ਤੇ ਇਸ ਗੱਲ ਦੀ ਸੰਭਾਵਨਾ ਮੈਂ ਸਮਝਦਾ ਵੀ ਇਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਟ੍ਰੇਨਿੰਗ ਵੀ ਹੋ ਸਕਦੀ ਹੈ।
ਪਰ ਜਿੰਨੇ ਚਿਰ ਸਾਡੇ ਕੋਲ ਤੱਥ ਨਹੀਂ, ਅਸੀਂ ਸਿੱਧਾ ਸਿੱਧਾ ਕਿਸੇ ਦੇ ਉੱਤੇ ਇਲਜ਼ਾਮ ਨਹੀਂ ਲਾ ਸਕਦੇ। ਉਹਨਾਂ ਇਲਜ਼ਾਮਾਂ ਬਾਰੇ ਸੱਚਾਈ ਜਾਣਨ ਦਾ ਯਤਨ ਕਰ ਸਕਦੇ ਹਾਂ। ਦਿਲਰਾਜ ਜੀ। ਬਿਲਕੁਲ, ਮੈਂ ਵੀ ਸਰਦੀਪ ਜੀ ਦੀ ਗੱਲਾਂ ਨਾਲ ਕੁਝ ਹੱਦ ਤੱਕ ਐਗਰੀਡ ਹਾਂ। ਇਹ ਸਾਰਾ ਜਿਹੜਾ ਘਟਨਾਕ੍ਰਮ ਹੈ, ਮਨਦੀਪ ਸਿੰਘ ਜਿਹੜਾ ਕਿਹਾ ਜਾਂਦਾ ਕਿ ਖਾਲਿਸਤਾਨੀ ਟੈਰਰ ਫੋਰਸ ਜਿਹੜਾ ਹੈਗੀ ਆ ਉਹਦਾ ਮੈਂਬਰ ਸੀਗਾ, ਉਹਨੂੰ ਚੱਕ ਕਲਾਂ ਜਿਹੜਾ ਪਿੰਡ ਲੁਧਿਆਣਾ ਉੱਥੋਂ ਗ੍ਰਿਫਤਾਰ ਕੀਤਾ ਜਾਂਦਾ ਤੇ ਇਹ ਕਿਹਾ ਜਾਂਦਾ ਕਿ ਇਹਨਾਂ ਨੂੰ ਜਿਹੜੇ ਹਥਿਆਰ ਹੈਗੇ ਆ ਉਹ ਜਿਹੜੇ ਹਰਦੀਪ ਨਿੱਜਰ ਇਹਨਾਂ ਨੇ ਪ੍ਰੋਵਾਈਡ ਪਾਕਿਸਤਾਨ ਤੋਂ ਕਰਵਾਉਣੇ ਸੀਗੇ, ਪਰ ਕਿਉਂਕਿ ਪਠਾਨਕੋਟ ਅਟੈਕ ਤੋਂ ਬਾਅਦ ਇੱਕ ਜ਼ਬਰਦਸਤ ਸਿਕਿਉਰਿਟੀ ਬੋਰਡ ਤੇ ਚੱਲ ਰਹੀ ਹੈ, ਉਹ ਹਥਿਆਰ ਨਹੀਂ ਮੁਹੱਈਆ ਕਰਾਏ ਗਏ। ਜੇ ਉਹ ਹਥਿਆਰ ਇੱਥੇ ਆ ਜਾਂਦੇ, ਜੋ ਪੁਲਿਸ ਦੀ ਕਹਾਣੀ ਹੈ, ਜੋ ਪੁਲਿਸ ਦੀ ਥਿਊਰੀ ਹੈ, ਉਹ ਇਹ ਹੈ ਕਿ ਜੇ ਉਹ ਹਥਿਆਰ ਇਹਨਾਂ ਤੱਕ ਪਹੁੰਚ ਜਾਂਦੇ ਤੇ ਕਈ ਜਿਹੜੇ ਡੇਰੇ ਵਾਲੇ ਹੈਗੇ ਆ ਜਾਂ ਕਈ ਜਿਹੜੇ ਹੋਰ ਬੰਦੇ ਆ ਉਹਨਾਂ ਦੀਆਂ ਜਾਨਾਂ ਨੂੰ, ਸ਼ਿਵ ਸੈਨਾ ਵਾਲੇ ਆ, ਉਹਨਾਂ ਦੀ ਜਾਨਾਂ ਨੂੰ ਕਿਤੇ ਨਾ ਕਿਤੇ ਖਤਰਾ ਹੋ ਸਕਦਾ ਸੀਗਾ। ਜੇ ਆਪਾਂ ਹਰਦੀਪ ਨਿੱਜਰ ਦੀ ਗੱਲ ਕਰੀਏ, ਕੁਲਵੀਰ ਜੀ ਜਿੱਦਾਂ ਤੁਸੀਂ ਦੱਸਿਆ ਸਰੀ ਵਿੱਚ ਰਹਿੰਦੇ ਸੀਗੇ ਤੇ 1995 ਵਿੱਚ ਇਹਨਾਂ ਨੂੰ ਕੈਨੇਡਾ ਦਾ ਪਾਸਪੋਰਟ ਮਿਲ ਗਿਆ ਸੀਗਾ ਤੇ ਇਹਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਜਿਹੜੀ ਪੰਜਾਬ ਪੁਲਿਸ ਉਹ ਟੈਰਰਿਸਟ ਕੈਟਾਗਰੀ ਵਿੱਚ ਰੱਖਦੀ ਪਈ ਹੈਗੀ ਹੈ। ਸ਼ਿੰਗਾਰ ਸਿਨੇਮਾ ਜਿਹੜਾ ਲੁਧਿਆਣਾ ਵਿੱਚ ਬਲਾਸਟ ਹੋਇਆ ਸੀ 2007 ਵਿੱਚ, ਜਿਹਦੇ ਵਿੱਚ 6 ਬੰਦੇ ਮਰ ਗਏ ਸੀਗੇ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇਹਨਾਂ ਦਾ ਨਾਮ ਨਾਲ ਕਾਫੀ ਲੰਬੇ ਸਮੇਂ ਤੋਂ ਜੁੜਦਾ ਆ ਰਿਹਾ ਵਾ। ਤੇ ਹੁਣ ਦੇਖਣ ਵਾਲੀ ਗੱਲ ਇਹ ਹੈ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈਗੀ ਹੈ ਕਿ ਇਹ ਜਿਹੜੀ ਪੂਰੀ ਪੁਲਿਸ ਦੀ ਥਿਊਰੀ ਬਣੀ ਹੈਗੀ ਹੈ ਉਹਦੇ ਕੋਈ ਪੁਲਿਸ ਕੋਲ ਪੁਖਤਾ ਸਬੂਤ ਵੀ ਨੇ, ਜਿੱਦਾਂ ਪੁਲਿਸ ਗੱਲਾਂ ਕਰਦੀ ਪਈ ਹੈ ਕਿ ਕੁਝ ਪਾਕਿਸਤਾਨ ਤੋਂ ਜਿਹੜੀਆਂ ਕਾਲ ਰਿਕਾਰਡਿੰਗਸ ਇਹਨਾਂ ਨੇ ਟਰੈਕ ਕੀਤੀਆਂ ਸੀਗੀਆਂ ਤੇ ਕੀ ਉਹ ਪੁਖਤਾ ਸੀਗੀਆਂ, ਕੀ ਉਹਦੇ ਵਿੱਚ ਮਨਦੀਪ ਦੀ ਗੱਲ ਸੱਚੀ ਕਿਸੇ ਦਲ ਖਾਲਸਾ ਇੰਟਰਨੈਸ਼ਨਲ ਦੇ ਜਿਹੜੇ ਚੀਫ ਹੈਗੇ ਆ ਗੁਰਜਿੰਦਰ ਸਿੰਘ ਨਾਲ ਹੁੰਦੀ ਪਈ ਸੀਗੀ। ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੈਗਾ ਵਾ। ਆਮ ਤੌਰ ਤੇ ਜਿੱਦਾਂ ਭਾਈ ਪਰਮਜੀਤ ਸਿੰਘ ਪੰਮੇ ਦੀ ਗੱਲ ਤੁਸੀਂ ਕੀਤੀ ਪਹਿਲੇ, ਉਦੋਂ ਵੀ ਪੰਜਾਬ ਪੁਲਿਸ ਉਹਨਾਂ ਨੂੰ ਲੈਣ ਲਈ ਸਪੈਸ਼ਲ ਉੱਥੇ ਪੁਰਤਗਾਲ ਜਾਂਦੀ ਹੈ, ਉਸ ਤੋਂ ਬਾਅਦ ਸਿੱਖ ਫॉर ਜਸਟਿਸ ਉਹਨਾਂ ਤੇ ਕੇਸ ਕਰ ਦਿੱਤਾ ਜਾਂਦਾ ਤੇ ਉਹਨਾਂ ਦੇ ਘਰੇ ਵਾਪਸ ਆ ਜਾਂਦੀ ਹੈਗੀ ਆ। ਪੁਖਤਾ ਸਬੂਤ ਪੁਲਿਸ ਕੋਲ ਹੈਗੇ ਕਿ ਨਹੀਂ ਹੈਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਹਾਂ, ਜਿੱਦਾਂ ਸਰਦੀਪ ਜੀ ਨੇ ਕਿਹਾ ਕਿ ਹਜੇ ਵੀ ਕੁਛ ਜਥੇਬੰਦੀਆਂ ਚਾਹੇ ਕੈਨੇਡਾ ਹੋਵੇ ਚਾਹੇ ਇੰਗਲੈਂਡ ਹੋਵੇ ਇੱਥੇ ਸਰਗਰਮ ਹੈਗੀਆਂ। ਗੱਲ ਹੈ ਕਿ ਇੱਦਾਂ ਰਾਜ ਜੀ, ਸਰਗਰਮ ਜਥੇਬੰਦੀਆਂ ਤੇ ਲੁਕਵੀਆਂ ਨਹੀਂ ਹੈਗੀਆਂ। ਤੁਸੀਂ ਆਮ ਤੌਰ ਤੇ ਜਿੰਨੀਆਂ ਵੀ ਇੱਥੇ ਸਿੱਖ ਪਰੇਡਸ ਹੁੰਦੀਆਂ, ਨਗਰ ਕੀਰਤਨ ਹੁੰਦੇ ਜਾਂ ਧਾਰਮਿਕ ਸਮਾਗਮ ਹੁੰਦੇ ਵੱਡੇ, ਉੱਥੇ ਖਾਲਿਸਤਾਨ ਦੇ ਬੈਨਰ ਜਾਂ ਖਾਲਿਸਤਾਨ ਦੀ ਗੱਲ ਤੁਸੀਂ ਆਮ ਸੁਣ ਸਕਦੇ ਹੋ। ਪਰ ਜੇ ਖਾਲਿਸਤਾਨ ਦੀ ਗੱਲ ਕੀਤੀ ਜਾਂਦੀ ਹੈ, ਲੋਕ ਖਾਲਿਸਤਾਨ ਦੀ ਗੱਲ ਕਰਦੇ ਆ, ਉਹਦੇ ਵਾਸਤੇ ਆਵਾਜ਼ ਉਠਾਉਂਦੇ, ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਟੈਰਰਿਸਟ ਹਨ ਜਾਂ ਉਹ ਇੰਡੀਆ ਦਾ ਮਾਹੌਲ ਖਰਾਬ ਦੀ ਕੋਸ਼ਿਸ਼ ਕਰ ਰਹੇ ਹਨ। ਦੂਜੀ ਗੱਲ ਸਬਦੀਪ ਜੀ ਨੇ ਕੀਤੀ ਸੀਗੀ ਕਿ ਕੀ ਇੱਦਾਂ ਦੇ ਕੈਂਪ ਵਾਕਿਆ ਹੀ ਚੱਲਦੇ ਹੋ ਸਕਦੇ। ਮੈਂ ਸ਼ਬਦੀਪ ਜੀ ਨੂੰ ਤੇ ਬਾਕੀ ਪੈਨਲਿਸਟ ਨੂੰ ਇਹ ਕਹਿਣਾ ਚਾਹੁੰਦਾ ਕਿ ਕੈਨੇਡਾ ਦੇ ਵਿੱਚ ਇਹਨਾਂ ਦੀ ਇੱਕ ਆਪਣੀ ਇੰਟੈਲੀਜੈਂਸੀ ਹੈ ਔਰ RCMP ਹੈ। ਮੇਰਾ ਨਹੀਂ ਖਿਆਲ ਹੈਗਾ ਕਿ ਇੱਦਾਂ ਦੀ ਕੋਈ ਵੀ ਐਕਟੀਵਿਟੀ ਜਿਹੜੀ ਹੈਗੀ ਆ ਉਹ ਕੈਨੇਡੀਅਨ ਗੌਰਮੈਂਟ ਤੋਂ ਲੁਕੀ ਛਿਪੀ ਰਹਿ ਸਕਦੀ ਆ। ਇੱਥੇ ਦਾ ਸਿਸਟਮ, ਇੱਥੇ ਹਰ ਇੱਕ ਬੰਦੇ ਦਾ ਟਰੈਕ ਰਿਕਾਰਡ ਆ, ਹਰ ਇੱਕ ਬੰਦੇ ਨੂੰ ਟਰੈਕ ਕੀਤਾ ਜਾ ਸਕਦਾ, ਹਰ ਇੱਕ ਬੰਦੇ ਦੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਗੌਰਮੈਂਟ ਦੇ ਕੋਲ ਹੁੰਦੀ ਆ। ਇਹ ਜਿਹੜਾ ਇਲਜ਼ਾਮ ਲਾਏ ਨੇ, ਇਹਦੀ ਤੇ ਕੁਝ ਦਿਨਾਂ ਦੇ ਵਿੱਚ ਸਰਕਾਰ ਵੱਲੋਂ ਸਪਸ਼ਟੀਕਰਨ ਆਉਣ ਦੀ ਉਮੀਦ ਵੀ ਹੈਗੀ ਆ ਜਾਂ ਜਿਹੜੀਆਂ ਕੈਨੇਡੀਅਨ ਏਜੰਸੀਆਂ ਹੈਗੀਆਂ ਉਹਨਾਂ ਵੱਲੋਂ ਵੀ ਉਮੀਦ ਕੀਤੀ ਜਾ ਸਕਦੀ ਆ। ਪਰ ਜਿਸ ਤਰੀਕੇ ਦੇ ਨਾਲ ਇੰਗਲੈਂਡ ਦੇ ਗੁਰਦੁਆਰਿਆਂ ਦੇ ਉੱਪਰ ਇਲਜ਼ਾਮ ਲੱਗੇ ਸੀ ਔਰ ਉਹਦਾ ਕੋਈ ਪ੍ਰੂਫ ਅੱਜ ਤੱਕ ਨਹੀਂ ਆਇਆ ਕਿ ਉਹ ਗੁਰਦੁਆਰਿਆਂ ਦੇ ਵਿੱਚ ਜਿਹੜੀ ਟੈਰਰਿਜ਼ਮ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀਗੀ, ਇਸੇ ਤਰੀਕੇ ਨਾਲ ਮੈਨੂੰ ਉਮੀਦ ਹੈ ਕਿ ਕੈਨੇਡਾ ਦੇ ਵਿੱਚੋਂ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਉਣੀ। ਇਹ ਗੱਲ ਜਿਹੜੀ ਹੈਗੀ ਆ ਕਿ ਆਪਾਂ ਮੰਨਣ ਨੂੰ ਤਿਆਰ ਹਾਂ ਕਿ ਜੇ ਹਰਦੀਪ ਸਿੰਘ ਨਿੱਜਰ ਹੈਗੇ ਆ ਉਹ ਖਾਲਿਸਤਾਨੀ ਸੋਚ ਵਾਲੇ ਹੋ ਸਕਦੇ ਆ, ਖਾਲਿਸਤਾਨ ਨੂੰ ਸਪੋਰਟ ਕਰਦੇ ਹੋ ਸਕਦੇ, ਉਹਨਾਂ ਦੀ ਸ਼ਮੂਲੀਅਤ ਕਿਸੇ ਪਹਿਲਾਂ ਦੇ ਕਿਸੇ ਬੰਬ ਧਮਾਕੇ ਦੇ ਵਿੱਚ ਹੋ ਸਕਦੀ ਹੈਗੀ ਆ। ਪਰ ਜਿਸ ਤਰੀਕੇ ਦੇ ਨਾਲ ਇਹ ਅਲਰਟ ਜਿਹੜਾ ਹੈਗਾ ਕੈਨੇਡੀਅਨ ਗੌਰਮੈਂਟ ਨੂੰ ਦਿੱਤਾ ਗਿਆ, ਜਿਸ ਤਰੀਕੇ ਦੇ ਨਾਲ ਇਹ ਆਪਣੀ ਆਵਾਜ਼ ਜਿਹੜੀ ਹੈਗੀ ਆ ਕੈਨੇਡਾ ਗੌਰਮੈਂਟ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਮੈਨੂੰ ਉਹਦੇ ਵਿੱਚ ਕੁਛ ਇੱਕ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸ਼ੱਕੀ ਲੱਗਦੀਆਂ ਨੇ। ਬੇਸ਼ੱਕ ਲੋਕਾਂ ਦੇ ਤਾਰ ਜੁੜੇ ਹੋ ਸਕਦੇ ਆ, ਬੇਸ਼ੱਕ ਜਿਹੜਾ ਹੈਗਾ ਕੋਈ ਆਰਾਮ ਦੇ ਨਾਲ ਕੋਈ ਜਿਹੜਾ ਹੈਗਾ ਆਪਣੀ ਜਮਹੂਰੀ ਢੰਗ ਦੇ ਨਾਲ ਖਾਲਿਸਤਾਨ ਦੀ ਗੱਲ ਕਰਦਾ ਹੋ ਸਕਦਾ, ਕੋਈ ਜਿਹੜੀ ਹੈਗੀ ਆ ਗਰਮ ਖਿਆਲੀ ਵੀ ਖਾਲਿਸਤਾਨ ਦਾ ਖਿਆਲ ਰੱਖ ਸਕਦਾ। ਪਰ ਜਿਸ ਤਰੀਕੇ ਦੇ ਨਾਲ ਇਹ ਪੂਰੇ ਇੰਸੀਡੈਂਟ ਨੂੰ ਕੈਨੇਡਾ ਦੇ ਵਿੱਚ ਗੌਰਮੈਂਟ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਆ, ਉਹਦੇ ਵਿੱਚ ਇੱਕ ਖਾਸ ਲਫ਼ਜ਼ ਦੇ ਉੱਪਰ ਧਿਆਨ ਦੇਣ ਦੀ ਲੋੜ ਹੈਗੀ ਆ। ਮੈਂ ਆਪਣੇ ਪੈਨਲਿਸਟ ਨੂੰ ਕਹਾਂਗਾ ਕਿ ਜਿਹੜੀ ਮੈਂ ਗੱਲ ਹੁਣ ਕਰਨ ਜਾ ਰਿਹਾ ਇਹਦੇ ਵੱਲ ਸ਼ਾਇਦ ਤੁਹਾਡਾ ਧਿਆਨ ਗਿਆ ਹੋਵੇ ਜਾਂ ਨਹੀਂ ਗਿਆ ਹੋਵੇ, ਪਰ ਮੈਨੂੰ ਇੱਦਾਂ ਲੱਗ ਰਿਹਾ ਕਿ ਇਹਦੇ ਵਿੱਚ ਇੱਕ ਖਾਸ ਜਿਹੜਾ ਲਫ਼ਜ਼ ਯੂਜ਼ ਕੀਤਾ ਗਿਆ ਬੈਪਟਾਈਜ਼ ਸਿੱਖ, ਯਾਨੀ ਅੰਮ੍ਰਿਤਧਾਰੀ ਸਿੱਖ। ਪਹਿਲਾਂ
ਰੈਡੀਕਲ ਸਿੱਖ ਜਿਹੜਾ ਸੀਗਾ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਹੈਗਾ ਵਰਡ ਇਹਨਾਂ ਲੋਕਾਂ ਵਾਸਤੇ ਸਿੱਖਾਂ ਵਾਸਤੇ ਵਰਤਿਆ ਜਾ ਰਿਹਾ ਸੀਗਾ। ਹੁਣ ਰੈਡੀਕਲ ਸਿੱਖ ਤੋਂ ਇਹਨਾਂ ਨੇ ਸਿੱਧਾ ਹੀ ਅੰਮ੍ਰਿਤਧਾਰੀ ਸਿੱਖਾਂ ਦੇ ਉੱਪਰ ਕਰ ਦਿੱਤਾ। ਆਪਾਂ ਜੇ ਥੋੜਾ ਜਿਹਾ ਪਿੱਛੇ ਜਾ ਕੇ ਪੰਜਾਬ ਦੀਆਂ ਗੱਲਾਂ ਦੇਖੀਏ, ਪੰਜਾਬ ਦੇ ਵਿੱਚ ਜੋ SGPC ਇਲੈਕਸ਼ਨ ਦੇ ਵਿੱਚ ਗੱਲ ਹੋਈ ਆ ਕਿ ਸਿਰਫ ਬੈਪਟਾਈਜ਼ ਸਿੱਖ ਜਿਹੜਾ ਅੰਮ੍ਰਿਤਧਾਰੀ ਸਿੱਖ ਹੈਗਾ ਜਿਹੜਾ ਉਹੀ ਵੋਟ ਪਾ ਸਕਦਾ, ਦੂਜੇ ਜਿਹੜੇ ਹੈਗੇ ਆ ਉਹ ਜਿਹੜੇ ਸਿੱਖ ਵੋਟ ਨਹੀਂ ਪਾ ਸਕਦੇ, ਉਹਨਾਂ ਨੂੰ ਸਿੱਖ ਹੀ ਨਹੀਂ ਮੰਨਿਆ ਜਾਂਦਾ। ਇੱਥੋਂ ਜਿਹੜੀ ਇਹ ਭਾਸ਼ਾ ਵਰਤੀ ਗਈ ਆ ਬੈਪਟਾਈਜ਼ ਸਿੱਖ ਵਾਲੀ, ਇੱਥੋਂ ਕਿਤੇ ਇਸ ਤਰ੍ਹਾਂ ਤਾਂ ਨਹੀਂ ਲੱਗਦਾ ਕਿ ਸਿੱਖਾਂ ਨੂੰ ਵੀ ਕਿਤੇ ਨਾ ਕਿਤੇ ਦੋ ਫਾੜ ਕਰਕੇ, ਦੋ ਹਿੱਸਿਆਂ ਵਿੱਚ ਵੰਡ ਕੇ ਇੱਕ ਛੋਟੇ ਗਰੁੱਪ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ? ਜਰਮਨਜੀਤ ਸਿੰਘ ਜੀ। ਕੁਲਵੀਰ ਜੀ, ਨਹੀਂ ਇਹੋ ਜਿਹੀ ਗੱਲ ਤਾਂ ਕੋਈ ਲੱਗਦੀ ਨਹੀਂ ਹੈ ਕਿ ਸਿੱਖਾਂ ਨੂੰ ਇਹਦੇ ਨਾਲ ਕੋਈ ਜਿਹੜੀ ਕਾਰਵਾਈ ਹੁਣ ਕੀਤੀ ਗਈ ਹੈ, ਜਿਹੜੀ ਖਾਲਦ ਬੱਬਰ ਖਾਲਸਾ ਦੇ ਦੋ ਅੱਤਵਾਦੀ ਫੜੇ ਜਾਣ ਦਾ ਜਾਂ ਸਾਧੂ ਸਿੰਘ ਫੜੇ ਜਾਣ ਦਾ ਜਿਹੜਾ ਕੋਈ ਦਾਅਵਾ ਕਰ ਰਹੇ ਨੇ, ਇਹਦੇ ਨਾਲ ਇਹ ਦੋ ਫਾੜ ਕਰਨ ਦੀ ਕੋਈ ਕੋਸ਼ਿਸ਼ ਨਹੀਂ। ਜਰਮਨਜੀਤ ਜੀ, ਮੇਰਾ ਸਵਾਲ ਇਹ ਆ ਕਿ ਕਦੋਂ ਤਾਂ ਖਾਲਿਸਤਾਨੀ ਸਿੱਖ ਵਰਤਿਆ ਜਾਂਦਾ ਸੀਗਾ, ਰੈਡੀਕਲ ਸਿੱਖ ਵਰਤਿਆ ਜਾਂਦਾ ਸੀਗਾ, ਇਸ ਵਾਰੀ ਅੰਮ੍ਰਿਤਧਾਰੀ ਸਿੱਖ ਵਰਤਿਆ ਜਾ ਰਿਹਾ। ਇਹ ਭਾਸ਼ਾ ਜਿਹੜੀ ਚੇਂਜ ਹੁੰਦੀ ਆ, ਇਹਦਾ ਕਿਤੇ ਨਾ ਕਿਤੇ ਮਤਲਬ ਜਾਂਦਾ ਆ ਕਿ ਹੁਣ ਸਿਰਫ ਤੇ ਸਿਰਫ ਅੰਮ੍ਰਿਤਧਾਰੀ ਸਿੱਖਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਮੇਰਾ ਸਵਾਲ ਇਹ ਹੈ। ਕੁਲਵੀਰ ਜੀ, ਜੋ ਵੀ ਸਰਕਾਰਾਂ ਦੀ ਕਈ ਪਾਲਿਸੀਆਂ ਹੁੰਦੀਆਂ ਵਾ, ਕਿਵੇਂ ਕਿਸੇ ਨੂੰ ਕਹਿ ਸਕਦੇ ਆ ਕਿ ਲਤਾੜਨਾ ਜਾਂ ਕਿਵੇਂ ਕਿਸੇ ਨੂੰ ਪ੍ਰੋਪੇਗੈਂਡਾ ਕਰਨਾ, ਇਹ ਸਰਕਾਰ ਦਾ ਕੋਈ ਪ੍ਰੋਪੇਗੈਂਡਾ ਹੋ ਸਕਦਾ, ਇਹਦੇ ਪਿੱਛੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਸਾਹਮਣੇ ਆਵੇ। ਇਹ ਸਾਹਮਣੇ ਇਸ ਤਰ੍ਹਾਂ ਆ ਸਕਦਾ ਕਿ ਜਦੋਂ ਇਹ ਦੋ ਸਿੰਘ ਫੜੇ ਹੋਏ ਨੇ ਪੁਲਿਸ ਨੇ, ਅਗਰ ਇਹਨਾਂ ਦੇ ਵਿੱਚੋਂ ਕੁਝ ਨਿਕਲਦਾ ਨਹੀਂ ਹੈ ਤਾਂ ਆਪਣੇ ਆਪ ਜਦੋਂ ਇਹ ਮਾਮਲਾ ਸ਼ਾਂਤ ਹੋ ਗਿਆ ਤਾਂ ਸਮਝੋ ਕਿ ਪੁਲਿਸ ਨੇ ਸਿਰਫ ਇੱਕ ਸਰਕਾਰੀ ਸਾਜ਼ਿਸ਼ ਦੇ ਤਹਿਤ ਇਹਨਾਂ ਨੂੰ ਫੜਿਆ ਸੀ। ਅਗਰ ਕੁਝ ਇਹੋ ਜਿਹੀ ਘਟਨਾ ਜਰਮਨਜੀਤ ਜੀ, ਮੈਂ ਤੁਹਾਡੇ ਕੋਲ ਦੁਬਾਰਾ ਆਉਣਾ, ਮੇਰੇ ਨਾਲ ਕਾਲਰ ਇੱਕ ਜੁੜ ਚੁੱਕੇ ਆ, ਆਪਾਂ ਦੁਬਾਰਾ ਗੱਲ ਕਰਦੇ ਹਾਂ। ਇਹਦੇ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ, ਆਉਣ ਵਾਲੇ ਸਮੇਂ 'ਚ ਆਪਾਂ ਡਿਸਕਸ ਕਰਦੇ ਹਾਂ। ਮੇਰੇ ਨਾਲ ਕਾਲਰ ਜੁੜ ਚੁੱਕੇ ਨੇ ਜੀ। ਹੈਲੋ, ਸਤਿ ਸ਼੍ਰੀ ਅਕਾਲ ਕੁਲਵੀਰ ਜੀ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਹੈ ਜੀ? ਬਸ ਵਧੀਆ ਕੁਲਵੀਰ ਜੀ, ਹਰਪ੍ਰੀਤ ਬੋਲ ਰਿਹਾ। ਪਹਿਲਾਂ ਤੇ ਸੌਰੀ ਅੱਜ ਤੋਂ ਨਾ ਜੁਆਇਨ ਨਹੀਂ ਕਰ ਪਾਇਆ ਜੀ। ਪਰ ਥੋੜੀ ਜੀ ਮੈਂ ਤੁਹਾਡਾ ਸ਼ੋਅ ਦੇਖ ਰਿਹਾ ਸੀ ਕੁਲਵੀਰ ਜੀ। ਅभी ਮੈਂ ਕਦੀ ਜਾਂ ਮਿਸ਼ਨ ਮੈਂ 1000 ਵਾਰ ਗਿਆ ਹੋਣਾ, ਮੇਰੇ ਉੱਥੇ ਫਰੈਂਡਸ ਵੀ ਹੈਗੇ ਨੇ, ਰਿਲੇਟਿਵ ਵੀ ਹੈਗੇ ਨੇ। ਮੈਂ ਇਹ ਨਹੀਂ ਕਹਿ ਰਿਹਾ ਕਿ ਜੋ ਇੰਡੀਅਨ ਗਵਰਨਮੈਂਟ ਇਲਜ਼ਾਮ ਲਾ ਰਹੀ ਹੈ ਕਿ ਕੈਨੇਡਾ ਖਾਲਿਸਤਾਨ ਸਪੋਰਟਰ ਰਹਿੰਦੇ ਨੇ, ਉਹ ਗਲਤ ਆ। ਪਰ ਜਿਹੜੀ ਕੈਂਪ ਆ ਕਿ ਸਰੀ ਵਿੱਚ ਮਿਸ਼ਨ ਵਿੱਚ ਕੈਂਪ ਚੱਲ ਰਹੇ ਨੇ, ਉੱਥੇ AK-47 ਨਾਲ ਸਿੱਖ ਯੂਥ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਆ। ਆਈ ਥਿੰਕ ਦਿਸ ਇਜ਼ ਟੋਟਲੀ ਰੋਂਗ। ਇਹ ਪ੍ਰੋਪੋਗੰਡਾ ਵਾ ਇੰਡੀਅਨ ਗਵਰਨਮੈਂਟ ਦਾ, ਤੇ ਕੈਨੇਡੀਅਨ ਗਵਰਨਮੈਂਟ ਦਾ ਫਰਜ਼ ਬਣਦਾ, ਕੈਨੇਡਾ ਦੇ ਪ੍ਰਧਾਨ ਮੰਤਰੀ ਜਾਂ ਫਿਰ ਸਾਡੇ ਉਹ MP ਜੋ ਅਸੀਂ ਕਹਿੰਦੇ ਹਾਂ ਸਾਡੇ 18 MP ਨੇ ਇਸ ਟਾਈਮ ਪਾਰਲੀਮੈਂਟ ਵਿੱਚ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਇਹਦਾ ਜਵਾਬ ਦਿੱਤਾ ਜਾਵੇ ਐਂਡ ਸਟਰੋਂਗਲੀ ਦਿੱਤਾ ਜਾਵੇ। ਜੇ ਤੇ ਉਹ ਕੈਂਪ ਚੱਲ ਰਹੇ ਨੇ ਕੁਲਵੀਰ ਜੀ, ਤਾਂ ਦੇਖੋ ਸਿੱਧੀ ਜੀ ਗੱਲ ਹੈ, ਜੇ ਕੈਨੇਡਾ ਵਿੱਚ ਕੋਈ ਇਹ ਕਹੇ ਕਿ ਟੈਰੋਰਿਸਟ ਕੈਂਪ ਚੱਲ ਰਹੇ ਨੇ ਜਿੱਥੇ ਸਿੱਖ ਯੂਥਸ ਨੂੰ AK-47 ਨਾਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਜਾਂ ਉਹ ਕੈਂਪ ਬੰਦ ਹੋਣੇ ਚਾਹੀਦੇ ਆ। ਜੇ ਨਹੀਂ ਚੱਲ ਰਹੇ ਤੇ ਕੈਨੇਡੀਅਨ ਗਵਰਨਮੈਂਟ ਨੂੰ ਸਟਰੋਂਗਲੀ ਰਿਐਕਟ ਕਰਨਾ ਚਾਹੀਦਾ, ਇੰਡੀਅਨ ਗਵਰਨਮੈਂਟ ਨੂੰ ਇੱਕ ਸਟਰੋਂਗ ਮੈਸੇਜ ਭੇਜਣਾ ਚਾਹੀਦਾ। ਜੀ ਬਿਲਕੁਲ ਹਰਪ੍ਰੀਤ ਜੀ, ਮੈਂ ਵੀ ਪਹਿਲਾਂ ਇਹੀ ਗੱਲ ਕੀਤੀ ਸੀ ਕਿ ਇਹ ਤਾਂ ਹੈ ਨਹੀਂ ਕਿ ਕੈਨੇਡਾ ਦੇ ਵਿੱਚ ਖਾਲਿਸਤਾਨ ਦੀ ਆਵਾਜ਼ ਨਹੀਂ ਉੱਠਦੀ। ਮੈਂ ਜ਼ਿਕਰ ਕੀਤਾ ਸੀਗਾ ਕਿ ਹਰ ਨਗਰ ਕੀਰਤਨ ਤੇ ਹਰ ਧਾਰਮਿਕ ਸਮਾਗਮ ਤੇ ਜਾਂ ਵੈਸੇ ਵੀ ਜਿਹੜੇ ਹੈਗੇ ਆ ਇੱਥੇ ਈਵੈਂਟਸ ਚੱਲਦੇ ਰਹਿੰਦੇ ਨੇ ਜਿਨ੍ਹਾਂ ਵਿੱਚ ਖਾਲਿਸਤਾਨ ਦੀ ਗੱਲ ਕੀਤੀ ਜਾਂਦੀ ਹੈ। ਪਰ ਉਹਨਾਂ ਈਵੈਂਟਸ ਤੋਂ ਜਿਹੜੇ ਜਮਹੂਰੀ ਢੰਗ ਦੇ ਨਾਲ ਜਿਹੜੇ ਆਪਣੀ ਆਵਾਜ਼ ਉਠਾ ਰਹੇ ਨੇ, ਉਹਦੇ ਤੋਂ ਇਹ ਸਿੱਧ ਨਹੀਂ ਹੁੰਦਾ ਕਿ ਉਹ ਟੈਰਰਿਜ਼ਮ ਦੇ ਨਾਲ ਜੁੜੇ ਹੋਏ ਲੋਕ ਹੈਗੇ ਨੇ। ਇਸ ਕਰਕੇ ਜਿਹੜਾ ਹੈਗਾ ਮੇਰੇ ਹਿਸਾਬ ਦੇ ਨਾਲ ਜਿੰਨੀ ਵੀ ਇੰਡੀਅਨ ਗਵਰਨਮੈਂਟ ਨੇ ਇਹ ਜਿਹੜੀ ਅਲਰਟ ਜਾਰੀ ਕੀਤਾ, ਉਹ ਕਾਫੀ ਸ਼ੱਕ ਦੇ ਘੇਰੇ ਵਿੱਚ ਹੈਗਾ। ਹਾਂਜੀ, ਪਰ ਮੈਂ ਇੱਥੇ ਇਹੀ ਕਹਿਣਾ ਚਾਹੂੰਗਾ ਕਿ ਜਿਹੜੇ ਸਾਡੇ MPs ਨੇ ਉਹਨਾਂ ਨੂੰ ਸਟਰੋਂਗਲੀ ਰਿਐਕਟ ਕਰਨਾ ਚਾਹੀਦਾ, ਕਿਉਂਕਿ ਸਿੱਧਾ ਕੈਨੇਡਾ ਉੱਤੇ ਅਟੈਕ ਆ। ਤੇ ਜੇ ਇਹ ਕੈਂਪ ਹੈਗੇ ਨੇ ਬੰਦ ਕਰਵਾਓ, ਜੇ ਨਹੀਂ ਹੈਗੇ ਤੇ ਇਸ ਗੱਲ ਦਾ ਕੈਨੇਡੀਅਨ ਗਵਰਨਮੈਂਟ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ, ਇੰਡੀਅਨ ਗਵਰਨਮੈਂਟ ਨੂੰ ਇੱਕ ਸਟ੍ਰਿਕਟ ਮੈਸੇਜ ਦੇਣਾ ਚਾਹੀਦਾ। ਥੈਂਕ ਯੂ ਕੁਲਵੀਰ ਜੀ। ਜੀ ਬਿਲਕੁਲ ਹਰਪ੍ਰੀਤ ਜੀ, ਥੈਂਕ ਯੂ ਜੀ। ਜਰਮਨਜੀਤ ਜੀ, ਤੁਸੀਂ ਕੁਝ ਕਹਿ ਰਹੇ ਸੀਗੇ। ਹਰਪ੍ਰੀਤ ਜੀ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਮੈਂ ਸ਼ੁਰੂ 'ਚ ਕਿਹਾ ਸੀਗਾ ਕਿ ਇਹ ਆਉਣ ਵਾਲੇ ਦਿਨਾਂ ਵਿੱਚ ਆਪਣੇ ਕੈਨੇਡੀਅਨ ਗਵਰਨਮੈਂਟ ਦਾ ਇਹਦੇ ਉੱਪਰ ਦੇਖਣਾ ਪਏਗਾ ਕਿ ਕੀ ਰਵੱਈਆ, ਕਿਸ ਤਰ੍ਹਾਂ ਦਾ ਜਵਾਬ ਆਉਂਦਾ। ਹਰਪ੍ਰੀਤ ਜੀ ਨੇ ਬਿਲਕੁਲ ਸਪਸ਼ਟ ਹੀ ਕਹਿ ਦਿੱਤਾ ਕਿ ਸਾਡੇ ਜਿਹੜੇ ਅਸੀਂ ਦਾਅਵਾ ਕਰਦੇ ਹਾਂ ਕਿ ਸਾਡੇ 20 ਦੇ ਕਰੀਬ ਜਿਹੜੇ ਹੈਗੇ ਆ ਉਸ ਪੰਜਾਬੀ ਕਮਿਊਨਿਟੀ ਤੋਂ ਚੁਣ ਕੇ ਆਪਣੇ ਨੁਮਾਇੰਦੇ ਜਿਹੜੇ ਹੈਗੇ ਕੈਨੇਡੀਅਨ ਪਾਰਲੀਮੈਂਟ ਵਿੱਚ ਭੇਜੇ ਹੋਏ ਆ, ਉਹਨਾਂ ਵੱਲੋਂ ਐਟਲੀਸਟ ਇਹਦੇ ਉੱਪਰ ਜਵਾਬ ਆਉਣਾ
ਬਹੁਤ ਜ਼ਰੂਰੀ ਆ ਔਰ ਜਲਦ ਆਉਣਾ ਬਹੁਤ ਜ਼ਰੂਰੀ ਆ ਔਰ ਗਵਰਨਮੈਂਟ ਵੱਲੋਂ ਵੀ ਇਹਦੇ ਉੱਪਰ ਆਪਣਾ ਜਿਹੜਾ ਹੈਗਾ ਜਵਾਬ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਹਾਂਜੀ ਜਰਮਨ ਜੀ, ਤੁਸੀਂ ਕੰਟੀਨਿਊ ਕਰ ਸਕਦੇ ਹੋ। ਬਿਲਕੁਲ ਕੁਲਵੀਰ ਜੀ, ਜਿਵੇਂ ਕਿ ਹਰਪ੍ਰੀਤ ਜੀ ਨੇ ਕਿਹਾ ਕਿ ਇਹ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਖਾਲਿਸਤਾਨ ਸਮਰਥਕ ਕੈਨੇਡਾ ਵਿੱਚ ਰਹਿੰਦੇ ਨੇ। ਖਾਲਿਸਤਾਨ ਸਮਰਥਕ ਅਮਰੀਕਾ, ਯੂਰਪ, ਇੰਗਲੈਂਡ, ਜਿੱਥੇ ਪੰਜਾਬੀ ਵੱਸਦੇ ਨੇ, ਹਰੇਕ ਜਗ੍ਹਾ ਰਹਿੰਦੇ ਨੇ। ਤੁਸੀਂ ਪੰਜਾਬ 'ਚ ਵੀ ਰਹਿੰਦੇ ਨੇ ਜੀ, ਪੰਜਾਬ 'ਚ ਵੀ ਰਹਿੰਦੇ ਨੇ, ਬਿਲਕੁਲ ਰਹਿੰਦੇ ਨੇ। ਹੁਣ ਇਹ ਤੇ ਆਪਾਂ ਕਹਿ ਨਹੀਂ ਸਕਦੇ ਕਿ ਇਹਨਾਂ ਸਾਰਿਆਂ ਥਾਵਾਂ ਤੇ ਉਹਨਾਂ ਦੇ ਟ੍ਰੇਨਿੰਗ ਕੈਂਪ ਚੱਲਦੇ, ਜਾਂ ਹੁਣ ਕਹਿ ਕੈਨੇਡਾ ਦੇ ਵਿੱਚ ਚੱਲਦੇ ਨੇ। ਕੈਨੇਡਾ ਇੱਕ ਜੇ ਦੇਖਿਆ ਜਾਵੇ ਤਾਂ ਵਰਲਡ ਦੇ ਵਿੱਚੋਂ ਸਭ ਤੋਂ ਇੱਕ ਜਿੱਥੇ ਕਿ ਅਮਨ ਦੇਖਿਆ ਜਾਵੇ ਤਾਂ ਕੈਨੇਡਾ ਦੇ ਵਿੱਚ ਕ੍ਰਾਈਮ ਰੇਟ ਵੀ ਘੱਟ ਆ, ਹੋਰ ਵੀ ਸਭ ਤੋਂ ਵਧੀਆ ਦੇਸ਼ ਆ। ਤਾਂ ਹੁਣ ਭਾਰਤ ਸਰਕਾਰ ਵੱਲੋਂ ਇੱਕ ਅਜਿਹਾ ਇਲਜ਼ਾਮ ਲਗਾਉਣਾ ਕਿ ਕੈਨੇਡਾ ਦੇ ਸਰੀ ਦੇ ਵਿੱਚ ਜਾਂ ਉੱਥੇ ਕੀ ਟ੍ਰੇਨਿੰਗ ਕੈਂਪ ਚਲਾਏ ਜਾ ਰਹੇ ਨੇ, ਸਿੱਖਾਂ ਨੂੰ ਖਾੜਕੂ ਬਣਾਇਆ ਜਾ ਰਿਹਾ ਨੇ, 41 ਮੰਨ ਲਓ ਕਿ ਜਿਹੜੀ ਟ੍ਰੇਨਿੰਗ ਦਿੱਤੀ ਜਾ ਰਹੀ ਆ, ਇੱਕ ਮੇਰੇ ਹਿਸਾਬ ਨਾਲ ਇੱਕ ਪ੍ਰੋਪੋਗੈਂਡਾ ਹੀ ਕਹਿ ਸਕਦੇ ਹਾਂ। ਤਾਂ ਵਾਕਈ ਜਿਵੇਂ ਹਰਪ੍ਰੀਤ ਨੇ ਕਿਹਾ ਕਿ ਉੱਥੋਂ ਦੇ ਜਿਹੜੇ ਸਿੱਖ ਐਮਪੀ ਨੇ ਉਹਨਾਂ ਨੂੰ ਇਹਦਾ ਜਵਾਬ ਦੇਣਾ ਮੰਗਣਾ ਚਾਹੀਦਾ, ਜਾਂ ਸਰਕਾਰ ਨੂੰ ਇਹਨਾਂ ਦਾ ਜਵਾਬ ਮੰਗਣਾ ਚਾਹੀਦਾ ਕਿ ਇੱਥੇ ਹੈ ਆ ਤਾਂ ਉਹਨਾਂ ਨੂੰ ਬੰਦ ਕੀਤਾ ਜਾਵੇ, ਨਹੀਂ ਹੈਗੇ ਤਾਂ ਇਹਦਾ ਜਵਾਬ ਦੇਣਾ ਚਾਹੀਦਾ, ਠੋਕਵਾਂ ਜਵਾਬ ਦੇਣਾ ਚਾਹੀਦਾ। ਬਾਕੀ ਇੱਥੇ ਇੱਕ ਹੋਰ ਆਪਾਂ ਗੱਲ ਕਹਿ ਸਕਦੇ ਹਾਂ ਕਿ ਇੱਕ ਹੋਰ ਕੁਲਵੀਰ ਜੀ ਤੁਸੀਂ ਗੱਲ ਨੋਟ ਕੀਤੀ ਹੋਵੇ ਕਿ ਜਦੋਂ ਤੋਂ ਜਸਟਿਨ ਟਰੂਡੋ ਨੇ ਇਹ ਗੱਲ ਅਮਰੀਕਾ ਦੇ ਵਿੱਚ ਕਹੀ ਸੀ ਕਿ ਮੇਰੀ ਕੈਬਨਿਟ ਦੇ ਵਿੱਚ ਮੋਦੀ ਸਰਕਾਰ ਨਾਲੋਂ ਵੱਧ ਸਿੱਖ ਨੇ ਜੀ, ਤੇ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਮੋਦੀ ਸਰਕਾਰ ਆਪਣੇ ਆਪ ਨੂੰ ਇਸ ਨੂੰ ਕੋਈ ਇਨਸਲਟ ਫੀਲ ਕਰਦੀ ਹੋਵੇ ਕਿ ਵਰਲਡ ਲੈਵਲ ਤੇ ਉਸ ਤੋਂ ਬਾਅਦ 2 ਵਾਰੀ ਪਹਿਲਾਂ ਖਬਰ ਆ ਚੁੱਕੀ ਹੈ, ਭੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਖਾਂ ਦੇ ਵਿੱਚ ਉਹਨਾਂ ਦੇ ਪੋਸਟਰ ਲਾ ਕੇ ਕਿਹਾ ਜਾਵੇ ਕਿ ਇਹ ਸਿੱਖ ਅੱਤਵਾਦੀ ਦਿੱਲੀ ਦੇ ਵਿੱਚ ਐਂਟਰ ਕਰ ਗਏ ਨੇ, ਜਾਂ ਫਿਰ ਹੁਣ ਪੰਜਾਬ ਦੇ ਵਿੱਚ ਫੜੇ ਗਏ ਨੇ, ਜਾਂ ਹੁਣ ਉਹਨਾਂ ਦਾ ਸੰਬੰਧ ਕੈਨੇਡਾ ਦੇ ਨਾਲ ਜੋੜ ਦਿੱਤਾ ਗਿਆ ਹੈ। ਹੁਣ ਇਹ ਕਹਿ ਦਿੱਤਾ ਗਿਆ ਕਿ ਕੈਨੇਡਾ ਦੇ ਵਿੱਚ ਟ੍ਰੇਨਿੰਗ ਕੈਂਪ ਚੱਲਦੇ ਨੇ। ਹੁਣ ਇਹ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹ ਪ੍ਰੋਪੋਗੈਂਡਾ ਹੀ ਹੈ, ਇਸ ਤੋਂ ਵੱਧ ਕੁਝ ਨਹੀਂ ਹੈਗਾ। ਜਰਮਨਜੀਤ ਸਿੰਘ ਜੀ, ਇਸ ਤਰ੍ਹਾਂ ਲੱਗਦਾ ਕਿ ਜਿੱਦਾਂ ਸਿੱਧਾ ਉਹ ਜਿਹੜੀ ਇੱਥੇ ਲਿਬਰਲ ਸਰਕਾਰ ਹੈਗੀ ਆ ਉਹਦੇ ਉੱਪਰ ਜਿਹੜੀ ਇੰਡੀਅਨ ਗਵਰਨਮੈਂਟ ਮੋਦੀ ਦੀ ਸਰਕਾਰ ਹੈਗੀ ਆ ਉਹ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਖਾਲਿਸਤਾਨੀ ਮੂਵਮੈਂਟ ਹੈਗੀ ਆ ਉਹ ਕੈਨੇਡਾ ਦੇ ਵਿੱਚ ਫਲ ਫੁੱਲ ਰਹੀ ਆ ਤੇ ਟੈਰਰਿਜ਼ਮ ਜਿਹੜਾ ਹੈਗਾ ਉਹ ਕੈਨੇਡਾ ਤੋਂ ਪ੍ਰਮੋਟ ਕੀਤਾ ਜਾ ਰਿਹਾ। ਇੱਥੋਂ ਸਾਫ਼ ਇਹੀ ਕਲੀਅਰ ਹੋ ਰਿਹਾ ਪਿਛਲੇ 3-4 ਮਹੀਨਿਆਂ ਤੋਂ ਜਿੱਦਾਂ ਦੀਆਂ ਵੀ ਖਬਰਾਂ ਕੈਨੇਡਾ ਦੇ ਨਾਲ ਜੋੜ ਕੇ, ਖਾਲਿਸਤਾਨੀਆਂ ਦੇ ਨਾਲ ਜੋੜ ਕੇ, ਟੈਰਰਿਜ਼ਮ ਦੇ ਨਾਲ ਜੋੜ ਕੇ ਜਿਹੜੀਆਂ ਹੈਗੀਆਂ ਇੰਡੀਆ ਦੇ ਵਿੱਚ ਪੇਸ਼ ਕੀਤੀਆਂ ਗਈਆਂ। ਸ਼ਬਦੀਪ ਜੀ, ਆਪਾਂ ਗੱਲ ਕਰ ਰਹੇ ਸੀਗੇ ਕਿ ਇਸ ਵਾਰੀ ਇੱਕ ਖਾਸ ਵਰਡ ਜਿਹੜਾ ਹੈਗਾ ਅੰਮ੍ਰਿਤਧਾਰੀ ਸਿੰਘ, ਬੈਪਟਾਈਜ਼ ਸਿੱਖ ਵਰਤਿਆ ਗਿਆ ਜੀ ਇਹਨਾਂ ਨੂੰ ਸੰਬੋਧਨ ਕਰਨ ਵਾਸਤੇ, ਜਿੰਨੇ ਵੀ ਟੈਰਰਿਸਟ ਐਕਟੀਵਿਟੀ ਵਿੱਚ ਇਨਵੋਲਵ ਨਾਮ ਹੈਗੇ ਆ। ਤੁਹਾਨੂੰ ਕੀ ਲੱਗਦਾ ਕਿ ਇਹ ਕਿਸੇ ਖਾਸ ਵਜ੍ਹਾ ਕਰਕੇ ਵਰਤਿਆ ਗਿਆ? ਦੇਖੋ ਕੁਲਵੀਰ ਜੀ, ਆਪਾਂ ਪਹਿਲਾਂ ਵੀ ਕਈ ਵਾਰੀ ਇਸ ਮੁੱਦੇ ਤੇ ਗੱਲ ਕਰ ਚੁੱਕੇ ਹਾਂ ਕਿ ਧਰਮ ਦੇ ਨਾਲ ਟੈਰਰਿਜ਼ਮ ਨੂੰ ਜੋੜਨਾ ਜ਼ਿਆਦਤੀ ਹੈ ਪੂਰੇ ਦੇ ਪੂਰੇ ਭਾਈਚਾਰੇ ਨਾਲ। ਮੈਂ ਸਮਝਦਾ ਜੇ ਸਿੱਖ ਟੈਰਰਿਸਟ ਵੀ ਸ਼ਬਦ ਵਰਤਿਆ ਜਾਵੇ ਉਹ ਵੀ ਗਲਤ ਹੈ। ਤੁਸੀਂ ਖਾਲਿਸਤਾਨੀ ਟੈਰਰਿਸਟ ਵਰਤ ਲਓ, ਮੈਨੂੰ ਇਹਦੇ ਤੇ ਕੋਈ ਇਤਰਾਜ਼ ਨਹੀਂ, ਕਿਉਂਕਿ ਖਾਲਿਸਤਾਨ ਇੱਕ ਲਹਿਰ ਦਾ ਨਾਮ ਆ ਤੇ ਉਸ ਲਹਿਰ ਦੇ ਵਿੱਚ ਸ਼ਾਮਲ ਲੋਕਾਂ ਨੂੰ ਤੁਸੀਂ ਟੈਰਰਿਸਟ ਕਹਿ ਸਕਦੇ ਹੋ, ਪਰ ਸਿੱਖ ਟੈਰਰਿਸਟ ਸ਼ਬਦ ਵਰਤਣਾ ਗਲਤ ਹੈ। ਜਦੋਂ ਤੁਸੀਂ ਸਿੱਖ ਤੋਂ ਵੀ ਉਸ ਲਹਿਰ ਨਾਲ ਜੁੜੇ ਹੋਏ ਸਾਰੇ ਲੋਕਾਂ ਨੂੰ ਵੀ ਉਸ ਲਹਿਰ ਵਿੱਚ ਜੁੜੇ ਹੋਏ ਸਾਰੇ ਲੋਕਾਂ ਨੂੰ ਤੁਸੀਂ ਜਿਹੜੇ ਹੈਗੇ ਟੈਰਰਿਸਟ ਨਹੀਂ ਕਹਿ ਸਕਦੇ। ਉਸ ਲਹਿਰ ਦੇ ਨਾਲ ਬਹੁਤ ਤਰੀਕੇ ਨਾਲ ਲੋਕ ਜੁੜੇ ਹੋਏ ਨੇ। ਮੈਂ ਕੁਲਵੀਰ ਜੀ ਇਹੀ ਕਹਿ ਰਿਹਾ ਕਿ ਵੇਖੋ, ਖਾਲਿਸਤਾਨ ਵਾਲੇ ਜਿਹੜੇ ਤੁਸੀਂ ਉਹਨਾਂ ਲਈ ਕੋਈ ਸ਼ਬਦ ਵਰਤਦੇ ਹੋ ਉਹਦੇ 'ਚ ਵੀ ਡਿਫਰੈਂਸ਼ੀਏਟ ਕਰਨਾ ਚਾਹੀਦਾ। ਕਿਹੜੇ ਸਿਰਫ ਸਿਧਾਂਤਕ ਤੌਰ ਤੇ ਖਾਲਿਸਤਾਨ ਦੀ ਗੱਲ ਕਰਦੇ ਆ, ਕਿਹੜੇ ਹਥਿਆਰਾਂ ਨਾਲ ਲੜ ਕੇ ਮੰਗਣ ਦੀ ਗੱਲ ਕਰਦੇ ਆ, ਕਿਹੜੇ ਕਿਸ ਟੋਨ ਦੇ ਵਿੱਚ ਮੰਗ ਕਰਦੇ ਨੇ, ਕਿਹੜੇ ਡੈਮੋਕ੍ਰੇਟਿਕ ਵੇ ਦੇ ਨਾਲ ਖਾਲਿਸਤਾਨ ਦੀ ਮੰਗ ਕਰਦੇ ਨੇ। ਫਰਕ ਤਾਂ ਉਹਨਾਂ ਦੇ ਵਿੱਚ ਬਹੁਤ ਹੋਣਾ ਚਾਹੀਦਾ, ਪਰ ਤੁਸੀਂ ਇੱਕ ਅੰਮ੍ਰਿਤਧਾਰੀ ਸ਼ਬਦ ਵਰਤ ਲਓ, ਇਹ ਬਿਲਕੁਲ ਹੀ ਸ਼ਰੇਆਮ ਜ਼ਿਆਦਤੀ ਆ। ਪਰ ਮੈਨੂੰ ਇੱਕ ਗੱਲ ਮੈਂ ਜ਼ਰੂਰ, ਤੁਸੀਂ 2-3 ਵਾਰ ਰਿਪੀਟ ਕੀਤੀ ਕਿ ਜਦੋਂ ਸਾਡੇ ਧਾਰਮਿਕ ਜਲੂਸ ਨਿਕਲਦੇ ਨੇ ਕੈਨੇਡਾ ਦੇ ਵਿੱਚ ਤਾਂ ਉਹਦੇ 'ਚ ਇਸ ਤਰ੍ਹਾਂ ਦੇ ਬੈਨਰ ਵੀ ਨਜ਼ਰ ਆਉਂਦੇ ਨੇ। ਮੇਰਾ ਖਿਆਲ ਹੈ ਸਿੱਖ ਭਾਈਚਾਰੇ ਨੂੰ ਇਸ ਗੱਲ ਬਾਰੇ ਸੁਚੇਤ ਹੋਣਾ ਚਾਹੀਦਾ ਕਿ ਜਿਹੜੇ ਧਾਰਮਿਕ ਸਮਾਗਮ ਨੇ ਉਹਨਾਂ ਨੂੰ ਇਹੋ ਜਿਹੇ ਲੋਕਾਂ ਦੇ ਕੋਲੋਂ ਜਿੰਨਾ ਵੀ ਹੋ ਸਕੇ ਆਜ਼ਾਦ ਕਰਵਾ ਕੇ ਰੱਖਣ, ਕਿਉਂਕਿ ਉਹਨਾਂ ਦੇ ਨਾਂ ਦੇ ਉੱਤੇ ਮੁੜ ਕੇ ਤੁਸੀਂ ਪੂਰੇ ਭਾਈਚਾਰੇ ਨੂੰ ਜੇ ਕੋਈ ਅਟੈਕ ਕਰਨ ਦੀ ਕੋਸ਼ਿਸ਼ ਕਰਦਾ, ਇਹ ਜ਼ਰੂਰ ਗੜਬੜ ਵਾਲੀ ਗੱਲ ਹੈ। ਮੈਂ ਇਹ ਨਹੀਂ ਕਹਿੰਦਾ ਕਿ ਕੈਨੇਡਾ ਦੇ ਵਿੱਚ ਖਾਲਿਸਤਾਨ ਮੰਗਣ ਵਾਲੇ ਲੋਕਾਂ ਦੀ ਗਿਣਤੀ ਨਹੀਂ, ਉਹ ਗਿਣਤੀ ਕਿੰਨੇ ਫੀਸਦੀ ਹੋਏਗੀ ਇਹ ਆਪਾਂ ਨਹੀਂ ਕਹਿ ਸਕਦੇ, ਪਰ ਉਹ ਜਦੋਂ ਆ ਕੇ ਕਬਜ਼ਾ ਕਰ ਲੈਂਦੇ ਧਾਰਮਿਕ ਸਮਾਗਮਾਂ ਦੇ ਉੱਤੇ ਆਪਣੇ ਬੈਨਰ ਲਾ ਕੇ, ਉਦੋਂ ਇੰਝ ਸ਼ੋਅ ਹੁੰਦਾ ਕਿ ਜਿਵੇਂ ਹਰ ਸਿੱਖ ਜਿਹੜਾ ਵਾ ਰਹਿ ਰਿਹਾ ਕੈਨੇਡਾ ਦੇ ਵਿੱਚ ਜਾਂ ਕਿਸੇ ਵੀ ਵਿਦੇਸ਼ ਦੇ ਵਿੱਚ ਵੀ ਸ਼ਾਇਦ ਉਹ ਇਹੀ ਮੰਗ ਕਰ ਰਿਹਾ। ਇਹ ਜਿਹੜੇ ਨਹੀਂ ਕਰ ਰਹੇ ਉਹਨਾਂ ਦੀ ਆਵਾਜ਼ ਕਲੀਅਰ ਹੋਣੀ ਚਾਹੀਦੀ ਹੈ।
ਮੈਂ ਇਹ ਵੀ ਨਹੀਂ ਕਹਿੰਦਾ ਕਿ ਇੱਕ ਪਾਸੇ ਏਦਾਂ ਦੇ ਬੈਨਰ ਲੱਗਣ ਕਿ ਅਸੀਂ ਖਾਲਿਸਤਾਨ ਨਹੀਂ ਚਾਹੁੰਦੇ, ਪਰ ਅਸੀਂ ਚਾਹੁੰਦੇ ਵਾਲੇ ਬੈਨਰਾਂ ਤੋਂ ਵੀ ਗੁਰੇਜ਼ ਜੇ ਹੋ ਸਕੇ ਜ਼ਰੂਰ ਕਰਨਾ ਚਾਹੀਦਾ। ਦਿਲਰਾਜ ਜੀ, ਤੁਹਾਨੂੰ ਕੀ ਲੱਗਦਾ ਕਿ ਜਿਹੜਾ ਅੰਮ੍ਰਿਤਧਾਰੀ ਸਿੰਘ ਲਫ਼ਜ਼ ਜਿਹੜਾ ਇਸ ਵਾਰੀ ਖਾਸ ਤੌਰ ਤੇ ਵਰਤਿਆ ਗਿਆ, ਇਹਦਾ ਕੀ ਕਾਰਨ ਹੋ ਸਕਦਾ? ਇਹਦੇ ਪਿੱਛੇ ਸਰਕਾਰ ਦਾ ਕੀ ਪ੍ਰੋਪੇਗੈਂਡਾ ਹੈ? ਵੀਰ ਜੀ, ਜੇ ਮੇਰੀ ਪਰਸਨਲ ਰਾਏ ਲਈ ਜਾਵੇ ਤਾਂ ਮੈਂ ਤਾਂ ਇਹ ਕਹਾਂਗਾ ਕਿ ਜੋ ਸੁਖਬੀਰ ਜੀ ਨੇ ਕਿਹਾ ਕਿ ਕਿਸੇ ਵੀ ਧਰਮ ਦੇ ਬੰਦੇ ਨਾਲ, ਕਿਸੇ ਵੀ ਧਰਮ ਨੂੰ ਟੈਰਰਿਸਟ ਨਾਲ ਜੋੜਨਾ ਉਹ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈਗਾ। ਚਾਹੇ ਉਹ ਮੁਸਲਿਮ ਹੋਵੇ, ਚਾਹੇ ਉਹ ਸਿੱਖ ਹੋਵੇ, ਚਾਹੇ ਅੰਮ੍ਰਿਤਧਾਰੀ ਸਿੱਖ ਹੋਵੇ, ਉਹ ਜੋੜਨਾ ਹੀ ਨਹੀਂ ਚਾਹੀਦਾ। ਜਿਹੜੇ ਟੈਰਰਿਸਟ ਹੁੰਦੇ ਆ ਜਾਂ ਅੱਤਵਾਦੀ ਹੁੰਦੇ ਜਾਂ ਆਪਾਂ ਖਾੜਕੂ ਕਹਿ ਦਿੰਦੇ ਆ, ਉਹਨੂੰ ਕਿਸੇ ਵੀ ਧਰਮ ਦੇ ਨਾਲ ਨਹੀਂ ਜੋੜਿਆ ਜਾ ਸਕਦਾ। ਜੇ ਕੋਈ ਖਾਲਿਸਤਾਨ ਦੀ ਮੰਗ ਕਰਦਾ ਵਾ, ਕੋਈ ਸ਼ਾਂਤੀਪੂਰਵਕ ਕਰਦਾ ਜਾਂ ਕੋਈ ਜਿੱਦਾਂ ਟੈਰਰਿਸਟ ਐਕਟੀਵਿਟੀਆਂ ਕਰਕੇ ਕਰਦਾ ਹੈਗਾ, ਉਹ ਦੋਨੋਂ ਅੱਡ-ਅੱਡ ਚੀਜ਼ਾਂ ਵਾ। ਆਪਾਂ ਜਿੱਦਾਂ ਸੁਖਬੀਰ ਜੀ ਨੇ ਕਿਹਾ ਕਿ ਖਾਲਿਸਤਾਨੀ ਟੈਰਰਿਸਟ ਕਹਿ ਦੋ, ਉਹ ਵੀ ਸਰਕਾਰ ਕਹਿ ਸਕਦੀ ਹੈ, ਪਰ ਆਮ ਬੰਦੇ ਨੂੰ ਉਹਦੇ ਤੇ ਵੀ ਸੋਚਣਾ ਪਏਗਾ ਕਿ ਕੀ ਕਹਿਣਾ ਵੀ ਚਾਹੀਦਾ ਵਾ ਕਿ ਨਹੀਂ ਕਹਿਣਾ ਚਾਹੀਦਾ। ਸਭ ਤੋਂ ਵੱਡਾ ਇਸ਼ੂ ਮੈਨੂੰ ਪੰਜਾਬ ਇੰਡੀਅਨ ਗਵਰਨਮੈਂਟ ਦਾ ਇਹ ਲੱਗਦਾ ਵਾ, ਇਹ ਸਾਰਾ ਜੋ ਉਹਨਾਂ ਨੇ ਕੈਨੇਡੀਅਨ ਗਵਰਨਮੈਂਟ ਨੂੰ ਅਲਰਟ ਕੀਤਾ ਕਿ ਉੱਥੇ ਟੈਰਰਿਸਟ ਕੈਂਪ ਚੱਲਦੇ ਆ, ਇਸ ਗੱਲ 'ਚ ਤਾਂ ਮੈਂ ਵੀ ਕੁਲਵੀਰ ਜੀ ਤੁਹਾਡੇ ਨਾਲ ਜਾਂ ਹਰਪ੍ਰੀਤ ਜੀ ਦੀ ਕਾਲ ਆਈ ਸੀ, ਉਹਨਾਂ ਨਾਲ ਐਗਰੀਡ ਆ ਕਿ ਟੈਰਰਿਸਟ ਕੈਂਪ ਕੈਨੇਡਾ ਵਿੱਚ ਚੱਲਣੇ ਮੈਨੂੰ ਆਪਣੇ ਆਪ ਵਿੱਚ ਇੱਕ ਬੜਾ ਵੱਡਾ ਉਹਦੇ ਤੇ ਕੁਐਸਚਨ ਮਾਰਕ ਲੱਗਦਾ ਹੈਗਾ। ਹਾਂ ਜੀ, ਇਹ ਕਿਹਾ ਜਾਂਦਾ ਕਿ ਉੱਥੋਂ ਸਪੋਰਟ ਹੁੰਦੀ ਹੈ, ਪਾਕਿਸਤਾਨ ਵਿੱਚ ਚੱਲਦੇ ਆ ਜੋ ਹਜੇ ਤੱਕ ਇੰਡੀਅਨ ਗਵਰਨਮੈਂਟ ਕਹਿੰਦੀ ਹੁੰਦੀ ਸੀਗੀ, ਤੇ ਉਹਦੇ ਵਿੱਚ ਕੁਛ ਸੱਚਾਈ ਵੀ ਮਾੜੀ ਮੋਟੀ ਝਲਕ ਆਉਂਦੀ ਸੀਗੀ, ਕਿਉਂਕਿ ਪਾਕਿਸਤਾਨ ਵਿੱਚ ਕਈ ਟੈਰਰਿਸਟ ਕੈਂਪ ਹਜੇ ਵੀ ਚੱਲਦੇ ਹੈਗੇ ਆ, ਪੂਰੀ ਦੁਨੀਆ ਉਹਦੀ ਗਵਾਹ ਵਾ। ਪਰ ਜੇ ਆਪਾਂ ਕਹੀਏ ਕੈਨੇਡਾ ਵਿੱਚ ਚੱਲਦਾ, ਉਹਦਾ ਮਕਸਦ ਇਹੀ ਹੋ ਸਕਦਾ ਕਿ ਜੋ ਉੱਥੇ ਦੇ ਪ੍ਰਧਾਨ ਮੰਤਰੀ ਸਿੱਖਾਂ ਦੇ ਨਾਲ ਜਿੰਨਾ ਕੁ ਅੱਜ ਕੱਲ੍ਹ ਪਿਆਰ ਵਧਾਉਂਦੇ ਪਏ ਹੈ, ਪਾਰਲੀਮੈਂਟ ਵਿੱਚ ਗੁਰੂ ਅਖੰਡ ਪਾਠ ਸਾਹਿਬ ਕਰਵਾਇਆ ਜਾਂਦਾ ਹੈਗਾ, ਕਈ ਸਿੱਖ ਵੱਡੇ ਜਿਹੜੇ ਲੀਡਰਸ ਹੈਗੇ ਆ ਉਹਨਾਂ ਨੂੰ ਕੈਬਨਿਟ ਵਿੱਚ ਜਗ੍ਹਾ ਦਿੱਤੀ ਜਾਂਦੀ ਹੈਗੀ ਹੈ, ਕਾਮਾਗਾਟਾ ਮਾਰੂ ਵਰਗੇ ਇੰਸੀਡੈਂਟ ਤੇ ਮਾਫੀ ਮੰਗੀ ਜਾਂਦੀ ਹੈਗੀ ਹੈ। ਮੈਂ ਸਮਝਦਾ ਇੱਕ ਉਹ ਗਵਰਨਮੈਂਟ ਨੂੰ ਥੋੜਾ ਜਿਹਾ ਥੱਲੇ ਲਾਉਣ ਕਰਕੇ ਹੋ ਸਕਦਾ, ਬਾਕੀ ਤਾਂ ਇਹਦੇ ਵਿੱਚ ਕੋਈ ਜ਼ਿਆਦਾ ਗੱਲ ਨਹੀਂ ਲੱਗਦੀ ਕੋਈ। ਸਾਡੇ ਨਾਲ ਕਾਲ ਦੇ ਉੱਪਰ ਸੰਦੀਪ ਸਿੰਘ ਜੀ ਜੁੜ ਚੁੱਕੇ ਨੇ, ਜੋ ਕਿ NDP ਬਰੈਂਪਟਨ ਨਾਰਥ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ। ਸੰਦੀਪ ਜੀ, ਤੁਹਾਡਾ ਭਗਤੀਆਂ ਖਬਰਾਂ ਵਿੱਚ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਸੰਦੀਪ ਜੀ, ਆ ਜਿਹੜੀ ਖਬਰ ਆਈ ਆ ਇੰਡੀਅਨ ਗਵਰਨਮੈਂਟ ਵੱਲੋਂ ਕੈਨੇਡੀਅਨ ਗਵਰਨਮੈਂਟ ਨੂੰ ਅਲਰਟ ਜਾਰੀ ਕੀਤਾ ਗਿਆ, ਪਹਿਲਾਂ ਤਾਂ ਮੈਂ ਇਹਦੇ ਉੱਪਰ ਤੁਹਾਡੇ ਵਿਚਾਰ ਚਾਹਾਂਗਾ ਕਿ ਤੁਸੀਂ ਇਸ ਜਿਹੜੀ ਇੰਡੀਅਨ ਗਵਰਨਮੈਂਟ ਦੀ ਇਸ ਅਲਰਟ ਨੂੰ ਕਿਸ ਸੰਦਰਭ ਵਿੱਚ ਦੇਖਦੇ ਹੋ? ਪਹਿਲੀ ਗੱਲ ਤਾਂ ਜੀ ਇੰਡੀਅਨ ਗਵਰਨਮੈਂਟ ਦਾ ਕੈਨੇਡੀਅਨ ਇਸ਼ੂ ਦੇ ਉੱਤੇ ਬੋਲਣਾ ਹੀ ਅਸੀਂ ਕਹਿੰਦਾ ਮੈਂ ਕਿਸੇ ਵੀ ਇੰਡੀਆ ਕੀ ਕਿਸੇ ਵੀ ਦੇਸ਼ ਨੂੰ ਇਸ ਦੀ ਇਜਾਜ਼ਤ ਨਹੀਂ ਦਿੰਦੇ ਆ ਕਿ ਉਹ ਸਾਡੇ ਦੇਸ਼ ਦੇ ਉੱਤੇ ਕਿਸੇ ਵੀ ਤਰੀਕਾ ਦੀ ਟਿੱਪਣੀ ਕਰੇ। ਦੂਸਰੀ ਜਿਹੜੀ ਇਸ ਨਾਲ ਮਿਲਦਾ ਹੋਇਆ ਇਸ਼ੂ ਆ ਉਹ ਹੈਗਾ ਕਿ ਇਸ ਦੇ ਉੱਤੇ ਲਿਬਰਲਸ ਦਾ ਕੀ ਸੰਦੀਪ ਜੀ, ਆਪਾਂ ਗੱਲ ਕਰਾਂਗੇ ਉਹਦੇ ਤੇ, ਪਰ ਪਹਿਲਾਂ ਭਾਰਤ ਦਾ ਕੀ ਮਨਸ਼ਾ ਹੋ ਸਕਦੀ ਆ? ਕਿਉਂਕਿ ਉਹਨਾਂ ਨੇ ਦੋ ਤਿੰਨ ਚੀਜ਼ਾਂ ਖਾਸ ਕੀਤੀਆਂ। ਇੱਕ ਤੇ ਉਹਨਾਂ ਨੇ ਖਾਸ ਸਰੀ ਦਾ ਨਾਮ ਲਿਆ, ਹਰਦੀਪ ਨਿੱਜਰ ਦਾ ਨਾਮ ਲਿਆ, ਉੱਥੇ ਜਿਹੜਾ ਸ਼ਹਿਰ ਮਿਸ਼ਨ ਹੈਗਾ ਉਹਦਾ ਨਾਮ ਲਿਆ। ਉਸ ਤੋਂ ਬਾਅਦ ਉਹਨਾਂ ਨੇ ਖਾਸ ਵਰਡ ਯੂਜ਼ ਕੀਤਾ ਕਿ ਅੰਮ੍ਰਿਤਧਾਰੀ ਸਿੰਘ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਸ ਵਾਰੀ ਕੁਛ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਜਿਹੜੀਆਂ ਉਹਦੇ ਵਿੱਚ ਜਿਹੜੀਆਂ ਲਿਖੀਆਂ ਗਈਆਂ ਉਸ ਰਿਪੋਰਟ ਦੇ ਵਿੱਚ, ਇਹਦੇ ਪਿੱਛੇ ਤੁਹਾਨੂੰ ਕੀ ਲੱਗਦਾ ਭਾਰਤ ਸਰਕਾਰ ਤੇ ਪੰਜਾਬ ਸਰਕਾਰ, ਪੰਜਾਬ ਪੁਲਿਸ ਦਾ ਕੀ ਮੰਤਵ ਹੋ ਸਕਦਾ? ਦੇਖੋ ਜੀ, ਇਸ ਬਾਰੇ ਤਾਂ ਪੰਜਾਬ ਸਰਕਾਰ ਤੇ ਹਿੰਦੁਸਤਾਨ ਸਰਕਾਰ ਜ਼ਿਆਦਾ ਬੈਟਰ ਦੱਸ ਸਕਦੀ ਹੈਗੀ ਹੈ, ਪਰ ਜਿੱਥੇ ਤੱਕ ਮੈਨੂੰ ਲੱਗਦਾ ਹੈਗਾ ਕਿ ਅਗਰ ਤਾਂ ਗੱਲ ਸੱਚੀ ਹੈਗੀ ਆ ਫਿਰ ਇਹਦੇ ਉੱਤੇ ਕਿ ਨਾਮ ਹੈ ਕੈਨੇਡਾ ਦੀ ਸਿਕਿਉਰਿਟੀ ਏਜੰਸੀਜ਼ ਨੂੰ ਬੋਲਣਾ ਬਣਦਾ ਆ, ਤੇ ਅਗਰ ਇਹ ਗੱਲ ਝੂਠੀ ਹੈਗੀ ਆ ਫਿਰ ਮੈਂ ਮਹਿਸੂਸ ਕਰਦਾ ਕਿ ਹਿੰਦੁਸਤਾਨ ਪਿਛਲੇ ਲੰਬੇ ਸਮੇਂ ਦੇ ਉੱਤੋਂ ਕਦੀ ਇੰਗਲੈਂਡ ਦੇ ਵਿੱਚ ਇਹੋ ਜਿਹੀਆਂ ਉਂਗਲਾਂ ਚੱਕ ਰਿਹਾ ਕਿ ਉੱਥੇ ਕੈਂਪ ਚੱਲਦੇ ਤੇ ਇੱਥੇ ਤੱਕ ਇਹ ਵੀ ਕਹਿੰਦੇ ਕਿ ਪਾਕਿਸਤਾਨ 'ਚ ਕੈਂਪ ਚੱਲਦੇ ਹੈਗੇ ਆ। ਪਰ ਅਗਰ ਇਹ ਗੱਲਾਂ ਝੂਠੀਆਂ ਸਾਬਤ ਹੁੰਦੀਆਂ ਨੇ ਤੇ ਫਿਰ ਇਹ ਗੱਲ ਸਿੱਧ ਹੋਵੇਗੀ ਕਿ ਹਿੰਦੁਸਤਾਨ ਸਿਰਫ ਤੇ ਸਿਰਫ ਬਾਕੀ ਦੇਸ਼ਾਂ ਨੂੰ ਬਦਨਾਮ ਕਰਨ ਵਾਸਤੇ ਉੱਥੇ ਕੈਂਪਸ ਲਾਉਣ ਦੀਆਂ ਗੱਲਾਂ ਕਰਦਾ ਹੈਗਾ ਆ। ਮੈਂ ਜਿਹੜੇ ਇਸ਼ੂ ਦੇ ਉੱਤੇ ਗੱਲ ਕਰਨਾ ਚਾਹ ਰਿਹਾ, ਜਿਹੜਾ ਮੈਨੂੰ ਲੱਗਦਾ ਇੱਕ ਜ਼ਿਆਦਾ ਵੱਡਾ ਇਸ਼ੂ ਬਣਦਾ ਆ, ਉਹ ਇਸ਼ੂ ਇਹ ਹੈਗਾ ਆ ਕਿ ਅੱਜ ਦੀ ਡੇਟ ਦੇ ਉੱਤੇ ਜਦੋਂ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ 30 ਦਸਤਾਰਧਾਰੀ ਤੇ 30 ਬੈਪਟਾਈਜ਼ਡ ਸਿੱਖ ਅੰਮ੍ਰਿਤਧਾਰੀ ਸਿੱਖ ਮਿਨਿਸਟਰ ਹੈਗੇ ਨੇ, ਅੱਜ ਉਹਨਾਂ ਨੂੰ ਕਿਉਂ ਸੱਪ ਸੁੰਘਿਆ ਆ? ਮੇਰਾ ਸਵਾਲ ਲਿਬਰਲ ਸਰਕਾਰ ਦੇ ਉੱਤੇ ਆ ਕਿ ਅਗਰ ਤਾਂ ਇਹੋ ਜਿਹੇ ਕੈਂਪ ਚੱਲਦੇ ਪਏ ਆ ਤੇ ਤੁਹਾਡੀਆਂ ਸਿਕਿਉਰਿਟੀ ਏਜੰਸੀਜ਼ ਕੀ ਕਰਦੀਆਂ ਪਈਆਂ ਨੇ? ਤੇ ਅਗਰ ਇਹੋ ਜਿਹੇ ਕੈਂਪਸ ਨਹੀਂ ਚੱਲਦੇ ਪਏ ਤੇ ਤੁਸੀਂ ਕਿਸੇ ਵੀ ਦੇਸ਼ ਨੂੰ ਇਜਾਜ਼ਤ ਕਿਵੇਂ ਦੇ ਸਕਦੇ ਹੋ ਕਿ ਉਹ ਤੁਹਾਡੇ ਦੇਸ਼ ਨੂੰ ਟੈਰਰਿਜ਼ਮ ਦਾ ਜੋੜੇ ਤੇ ਤੁਹਾਡੇ ਦੇਸ਼ ਨੂੰ ਬਦਨਾਮ ਕਰੇ? ਸੋ ਇਸ ਦੇ ਉੱਤੇ ਮੈਂ ਸਮਝਦਾ ਕਿ ਨਵਦੀਪ ਬੈਂਸ ਜੋ ਆਪ ਇੱਕ ਵੈਬਸਾਈਟ ਸਿੱਖ ਆ, ਸੱਜਣ ਜੀ ਜਿਹੜੇ ਡਿਫੈਂਸ ਮਿਨਿਸਟਰ ਨੇ ਜਾਂ ਜਿਹੜੇ ਇਹਨਾਂ ਦੇ ਬਾਕੀ ਮਿਨਿਸਟਰ ਜਾਂ ਜਿਹੜੇ MPs ਨੇ, ਅੱਜ ਉਹਨਾਂ ਦੇ ਉੱਤੇ ਵੀ ਸਵਾਲ ਖੜਾ ਹੁੰਦਾ ਕਿ ਉਹ ਇਹਨਾਂ ਚੀਜ਼ਾਂ ਦੇ ਉੱਤੇ ਆਪਣਾ ਸਟੈਂਡ ਕਲੀਅਰ ਕਰਨ
ਜਿਵੇਂ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਕਿ ਇਹ ਮਿਨਿਸਟਰ ਪਾਰਲੀਮੈਂਟ 'ਚ ਜਾ ਕੇ ਚੁੱਪ ਕਰਕੇ ਬਹਿ ਜਾਂਦੇ ਨੇ, ਤੇ ਜਿਹੜੇ ਕਮਿਊਨਿਟੀ ਇਸ਼ੂਜ਼ ਨੇ ਉਹਨਾਂ ਨੂੰ ਹਾਈਲਾਈਟ ਕਰਨ ਦੀ ਬਜਾਏ ਉੱਥੇ ਜਿਵੇਂ ਸੱਪ ਸੁੰਘਿਆ ਹੁੰਦਾ ਉਸ ਤਰੀਕੇ ਦੇ ਨਾਲ ਆਪਣੀ ਪ੍ਰੈਜ਼ੈਂਸ ਸ਼ੋ ਕਰਦੇ ਨੇ। ਅਗਰ ਇਸ ਤਰੀਕੇ ਨਾਲ ਹੀ ਚੱਲਦਾ ਰਿਹਾ ਤੇ ਕਮਿਊਨਿਟੀ ਦੇ ਵਿੱਚ ਇਹਨਾਂ ਲੋਕਾਂ ਦਾ ਜਿਹੜਾ ਆਧਾਰ ਆ ਉਹ ਖਤਮ ਹੋਵੇਗਾ। ਹੋਰ ਸਭ ਤੋਂ ਵੱਡਾ ਇਸ਼ੂ ਇਹਦੇ ਨਾਲ ਜਿਹੜਾ ਬਣਦਾ ਆ ਕਿ ਤੁਸੀਂ ਅਗਰ ਇੱਕ ਕਮਿਊਨਿਟੀ ਦੀ ਗੱਲ ਨੂੰ ਹੁੰਦੀ ਤੇ ਸ਼ਾਇਦ ਅਸੀਂ ਇਹਨੂੰ ਸ਼ਾਇਦ ਕਹਿ ਸਕਦੇ ਸੀ ਕਿ ਸਿਰਫ ਇੱਕ ਕਮਿਊਨਿਟੀ ਦੇ ਨਾਲ ਲੈਣਾ ਦੇਣਾ ਹੈ ਇਹਦਾ, ਪਰ ਮੈਂ ਸਮਝਦਾ ਕਿ ਜਿਹੜਾ ਮੁੱਦਾ ਹਿੰਦੁਸਤਾਨ ਸਰਕਾਰ ਨੇ ਚੱਕਿਆ ਆ ਉਹ ਪੂਰਾ ਦਾ ਪੂਰਾ ਕੈਨੇਡੀਅਨ ਲੋਕਾਂ ਦੇ ਉੱਤੇ ਆਉਂਦਾ ਹੈ, ਕੈਨੇਡਾ 'ਚ ਵੱਸਦੇ ਹੋਏ ਲੋਕਾਂ ਦੇ ਉੱਤੇ ਆਉਂਦਾ ਆ। ਇੱਕ ਤਰੀਕੇ ਦੇ ਨਾਲ ਇਹ ਗੱਲ ਕਹਿਣੀ ਬਣਦੀ ਹੈ ਉਹਨਾਂ ਦੀ ਕਿ ਕੈਨੇਡਾ ਜਿਹੜਾ ਹੈ ਉਹ ਟੈਰਰਿਜ਼ਮ ਨੂੰ ਪ੍ਰਮੋਟ ਕਰਦਾ ਪਿਆ, ਕਿਉਂਕਿ ਅਗਰ ਉਹਨੂੰ ਡਿਫੈਂਡ ਕਰਦਾ ਪਿਆ ਤਾਂ ਪ੍ਰਮੋਟ ਕਰਦਾ ਪਿਆ ਆ। ਸੋ ਕੈਨੇਡਾ ਦੀ ਮੌਜੂਦਾ ਸਰਕਾਰ ਨੂੰ ਆਪਣਾ ਪੱਖ ਕਲੀਅਰ ਕਰਨ ਦੀ ਲੋੜ ਆ ਕਿ ਉਹ ਕੀ ਕੈਨੇਡਾ ਦੇ ਅੰਦਰ ਇਹੋ ਜਿਹੇ ਕੋਈ ਗਤੀਵਿਧੀਆਂ ਚੱਲ ਰਹੀਆਂ ਨੇ। ਮੇਰੇ ਹਿਸਾਬ ਨਾਲ ਨਹੀਂ ਚੱਲ ਰਹੀਆਂ ਨੇ, ਪਰ ਅਗਰ ਚੱਲ ਰਹੀਆਂ ਨੇ ਤੇ ਫਿਰ ਅੱਜ ਤੱਕ ਐਕਸ਼ਨ ਕਿਉਂ ਨਹੀਂ ਲਿੱਤੇ ਗਏ? ਔਰ ਅਗਰ ਨਹੀਂ ਚੱਲ ਰਹੀਆਂ ਨੇ ਤੇ ਮਿਨਿਸਟਰਸ ਨੂੰ ਤੇ ਕੈਨੇਡਾ ਦੀ ਸਰਕਾਰ ਨੂੰ, ਜਸਟਿਨ ਟਰੂਡੋ ਦੀ ਸਰਕਾਰ ਨੂੰ ਇਸ ਦੇ ਉੱਤੇ ਆਪਣਾ ਪੱਖ ਕਲੀਅਰ ਕਰਕੇ ਤੇ ਹਿੰਦੁਸਤਾਨ ਨੂੰ ਬਹੁਤ ਕਲੀਅਰਿਟੀ ਦੇ ਨਾਲ ਇਹ ਦੱਸਣਾ ਚਾਹੀਦਾ ਆ ਕਿ ਇਹ ਕੋਈ ਕਸ਼ਮੀਰ ਜਾਂ ਗੁਜਰਾਤ ਜਾਂ ਦਿੱਲੀ ਨਹੀਂ ਹੈਗਾ ਜਿੱਥੇ ਤੁਸੀਂ ਹਿਊਮਨ ਰਾਈਟਸ ਵਾਇਲੇਸ਼ਨਸ ਕਰੋਗੇ, ਜਾਂ ਜਿੱਥੇ ਤੁਸੀਂ ਪਿਛਲੇ ਅੱਜ ਤੋਂ 4-5 ਦਿਨ ਪਹਿਲਾਂ ਹੀ ਮੈਂ ਇੱਕ ਖਬਰ ਪੜ੍ਹ ਰਿਹਾ ਸੀ ਪੰਜਾਬ ਦੀ, ਜਿਸ ਵਿੱਚ 2007 ਦੇ ਅੰਦਰ ਇਹਨਾਂ ਨੇ ਕਿਸੇ ਬੰਦੇ ਦੇ ਉੱਤੇ ਝੂਠਾ ਕੇਸ ਪਾਇਆ ਤੇ ਉਹ ਬਾਇਜ਼ਤ ਬਰੀ ਹੋਏ ਹੋਣ। ਸੋ ਇਹ ਕੋਈ ਇਹੋ ਜਿਹਾ ਦੇਸ਼ ਨਹੀਂ ਹੈਗਾ ਜਿੱਥੇ ਤੁਸੀਂ ਝੂਠੇ ਇਲਜ਼ਾਮ ਲਾ ਕੇ ਤੁਸੀਂ ਲੋਕਾਂ ਨੂੰ ਜੇਲ੍ਹਾਂ 'ਚ ਬੰਦ ਕਰ ਸਕਦੇ ਹੋ। ਇੱਥੇ ਸੱਚ ਦੀ ਗੱਲ ਹੁੰਦੀ ਹੈ, ਇੱਥੇ ਹਿਊਮਨ ਰਾਈਟਸ ਵਾਇਲੇਸ਼ਨ ਹਮੇਸ਼ਾ ਆਵਾਜ਼ਾਂ ਉੱਠੀਆਂ ਨੇ ਤੇ ਅਸੀਂ ਕਦੀ ਵੀ ਇਸ ਦੇਸ਼ ਨੂੰ ਇਹੋ ਜਿਹੇ ਇਸ਼ੂਜ਼ ਦੇ ਨਾਲ ਨਹੀਂ ਜੋੜਨਾ ਚਾਹੁੰਦੇ ਹੈਗੇ। ਤੇ ਇਹਨਾਂ ਨੂੰ ਚਾਹੀਦਾ ਆ, ਜਸਟਿਸ ਟਰੂਡੋ ਨੂੰ ਮੈਂ ਬਾਰ-ਬਾਰ ਕਹਿ ਰਿਹਾ ਕਿ ਜਸਟਿਸ ਟਰੂਡੋ ਦੀ ਸਰਕਾਰ ਨੂੰ ਚਾਹੀਦਾ ਆ ਕਿ ਉਹ ਇਸ ਪੱਖ ਦੇ ਉੱਤੇ ਆਪਣੀ ਕਲੈਰਿਟੀ ਰੱਖਣ। ਇਸ ਦੇ ਉੱਤੇ ਦੋਗਲਾ ਅਗਰ ਉਹ ਨਹੀਂ ਬੋਲਦੇ ਹੈਗੇ ਤੇ ਇਸ ਦੋਗਲਾ ਉਹਨਾਂ ਦਾ ਸਾਹਮਣੇ ਆਊਗਾ ਤੇ ਇਸ ਦੇ ਵਿੱਚ ਉਹ ਕਮਿਊਨਿਟੀ ਲੀਡਰਸ ਖਾਸ ਤੌਰ ਤੇ ਨਵਦੀਪ ਸਿੰਘ ਬੈਂਸ ਦੇ ਉੱਤੇ ਜ਼ਰੂਰ ਉਂਗਲਾਂ ਉੱਠਣਗੀਆਂ, ਕਿਉਂਕਿ ਉਹ ਆਪ ਇੱਕ ਬੈਪਟਾਈਜ਼ ਸਿੱਖ ਨੇ। ਸੰਦੀਪ ਜੀ, ਤੁਸੀਂ ਐਨਡੀਪੀ ਨਾਲ ਜੁੜੇ ਹੋਏ ਹੋ, ਬਰੈਂਪਟਨ ਨਾਰਥ ਤੋਂ ਐਸੋਸੀਏਸ਼ਨ ਪ੍ਰੈਜ਼ੀਡੈਂਟ ਬਣੇ ਹੋ, ਤੁਹਾਡਾ ਐਨਡੀਪੀ ਵੱਲੋਂ ਜਿਹੜਾ ਹੈਗਾ ਇਸ ਮੁੱਦੇ ਨੂੰ ਲੈ ਕੇ ਜਿਹੜਾ ਹੈਗਾ ਉਹ ਕੀ ਰਾਏ ਹੈਗੀ ਹੈ, ਜਾਂ ਐਨਡੀਪੀ ਇਸ ਮੁੱਦੇ ਨੂੰ ਲੈ ਕੇ ਕੈਨੇਡੀਅਨ ਗਵਰਨਮੈਂਟ ਤੱਕ ਕਿੱਦਾਂ ਪਹੁੰਚ ਕਰਨ ਦੀ ਕੋਸ਼ਿਸ਼ ਕਰੂਗੀ ਜਾਂ ਨਹੀਂ ਕਰੂਗੀ? ਦੇਖੋ ਜੀ ਅਗਰ ਤੁਹਾਨੂੰ ਪਤਾ ਹੀ ਹੈ ਕਿ ਐਨਡੀਪੀ ਜਿਹੜੀ ਆ ਉਹ ਫੈਡਰਲ ਸਟਰਕਚਰ ਦੇ ਵਿੱਚ ਐਗਜ਼ਿਸਟ ਨਹੀਂ ਕਰ ਰਹੀ ਹੈਗੀ। ਸਾਡੀ ਕੋਈ ਬਹੁਤ ਜ਼ਿਆਦੀਆਂ ਸੀਟਸ ਨਹੀਂ ਹੈਗੀਆਂ। ਅਗਰ ਅਸੀਂ ਉੱਥੇ ਸਰਕਾਰ ਦੇ ਵਿੱਚ ਹੁੰਦੇ ਤੇ ਅਸੀਂ ਜ਼ਰੂਰ ਇਹਦੇ ਉੱਤੇ ਐਕਸ਼ਨ ਲੈਂਦੇ। ਤੁਸੀਂ ਅਗਰ ਪਿਛਲੇ ਸਮੇਂ 'ਚ ਦੇਖਿਆ, ਉਦਾਹਰਨ ਦੇ ਤੌਰ ਤੇ ਗੱਲ ਕਰਨ ਲੱਗਿਆ ਆ ਕਿ ਐਨਡੀਪੀ ਦੀ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਵਿੱਚ ਜਗਮੀਤ ਸਿੰਘ ਹੋਣਾ ਨੇ ਬਹੁਤ ਕਲੈਰਿਟੀ ਦੇ ਨਾਲ ਹੈਲਮਟ ਵਾਲੇ ਮਸਲੇ ਦੇ ਉੱਤੇ ਆਪਣਾ ਸਟੈਂਡ ਕਲੀਅਰ ਕੀਤਾ। ਲਿਬਰਲਸ ਨੇ ਉਹਦੇ ਉੱਤੇ ਵੀ ਕੱਲ ਪਰਸੋਂ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ, ਪਾਰਲੀਮੈਂਟ ਦੇ ਵਿੱਚ ਅਪੋਜ਼ ਕਰਦੇ ਰਹਿੰਦੇ ਨੇ। ਤੇ ਜਿਹੜੇ ਇਹਨਾਂ ਦੇ ਐਮਪੀਪੀ ਮੱਲੀ ਜੀ ਨੇ, ਉਹਨਾਂ ਨੇ ਕੱਲ ਪਰਸੋਂ ਇੱਕ ਇਵੈਂਟ 'ਚ ਜਾ ਕੇ ਸ਼ੋਅ ਕੀਤਾ ਕਿ ਮੈਂ ਹੈਲਮਟ ਵਾਲੇ ਇਸ਼ੂ ਦੇ ਉੱਤੇ ਸਿੱਖਾਂ ਦੇ ਨਾਲ ਖੜੀ ਹਾਂ ਤੇ ਸਪੋਰਟ ਕਰਦੀ ਹੈਗੀ ਹਾਂ। ਸੋ ਇਹ ਦੋਗਲਾਪਨ ਇਸ ਲਈ ਹੈ ਕਿ ਪਾਰਲੀਮੈਂਟ 'ਚ ਤੁਸੀਂ ਕੁਛ ਬੋਲੇ ਨਹੀਂ, ਬਾਹਰ ਆ ਕੇ ਅਗਰ ਤੁਸੀਂ ਸਾਡੇ ਨਾਲ ਹਮਦਰਦੀ ਸ਼ੋਅ ਕਰਦੇ ਹੋ ਜਾਂ ਸਾਡੇ ਨਾਲ ਖੜ ਕੇ ਇਹ ਸ਼ੋਅ ਕਰਦੇ ਹੋ ਕਿ ਕਮਿਊਨਿਟੀ ਦੇ ਨਾਲ ਤੁਸੀਂ ਖੜੇ ਹੋ, ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਲੋਕਾਂ ਨੂੰ ਬੇਵਕੂਫ ਨਹੀਂ ਬਣਾ ਸਕਦੇ, ਤੁਸੀਂ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਨਹੀਂ ਖੇਡ ਸਕਦੇ ਹੈਗੇ। ਤੇ ਇਹ ਲੋਕ ਜਿਹੜੇ ਲੀਡਰਸ ਨੇ ਜਿਨ੍ਹਾਂ ਨੂੰ ਅਸੀਂ ਬਣਾਇਆ ਆ, ਭਾਵੇਂ ਲਿਬਰਲਸ ਦੇ ਹੋਣ ਭਾਵੇਂ ਕੰਜ਼ਰਵੇਟਿਵ ਦੇ ਹੋਣ, ਤਾਂ ਕੱਲ ਨੂੰ ਅਗਰ ਐਨਡੀਪੀ ਵੀ ਇਹਨਾਂ ਦੇ ਵਿੱਚ ਇਹੋ ਜਿਹੇ ਕੰਮ ਕਰਦੀ ਹੈਗੀ ਤੇ ਐਨਡੀਪੀ ਵੀ ਉਹਦੇ ਲਈ ਜਵਾਬਦੇਹੀ ਬਣਦੀ ਹੈਗੀ ਆ। ਪਰ ਅੱਜ ਦੇ ਸਮੇਂ ਦੇ ਵਿੱਚ ਅਸੀਂ ਐਜ਼ ਏ ਹਿਊਮਨ ਰਾਈਟਸ ਫਾਈਟਰ ਜਾਂ ਕੈਨੇਡਾ ਦੇ ਉੱਤੇ ਕੋਈ ਵੀ ਸੰਕਟ ਆਵੇ, ਕੈਨੇਡਾ ਦੇ ਉੱਤੇ ਕੋਈ ਵੀ ਗੱਲ ਆਵੇ, ਉਹਦੇ ਵਿੱਚ ਜੋ ਰੋਲ ਅਸੀਂ ਨਿਭਾ ਸਕਦੇ ਹੋਏ ਅਸੀਂ ਜ਼ਰੂਰ ਨਿਭਾਵਾਂਗੇ। ਮੇਨ ਜਿਹੜਾ ਸਵਾਲ ਆ, ਉਹ ਸਵਾਲ ਦਾ ਜਵਾਬ ਜਿਹੜਾ ਲਿਬਰਟੀ ਦੇ ਸਕਦੀ ਹੈ, ਉਹ ਸਾਡੇ ਹੱਥ ਵੱਸ ਹੈ ਨਹੀਂ ਕਿ ਅਸੀਂ ਉਹਦਾ ਜਵਾਬ ਦੇ ਸਕੀਏ। ਪਰ ਸੰਦੀਪ ਜੀ, ਮੈਂ ਚਾਹਾਂਗਾ ਕਿ ਤੁਸੀਂ ਜਲਦੀ ਕੰਪਲੀਟ ਕਰੋ। ਮੇਰਾ ਲਾਸਟ ਤੁਹਾਡੇ ਨਾਲ ਗੱਲਬਾਤ ਹੈਗੀ ਆ। ਤੁਹਾਡੀ ਗੱਲਬਾਤ ਤੋਂ ਇਸ ਤਰ੍ਹਾਂ ਲੱਗ ਰਿਹਾ ਕਿ ਤੁਸੀਂ ਵੀ ਇਸ ਮੁੱਦੇ ਦੇ ਉੱਪਰ ਜਿਹੜੀ ਹੈਗੀ ਆ ਉਹ ਪੋਲੀਟੀਕਲੀ ਜਿਹੜੀ ਬਿਆਨ ਦੇ ਰਹੇ ਹੋ, ਤੁਸੀਂ ਪੋਲੀਟਿਕਸ ਦੀ ਗੱਲ ਕਰ ਰਹੇ ਹੋ। ਤੁਸੀਂ ਬੀਇੰਗ ਏ ਸਿੱਖ ਤੇ ਐਨਡੀਪੀ ਦਾ ਜਿੱਦਾਂ ਤੁਸੀਂ ਜਗਮੀਤ ਜੀ ਦੀ ਗੱਲ ਕਰਦੇ ਹੋ, ਤੇ ਤੁਸੀਂ ਵੀ ਆਪਣਾ ਹੁਣੇ ਹੀ ਕੀ ਸਟੈਂਡ ਸਪਸ਼ਟ ਕਰ ਸਕਦੇ ਹੋ ਕਿ ਤੁਸੀਂ ਇਹਦੇ ਉੱਪਰ ਕੀ ਐਕਸ਼ਨ ਲੈਣ ਜਾ ਰਹੇ ਹੋ, ਜਾਂ ਤੁਸੀਂ ਇਹਦੇ ਉੱਪਰ ਕੀ ਗੱਲਬਾਤ ਕਰਨ ਜਾ ਰਹੇ ਹੋ ਐਨਡੀਪੀ ਵੱਲੋਂ?
ਤੇ ਮਾਫੀ ਚਾਹਨਾ ਸੰਦੀਪ ਜੀ, ਮੈਂ ਵੀ ਕੱਟ ਰਿਹਾ ਵਾਂ। ਮੈਂ ਵੀ ਉਹੀ ਬਿਆਨ ਦੇਣ ਲੱਗਾ ਸੀ ਜੋ ਕੁਲਵੀਰ ਜੀ ਨੇ ਤੁਹਾਨੂੰ ਕੁਐਸਚਨ ਪੁੱਛਿਆ ਕਿ ਬਿਲਕੁਲ ਅੱਜ ਜੋ ਤੁਹਾਡਾ ਬਿਆਨ ਲੱਗ ਰਿਹਾ ਉਹ ਜਦੋਂ ਤੋਂ ਤੁਸੀਂ ਸਾਡੇ ਨਾਲ ਭਖਦੀਆਂ ਖਬਰਾਂ ਵਿੱਚ ਆਉਂਦੇ ਹੋ ਉਹ ਸਾਰੇ ਬਿਆਨਾਂ ਤੋਂ ਬਿਲਕੁਲ ਹੀ ਉਲਟ ਲੱਗ ਰਿਹਾ। ਅੱਜ ਹਰ ਬੰਦੇ ਨੂੰ ਦਿਖ ਰਿਹਾ ਕਿ ਇੱਕ ਪੋਲੀਟੀਕਲ ਬਿਆਨ ਤੁਸੀਂ ਦਿੰਦੇ ਪਏ ਹੋ, ਸਾਰਾ ਦਾ ਸਾਰਾ ਜਸਟਿਨ ਟਰੂਡੋ ਦੀ ਗਵਰਨਮੈਂਟ ਤੇ ਹੀ ਇਹਦਾ ਠਿਕਰਾ ਸੁੱਟਦੇ ਪਏ ਹੋ। ਅੱਜ ਕੁਝ ਵੀ ਤੁਸੀਂ ਇੰਡੀਅਨ ਗਵਰਨਮੈਂਟ ਦੇ ਬਾਰੇ ਨਹੀਂ ਬੋਲਿਆ, ਤੁਸੀਂ ਉਹ ਨੌਜਵਾਨਾਂ ਬਾਰੇ ਨਹੀਂ ਬੋਲਿਆ। ਨਹੀਂ, ਇੱਕ ਸੈਕਿੰਡ ਹਾਂਜੀ, ਮੈਂ ਜਵਾਬ ਦੇਣਾ ਜ਼ਰੂਰ ਚਾਹਾਂਗਾ। ਦੇਖੋ, ਹਿੰਦੁਸਤਾਨ ਦੀ ਸਰਕਾਰ ਦੇ ਉੱਤੇ ਮੈਂ ਪਹਿਲਾਂ ਹੀ ਠੀਕਰਾ ਸੁੱਟ ਦਿੱਤਾ ਹੈ। ਮੈਂ ਜਸਟਿਨ ਟਰੂਡੋ ਦੀ ਸਰਕਾਰ ਦੇ ਉੱਤੇ ਕਿਵੇਂ ਠੀਕਰਾ ਸੁੱਟ ਸਕਦਾ ਜਦ ਤੱਕ ਆਪਣਾ ਸਪਸ਼ਟ ਨਹੀਂ ਕਲੀਅਰ ਕਰਦਾ। ਕਿ ਮੈਂ ਇਹ ਗੱਲ ਪਹਿਲਾਂ ਹੀ ਕਹਿ ਰਿਹਾ ਹਾਂ ਕਿ ਜਸਟਿਨ ਟਰੂਡੋ ਸਾਹਿਬ ਨੂੰ ਇਹ ਗੱਲ ਕਲੀਅਰ ਕਰਨ ਦੀ ਜ਼ਰੂਰਤ ਆ ਕਿ ਇਹੋ ਜਿਹੇ ਕੈਂਪਸ ਕੀ ਚੱਲਦੇ ਪਏ ਨੇ। ਅਗਰ ਚੱਲਦੇ ਪਏ ਨੇ ਤਾਂ ਸਾਡੀਆਂ ਸਿਕਿਉਰਿਟੀ ਏਜੰਸੀਜ਼ ਕੀ ਕਰਦੀਆਂ ਪਈਆਂ ਸੀ, ਔਰ ਅਗਰ ਨਹੀਂ ਚੱਲਦੇ ਪਏ ਹੈਗੇ ਫਿਰ ਟਰੂਡੋ ਸਰਕਾਰ, ਕਿਉਂਕਿ ਸਰਕਾਰ ਟਰੂਡੋ ਉਹਨਾਂ ਦੀ ਆ, ਤਾਂ ਕਰਕੇ ਉਹਨਾਂ ਨੂੰ ਸਪਸ਼ਟ ਕਰਨ ਦੀ ਲੋੜ ਆ, ਉਹਨਾਂ ਨੂੰ ਜਵਾਬ ਦੇਣ ਦੀ ਲੋੜ ਹੈਗੀ ਆ। ਜਵਾਬਦੇਹੀ ਉਹਨਾਂ ਦੀ ਬਣਦੀ ਆ। ਜਵਾਬਦੇਹੀ ਹੁਣ ਮੈਂ ਕੰਜ਼ਰਵੇਟਿਵ ਨੂੰ ਜਵਾਬਦੇਹੀ ਇਸ ਲਈ ਨਹੀਂ ਕਹਿ ਸਕਦਾ ਕਿਉਂਕਿ ਉਹਨਾਂ ਦੀ ਸਰਕਾਰ ਨਹੀਂ ਆ, ਜਾਂ NDP ਨੂੰ ਵੀ ਜਵਾਬਦੇਹੀ ਮੈਂ ਇਸ ਲਈ ਨਹੀਂ ਕਹਿ ਸਕਦਾ ਕਿਉਂਕਿ ਉਹਨਾਂ ਦੀ ਸਰਕਾਰ ਨਹੀਂ ਹੈ ਨਾ। ਸੋ ਜਿਸ ਸਵਾਲ ਜਵਾਬ ਤਾਂ ਉਹੀ ਦੇਗਾ ਨਾ ਜਿਹੜਾ ਇਹਦੇ ਅਧੀਨ ਆਉਂਦਾ ਹੋਵੇ। ਸਿਕਿਉਰਿਟੀ ਏਜੰਸੀਜ਼ ਜਿਹੜੀਆਂ ਨੇ ਉਹ NDP ਦੇ ਅਧੀਨ ਨਹੀਂ ਆਉਂਦੀਆਂ, ਉਹ ਕੰਜ਼ਰਵੇਟਿਵ ਦੇ ਅਧੀਨ ਨਹੀਂ ਆਉਂਦੀਆਂ। ਸੋ ਇਹ ਸਵਾਲ ਜਿਹੜਾ ਸਿਕਿਉਰਿਟੀ ਏਜੰਸੀਜ਼ ਨਾਲ ਜੁੜਿਆ ਹੋਇਆ ਆ। ਇਹ ਸਵਾਲ ਜਿਹੜਾ ਹੈਗਾ ਆ ਉਹ ਇੱਕ ਕੰਟਰੀ ਦਾ ਦੂਸਰੀ ਕੰਟਰੀ ਨਾਲ ਜੁੜਿਆ ਹੋਇਆ ਹੈ। ਸੋ ਜਿਹੜੀ ਵੀ ਸੰਦੀਪ ਜੀ ਤੁਸੀਂ ਉੱਥੇ ਵਸਦੇ ਹੋ, ਤੁਸੀਂ ਉੱਥੇ ਦੇ ਵਸਨੀਕ ਹੋ। ਕੁਲਵੀਰ ਜੀ ਦਾ ਨਾਲ ਹੁਣੇ ਗੱਲ ਹੋਈ, ਹਰਪ੍ਰੀਤ ਜੀ ਨਾਲ ਗੱਲ ਹੋਈ, ਇਹਨਾਂ ਸਾਰਿਆਂ ਨੇ ਇਹ ਕਿਹਾ ਕਿ ਹਾਂ ਜਿੱਦਾਂ ਦਾ ਕੈਨੇਡਾ ਕੰਟਰੀ ਹੈਗੀ ਹੈ ਉਹਦੇ ਵਿੱਚ ਕਹਾਣੀ ਇਹ ਹੈ ਕਿ ਜਦੋਂ ਖਾਲਿਸਤਾਨੀ ਸਮਰਥਕ ਤਾਂ ਇੱਥੇ ਬਹੁਤ ਹੋਣਗੇ ਪਰ ਏਦਾਂ ਦਾ ਕੋਈ ਟੈਰਰਿਸਟ ਕੈਂਪ ਚੱਲਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਹੈ। ਮੇਰੀ ਗੱਲ ਚੰਗੀ ਤਰ੍ਹਾਂ ਸੁਣੀ ਨਹੀਂ ਸਰ। ਮੈਂ ਇਹ ਗੱਲ ਬਹੁਤ ਕਲੈਰਿਟੀ ਨਾਲ ਇਹ ਗੱਲ ਕਹੀ ਕਿ ਜਿੱਥੇ ਤੱਕ ਮੈਨੂੰ ਇਨਫੋਰਮੇਸ਼ਨ ਆ, ਮੈਂ ਅੱਜ ਤੱਕ ਇਹੋ ਜਿਹੀਆਂ ਐਕਟੀਵਿਟੀਜ਼ ਨਹੀਂ ਸੁਣੀਆਂ ਕਿ ਇਹੋ ਜਿਹੀ ਐਕਟੀਵਿਟੀ ਇੱਥੇ ਹੁੰਦੀ ਪਈ ਆ। ਪਰ ਤਾਈਓ ਮੈਂ ਕਹਿ ਰਿਹਾ ਕਿ ਅਗਰ ਤੁਸੀਂ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ, ਮੈਨੂੰ ਪਤਾ ਕਿ ਨਹੀਂ ਹੁੰਦੀਆਂ ਪਰ ਮੈਂ ਇਹਨੂੰ ਕਲੈਰਿਟੀ ਨਾਲ ਨਹੀਂ ਕਹਿ ਸਕਦਾ ਕਿਉਂਕਿ ਮੇਰੇ ਅਧੀਨ ਨਹੀਂ ਆਉਂਦੇ। ਸਿਕਿਉਰਿਟੀ ਏਜੰਸੀਜ਼ ਇਹ ਗੱਲ ਕਹਿ ਸਕਦੀਆਂ ਕਿ ਹਾਂ ਇੱਥੇ ਇਹੋ ਜਿਹੀ ਕੋਈ ਐਕਟੀਵਿਟੀ ਨਹੀਂ ਹੁੰਦੀ ਹੈਗੀ। ਔਰ ਮੇਰਾ ਸਵਾਲ ਹੀ ਇਹ ਆ ਕਿ ਅਗਰ ਤਾਂ ਨਹੀਂ ਹੁੰਦੀ ਤੇ ਇੰਨੀ ਹਿੰਮਤ ਕਿਵੇਂ ਹੋਈ ਕਿਸੇ ਦੇਸ਼ ਦੀ ਕਿ ਉਹਨੇ ਸਾਡਾ ਨਾਂ ਟੈਰਰਿਜ਼ਮ ਨਾਲ ਜੋੜਤਾ। ਜਸਟਿਸ ਟਰੂਡੋ ਸਾਹਿਬ ਨੂੰ ਇਹਦੇ ਉੱਤੇ ਬਹੁਤ ਸਪਸ਼ਟਤਾ ਦੇ ਨਾਲ, ਬਹੁਤ ਕਲੈਰਿਟੀ ਦੇ ਨਾਲ ਇਹ ਗੱਲ ਕਹਿ ਦੇਣੀ ਚਾਹੀਦੀ ਹੈ ਕਿ ਹਾਂ ਅਗਰ ਨਹੀਂ ਹੁੰਦੀਆਂ ਕਿ ਹਾਂ ਬਈ ਸਾਡੇ ਦੇਸ਼ 'ਚ ਇਹੋ ਜਿਹੀਆਂ ਐਕਟੀਵਿਟੀਜ਼ ਨਹੀਂ ਹੁੰਦੀਆਂ ਹੈਗੀਆਂ, ਤੁਸੀਂ ਜਾਣਬੁੱਝ ਕੇ ਸਾਡੇ ਇੱਥੇ ਜਿਹੜੇ ਵਾਸਤੇ ਸਿੱਖ ਨੇ, ਬੈਪਟਾਈਜ਼ ਸਿੱਖ ਨੇ, ਉਹਨਾਂ ਨੂੰ ਬਦਨਾਮ ਕਰਨ ਦੀ ਤੁਸੀਂ ਇਹ ਕੰਮ ਕਰਦੇ ਪਏ ਹੋ ਤੇ ਇਹ ਕੰਮ ਜਿਹੜਾ ਆ ਕੈਨੇਡਾ 'ਚ ਨਹੀਂ ਚੱਲੇਗਾ। ਔਰ ਅਗਰ ਹੁੰਦੀਆਂ ਨੇ ਫਿਰ ਦੋਨੋਂ ਪੋਲੀਟੀਕਲ ਪਾਰਟੀ ਕੰਜ਼ਰਵੇਟਿਵ ਵੀ ਤੇ ਲਿਬਰਲ ਵੀ ਇਸ ਕਟਹਿਰੇ 'ਚ ਆਉਂਦੀਆਂ ਨੇ ਕਿ ਤੁਹਾਡੀਆਂ ਸਿਕਿਉਰਿਟੀ ਏਜੰਸੀਜ਼ ਕੀ ਕਰਦੀਆਂ ਪਈਆਂ ਸੀਗੀਆਂ ਅਗਰ ਇਹੋ ਜਿਹੀਆਂ ਐਕਟੀਵਿਟੀਜ਼ ਹੋ ਰਹੀਆਂ ਨੇ। ਜਿੱਥੇ ਤੱਕ ਐਜ਼ ਅ ਸਿੱਖ ਦੀ ਗੱਲ ਹੈਗੀ ਹੈ, ਮੈਂ ਤਾਂ ਪਹਿਲਾਂ ਹੀ ਇਹ ਗੱਲ ਬਹੁਤ ਸਪਸ਼ਟਤਾ ਦੇ ਨਾਲ ਕਲੀਅਰ ਕਰ ਰਿਹਾ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਆਪਣੇ ਸਾਊਥ ਏਸ਼ੀਅਨ ਕੰਟਰੀ ਇੱਕ ਦੀਆਂ ਹੈਗੀਆਂ ਨੇ ਜਿਹੜੀਆਂ ਬਾਰ-ਬਾਰ ਇਹ ਗੱਲ ਕਹਿੰਦੀਆਂ ਨੇ। ਹਿੰਦੁਸਤਾਨ ਦਾ ਨਾਮ ਹੈ ਬਹੁਤ ਜ਼ੋਰ ਦੇ ਨਾਲ ਇਹ ਗੱਲ ਕਹਿ ਸਕਦੇ ਕਿ ਹਿੰਦੁਸਤਾਨ ਨੇ ਪਹਿਲਾਂ ਇੰਗਲੈਂਡ ਦੇ ਉੱਤੇ ਇਹ ਗੱਲ ਕਹੀ ਸੀ ਕਿ ਇੰਗਲੈਂਡ ਦੇ ਵਾਸਤੇ ਸਿੱਖ ਜਿਹੜੇ ਨੇ ਉਹ ਇਹੋ ਜਿਹਾ ਕੰਮ ਕਰਦੇ ਨੇ। ਹਿੰਦੁਸਤਾਨ ਅਕਸਰ ਇਹ ਗੱਲ ਕਹਿ ਦਿੰਦਾ ਆ ਕਿ ਪਾਕਿਸਤਾਨ ਦੇ ਵਿੱਚ ਕੈਂਪਸ ਲੱਗਦੇ ਨੇ। ਹੁਣ ਇਹਨਾਂ ਨੇ ਇਹ ਇਲਜ਼ਾਮ ਜਿਹੜਾ ਆ ਉਹ ਕੈਨੇਡਾ ਦੇ ਸਿੱਖਾਂ ਤੇ ਲਾਇਆ ਆ। ਮੈਨੂੰ ਇਹ ਲੱਗਦਾ ਆ ਕਿ ਇਹ ਕਿਤੇ ਨਾ ਕਿਤੇ ਜਾ ਕੇ ਕਿਸੇ ਨਾ ਕਿਸੇ ਦੇਸ਼ ਨੂੰ ਇੱਕ ਪਹਿਲ ਕਰਨੀ ਪਵੇਗੀ ਕਿ ਝੂਠ ਦੇ ਮਖੌਟੇ ਨੂੰ ਉਤਾਰਿਆ ਜਾਵੇ। ਅਗਰ ਨਹੀਂ ਉਤਾਰਦੇ ਹੈਗੇ ਤਾਂ ਦੈਟ ਮੀਨਸ ਕਿ ਅਸੀਂ ਕਿਤੇ ਨਾ ਕਿਤੇ ਨਾ ਬੋਲ ਕੇ ਅਸੀਂ ਉਹਨਾਂ ਦੀ ਹਾਂ 'ਚ ਸ਼ਾਮਲ ਹੋ ਰਹੇ ਹਾਂ। ਤਾਂ ਕਰਕੇ ਮੈਂ ਇਹ ਗੱਲ ਕਹਿ ਰਿਹਾ ਹਾਂ ਕਿ ਸਾਡੀ ਜ਼ਿੰਮੇਵਾਰੀ ਬਹੁਤ ਵੱਡੀ ਬਣ ਜਾਂਦੀ ਆ। ਇਸ ਲਈ ਬਣ ਜਾਂਦੀ ਹੈ ਕਿਉਂਕਿ ਸਾਡੀ ਪਾਰਲੀਮੈਂਟ ਦੇ ਵਿੱਚ ਕਈ ਦਸਤਾਰਧਾਰੀ ਸਿੱਖ ਨੇ, ਸਾਡੀ ਪਾਰਲੀਮੈਂਟ ਦੇ ਵਿੱਚ ਕਈ ਅੰਮ੍ਰਿਤਧਾਰੀ ਸਿੰਘ ਨੇ। ਸੋ ਉਹਨਾਂ ਦੀ ਜ਼ਿੰਮੇਵਾਰੀ ਐਜ਼ ਅ ਸਿੱਖ ਵੀ ਤੇ ਐਜ਼ ਅ ਮਿਨਿਸਟਰ ਵੀ ਤੇ ਐਜ਼ ਅ MP ਵੀ ਬਣਦੀ ਆ ਕਿ ਉਹ ਇਸ ਦੇ ਉੱਤੇ ਆਪਣੇ ਸਟੈਂਡ ਕਲੀਅਰ ਕਰਨ ਕਿਉਂਕਿ ਇਹਦਾ ਜਿਹੜਾ ਐਪੀਸੋਡ ਆ, ਇਹ ਪੂਰੇ ਐਪੀਸੋਡ ਦਾ ਜਿਹੜਾ ਲੈਣਾ ਦੇਣਾ ਆ ਉਹ ਸਿੱਖ ਕੌਮ ਦੇ ਨਾਲ ਤਾਂ ਲੈਣਾ ਦੇਣਾ ਹੈ ਹੀ ਆ। ਪਲੱਸ ਜਿਹੜਾ ਟੈਰਰਿਜ਼ਮ ਦਾ ਧੱਬਾ ਆ ਉਹ ਅਗਰ ਹੁਣ ਨਾ ਰੋਕਿਆ ਗਿਆ ਤੇ ਉਹ ਅੱਗੇ ਹੋਰ ਵੱਧਣਾ ਆ ਕਿਉਂਕਿ ਇੰਗਲੈਂਡ ਤੋਂ ਕੈਨੇਡਾ ਤੇ ਆ ਗਿਆ ਆ, ਕੈਨੇਡਾ ਤੋਂ ਅਮਰੀਕਾ 'ਚ ਜਾਊਗਾ, ਅਮਰੀਕਾ ਤੋਂ ਨਿਊਜ਼ੀਲੈਂਡ ਜਾਊਗਾ, ਫਿਰ ਆਸਟ੍ਰੇਲੀਆ ਜਾਊਗਾ। ਪੂਰੀ ਦੁਨੀਆ ਦੇ ਵਿੱਚ ਜਿੱਥੇ ਸਿੱਖ ਹੈਗੇ ਆ ਉਹਨਾਂ ਨੂੰ ਘੇਰਨ ਦੀ ਇੱਕ ਬਹੁਤ ਤਰੀਕੇਬੰਦ ਮੈਨੂੰ ਸਾਜ਼ਿਸ਼ ਲੱਗ ਰਹੀ ਹੈਗੀ ਆ। ਪਰ ਇਹਦੀ ਜਵਾਬਦੇਹੀ ਜਿਹੜੀ ਆ ਇਹਦਾ ਐਕਚੁਅਲ ਦੇ ਵਿੱਚ ਜਿਹੜਾ ਜਵਾਬਦੇਹੀ ਆ ਉਹ ਲਿਬਰਲ ਨੂੰ ਦੇਣੀ ਬਣਦੀ ਹੈਗੀ। ਮੈਂ ਤਾਂ ਸਮਝਦਾ ਸੀ ਕਿ ਹੁਣ ਤੱਕ ਲਿਬਰਲ ਸਰਕਾਰ ਦਾ ਕੋਈ ਨਾ ਕੋਈ ਜਵਾਬ ਆ ਜਾਣਾ ਚਾਹੀਦਾ ਸੀ ਪਰ ਚਲੋ ਅਸੀਂ ਅਜੇ 1-2 ਦਿਨ ਹੋਰ ਦੇਖਾਂਗੇ ਕਿ ਉਹ ਕੀ ਕਰਦੇ ਨੇ। ਸੰਦੀਪ ਜੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਨਾਲ ਜੁੜੇ।
ਮੇਰੇ ਨਾਲ ਕਾਲਰ ਜੁੜੇ ਹੋਏ ਨੇ। ਮੇਰਾ ਖਿਆਲ ਹੈ ਉਹਨਾਂ ਦੀ ਕਾਲ ਜਿਹੜੀ ਹੈ ਡਿਸਕਨੈਕਟ ਹੋ ਗਈ ਹੈ। ਅਸੀਂ ਗੱਲਬਾਤ ਕਰ ਰਹੇ ਸੀ, ਸੰਦੀਪ ਜੀ ਨੇ ਵੀ ਜਿਹੜੀ ਆਪਣੀ ਗੱਲਬਾਤ ਕੀਤੀ ਆ, ਉਹਨਾਂ ਨੇ ਇਸ ਗੱਲ ਨੂੰ ਕੈਨੇਡੀਅਨ ਗੌਰਮੈਂਟ ਵੱਲੋਂ ਜਿਹੜਾ ਹੈਗਾ ਰੱਖਣ ਦੀ, ਜਾਂ ਕੈਨੇਡੀਅਨ ਐਜ਼ ਕੈਨੇਡੀਅਨ ਰੱਖਣ ਦੀ ਕੋਸ਼ਿਸ਼ ਕੀਤੀ ਆ। ਮੈਂ ਆਪਣੇ ਪੈਨਲਿਸਟ ਨਾਲ ਇੱਕ ਗੱਲ ਹੋਰ ਜਾਣਨੀ ਚਾਹਾਂਗਾ ਕਿ ਇਹਦੇ ਵਿੱਚ ਇੱਕ ਖਾਸ ਜਿਹੜੀ ਪਿਛਲੀਆਂ ਰਿਪੋਰਟਾਂ ਆਈਆਂ ਉਹਦੇ ਵਿੱਚ ਖਾਸ ਜ਼ਿਕਰ ਕੀਤਾ ਗਿਆ, ਜਿਹੜੀਆਂ 2 ਗ੍ਰਿਫਤਾਰੀਆਂ ਹੋਈਆਂ ਸੀ ਅਰਵਿੰਦਰ ਸਿੰਘ ਤੇ ਮਨਦੀਪ ਸਿੰਘ ਦੀਆਂ, ਉਹਦੇ ਵਿੱਚ ਇੱਕ ਜ਼ਿਕਰ ਕੀਤਾ ਗਿਆ ਕਿ ਡੇਰਿਆਂ ਦੇ ਹੈੱਡ ਹਿੰਦੂ ਰਾਈਟ ਫਰੰਟ ਦੇ ਜਿਹੜੇ ਐਕਟਿਵਿਸਟ ਹੈਗੇ ਨੇ, ਸ਼ਿਵ ਸੈਨਾ ਵਰਗੀਆਂ ਜਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਬਾਡੀਜ਼ ਹੈਗੀਆਂ, ਉਹਨਾਂ ਦੇ ਪ੍ਰਧਾਨ ਅਤੇ ਰਿਟਾਇਰਡ ਪੁਲਿਸ ਅਫਸਰਾਂ ਦੀਆਂ ਜਾਨਾਂ ਲੈਣ ਲਈ ਜਾਂ ਉਹਨਾਂ ਨੂੰ ਮਾਰਨ ਲਈ, ਉਹਨਾਂ ਉੱਪਰ ਅਟੈਕ ਕਰਨ ਲਈ ਜਿਹੜਾ ਹੈਗਾ ਇਹ ਜਥੇਬੰਦੀਆਂ ਜਿਹੜੀਆਂ ਹੈਗੀਆਂ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗੇ ਆ, ਇਹ ਪੰਜਾਬ ਦੇ ਵਿੱਚ ਸਰਗਰਮ ਹੋ ਰਹੀਆਂ ਸੀਗੀਆਂ। ਇਹ ਖਬਰ ਜਿਹੜੀ ਹੈਗੀ ਆ ਢੰਡਰੀਆਂ ਵਾਲੇ ਦੇ ਉੱਪਰ, ਸੰਤ ਢੰਡਰੀਆਂ ਵਾਲਿਆਂ ਦੇ ਉੱਪਰ ਅਟੈਕ ਹੁੰਦਾ, ਉਹ ਅਟੈਕ ਇੱਕ ਦੂਜੀ ਧਾਰਮਿਕ ਸੰਸਥਾ ਦੇ ਲੋਕਾਂ ਵੱਲੋਂ ਹੁੰਦਾ, ਪਰ ਉਹ ਕਿਉਂਕਿ ਇੱਕ ਡੇਰੇ ਦੇ ਹੈੱਡ ਨੇ, ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਖਬਰਾਂ ਆਉਣੀਆਂ ਕਿ ਲੋਕਾਂ ਨੂੰ ਕਿਤੇ ਇਸ ਤਰ੍ਹਾਂ ਤਾਂ ਨਹੀਂ ਕਿ ਭਰਮਾ ਕੇ ਉਹ ਦੋ ਆਪਸੀ ਧਾਰਮਿਕ ਜਥੇਬੰਦੀਆਂ ਦੀ ਲੜਾਈ ਨੂੰ ਜਿਹੜਾ ਹੈਗਾ ਉਹ ਇੰਟਰਨੈਸ਼ਨਲ ਲੈਵਲ ਤੇ ਜਾਂ ਨੈਸ਼ਨਲ ਲੈਵਲ ਦੇ ਉੱਪਰ ਇਸ ਤਰ੍ਹਾਂ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕ ਹੌਲੀ ਹੌਲੀ ਉਹਨੂੰ ਵੀ ਟੈਰਰਿਜ਼ਮ ਅਟੈਕ ਦੇ ਨਾਲ ਜੋੜ ਕੇ ਦੇਖਣ। ਸ਼ਬਦੀਪ ਜੀ, ਹਰਪ੍ਰੀਤ ਜੀ 2-3 ਗੱਲਾਂ ਨੇ ਸੰਦੀਪ ਜੀ ਦੀਆਂ ਗੱਲਾਂ ਤੋਂ ਵੀ ਨਿਕਲ ਕੇ ਆਈਆਂ। ਪਹਿਲੀ ਗੱਲ ਤਾਂ ਇਹ ਕਿ ਸੰਦੀਪ ਜੀ ਨੇ ਸਾਰਾ ਇਸ ਤਰੀਕੇ ਦੇ ਨਾਲ ਪੁੱਟ ਕੀਤਾ ਵੀ ਜਿਵੇਂ ਕੈਨੇਡਾ ਸਰਕਾਰ ਇੱਕਦਮ ਕਟਹਿਰੇ 'ਚ ਆ ਗਈ, ਜਾਂ ਕੈਨੇਡਾ ਦੀਆਂ 2 ਪਾਰਟੀਆਂ ਪੂਰੀ ਤਰ੍ਹਾਂ ਕਟਹਿਰੇ 'ਚ ਆ ਗਈਆਂ, ਤੀਜੀ ਪਾਰਟੀ ਇਸ ਕਰਕੇ ਬਰੀ ਆ ਕਿ ਉਹ ਕਦੇ ਸਰਕਾਰ 'ਚ ਨਹੀਂ ਹੈ ਸ਼ਾਮਲ। ਮੈਨੂੰ ਲੱਗਦਾ ਅਸਲ ਦੇ ਵਿੱਚ ਇਹ ਸਵਾਲ ਬਣਦਾ ਨਹੀਂ, ਜਦੋਂ ਭਾਰਤ ਸਰਕਾਰ ਅਫੀਸ਼ੀਅਲੀ ਕੋਈ ਚੀਜ਼ ਪੇਸ਼ ਕਰ ਰਹੀ ਹੈ ਕੈਨੇਡਾ ਦੇ ਸਾਹਮਣੇ, ਤਾਂ ਇਹ ਇੱਕ ਸਿੰਪਲ ਗੱਲ ਹੈ ਕਿ ਇਹਦਾ ਜਵਾਬ ਜਿਹੜੀ ਵੀ ਸਰਕਾਰ ਹੈ ਉਹਨੇ ਹੀ ਦੇਣਾ ਹੈ, ਤੇ ਉਸ ਸਰਕਾਰ ਦੇ ਵਿੱਚ ਜਿਹੜੇ ਵੀ ਲੋਕ ਸ਼ਾਮਲ ਨੇ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਉਹ ਸਾਰੇ ਦੇ ਸਾਰੇ ਜਵਾਬਦੇਹ ਹੋਣਗੇ। ਇੱਕ ਗੱਲ ਜਿਹੜੀ ਮੈਨੂੰ ਗੱਲਾਂ ਸਾਰੀਆਂ ਦੇ ਵਿੱਚੋਂ ਨਿਕਲ ਕੇ ਆਈ ਕਿ ਅਸੀਂ ਇਹ ਜਿਹੜਾ ਕੈਂਪ ਸ਼ਬਦ ਵੀ ਹੈ, ਇਹਦੇ ਲਈ ਵੀ ਅਸੀਂ 2 ਤਰ੍ਹਾਂ ਨਾਲ ਸੋਚ ਸਕਦੇ ਹਾਂ। ਇੱਕ ਤਾਂ ਕੈਂਪ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਦੂਜੀ ਹੁਣ ਇਹ ਕਲੀਅਰ ਨਹੀਂ ਆ, ਮੈਂ ਇਹਦੇ ਬਾਰੇ ਕੋਈ ਕਨਫਰਮ ਨਹੀਂ ਹੈ ਕਿ ਮੈਂ ਇਹਨੂੰ ਇੰਜ ਪੁੱਟ ਕਰ ਸਕਾਂ। ਜੇ ਇੱਕ ਟ੍ਰੇਨਿੰਗ ਦਾ ਅਰਥ ਇਹ ਵੀ ਹੈ ਕਿ ਤੁਸੀਂ ਲੋਕਾਂ ਨੂੰ ਥਿਓਰੈਟੀਕਲੀ ਸਿਧਾਂਤਕ ਤੌਰ ਤੇ ਇਹਦੇ ਵਿੱਚ ਸੰਦੀਪ ਜੀ ਮੈਂ ਕਲੀਅਰ ਕਰ ਦਿੰਦਾ, ਜਿਹੜੀ ਇਹਦੇ ਵਿੱਚ ਜਿਹੜੀ ਕਲੀਅਰ ਗੱਲ ਇਹ ਸਾਹਮਣੇ ਆਈ ਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਉੱਥੇ ਜਿਹੜਾ ਮਨਦੀਪ ਸਿੰਘ ਗ੍ਰਿਫਤਾਰ ਕੀਤਾ ਗਿਆ, ਜਿਹੜਾ ਇਹ ਉੱਥੇ ਜਿਹੜਾ ਮਿਸ਼ਨ ਕੈਂਪ ਦੀ ਜਿਹੜੀ ਗੱਲ ਕੀਤੀ ਗਈ ਆ, ਉਸ ਕੈਂਪ ਦੇ ਵਿੱਚ ਰੋਜ਼ 4 ਘੰਟੇ ਇਹ AK-47 ਚਲਾਉਣ ਦੀ ਟ੍ਰੇਨਿੰਗ ਲੈਂਦੇ ਸੀ। ਤਾਂ ਇੱਥੇ ਗੱਲ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਕਿ ਜਿਹੜੀ ਇਸ ਵਾਰੀ ਭਾਰਤ ਸਰਕਾਰ ਨੇ ਗੱਲ ਕੀਤੀ ਗਈ ਆ, ਇਹਦੇ ਵਿੱਚ ਵੈਰੀ ਕਲੀਅਰਲੀ ਇੱਕ ਟੈਰਰਿਸਟ ਕੈਂਪ ਦੀ ਗੱਲ ਕੀਤੀ ਗਈ ਹੈ। ਤੇ ਦੇਖੋ ਮੇਰਾ ਖਿਆਲ ਇਹ ਹੈ ਕਿ ਜੇ ਇੰਨਾ ਵੱਡਾ ਇਲਜ਼ਾਮ ਆ ਤੇ ਕੈਨੇਡਾ ਸਰਕਾਰ ਨੂੰ ਇਹਦੀ ਪੜਤਾਲ ਵੀ ਕਰਨੀ ਪਏਗੀ, ਤੇ ਜੇ ਸੱਚਮੁੱਚ ਏਦਾਂ ਦੀ ਗੱਲ ਹੈ ਕਿ ਮੇਰਾ ਖਿਆਲ ਭਾਰਤ ਸਰਕਾਰ ਨੂੰ ਤੇ ਕਾਰਵਾਈ ਦੀ ਮੰਗ ਹੀ ਕਰ ਸਕਦੀ ਹੈ, ਔਰ ਉਹ ਕਾਰਵਾਈ ਭਾਰਤ ਸਰਕਾਰ ਸਿੱਧੇ ਤੌਰ ਤੇ ਬਿਲਕੁਲ ਵੀ ਨਹੀਂ ਕਰ ਸਕਦੀ। ਜੇ ਕੋਈ ਇੰਡੀਆ ਆ ਗਿਆ ਉਹਦੀ ਗ੍ਰਿਫਤਾਰੀ ਇੰਡੀਆ ਦੇ ਵਿੱਚ ਕਰ ਸਕਦੀ, ਪਰ ਮੇਰਾ ਨਹੀਂ ਖਿਆਲ ਕਿ ਭਾਰਤ ਸਰਕਾਰ ਕੋਈ ਕੈਨੇਡਾ ਦੇ ਵਿੱਚ ਜਾ ਕੇ ਇਸ ਤਰ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਸਕਦੀ ਹੈ ਫੌਰੀ ਤੌਰ ਦੇ ਉੱਤੇ। ਤੇ ਇਹ ਗੱਲ ਕੈਨੇਡਾ ਦੀ ਸਰਕਾਰ ਦੇ ਨਾਲ ਜੇ ਭਾਰਤ ਸਰਕਾਰ ਵਿਚਾਰ ਕਰ ਰਹੀ ਹੈ ਇਸ ਮੁੱਦੇ ਦੇ ਉੱਤੇ, ਤੇ ਸਾਨੂੰ ਇਹਦੇ ਬਾਰੇ ਜਿਹੜੇ ਤੱਥ ਨਿਰਪੱਖ ਤੌਰ ਤੇ ਵੀ ਉਭਾਰਨੇ ਚਾਹੀਦੇ ਨੇ। ਤੁਸੀਂ ਜਿਹੜੇ ਲੋਕ ਕੈਨੇਡਾ 'ਚ ਬੈਠੇ ਹੋ ਸਕਦਾ ਇਹਨਾਂ ਤੱਥਾਂ ਬਾਰੇ ਵਧੇਰੇ ਜਾਣਕਾਰੀ ਵੀ ਰੱਖ ਸਕੋ, ਉਹਨਾਂ ਦੀ ਪੜਤਾਲ ਇੱਕ ਆਜ਼ਾਦਾਨਾ ਤੌਰ ਤੇ ਵੀ ਕਰ ਸਕੋ, ਸਰਕਾਰ ਆਪਣੇ ਤੌਰ ਦੇ ਉੱਤੇ ਕਰੇਗੀ। ਪਰ ਮੈਨੂੰ ਜੋ ਕੈਨੇਡਾ ਦੀ ਸਰਕਾਰ ਦਾ ਕੁੱਲ ਮਿਲਾ ਕੇ ਸੁਭਾਅ ਮੈਂ ਨੋਟ ਕਰਦਾ, ਮੈਨੂੰ ਨਹੀਂ ਲੱਗਦਾ ਕਿ ਉਹ ਇਸ ਤਰ੍ਹਾਂ ਦੀ ਟ੍ਰੇਨਿੰਗ ਦੀ ਆਗਿਆ ਦੇ ਸਕਦੀ ਹੈ ਸਰਕਾਰ। ਜੇ ਸੱਚਮੁੱਚ ਚੋਰੀ ਆਪਣੇ ਪੱਧਰ ਦੇ ਉੱਤੇ ਕੋਈ ਏਦਾਂ ਦੀ ਗੱਲ ਚੱਲ ਰਹੀ ਹੋਏਗੀ ਤਾਂ ਇਹਦੇ ਬਾਰੇ ਜ਼ਰੂਰ ਸਰਕਾਰ, ਮੇਰਾ ਖਿਆਲ ਹੈ ਕਿ ਏਦਾਂ ਨਹੀਂ ਹੋ ਸਕਦਾ ਕਿ ਭਾਰਤ ਸਰਕਾਰ ਨਾਲ ਟਕਰਾਅ ਜਾਏਗੀ, ਬਲਕਿ ਇਹਦੇ ਉਲਟ ਸਟੈਂਡ ਹੋਊਗਾ ਕੈਨੇਡਾ ਸਰਕਾਰ ਦਾ ਕਿ ਉਹ ਸੱਚਮੁੱਚ ਇਹਨੂੰ ਕਾਬੂ ਕਰਨ ਦਾ ਯਤਨ ਕਰੇਗੀ ਜੇ ਇਹਦੇ 'ਚ ਕੋਈ ਸੱਚਾਈ ਹੈ ਤਾਂ। ਸ਼ਬਦੀਪ ਜੀ, ਮੈਂ ਇਹਨੂੰ ਪੰਜਾਬ ਨਾਲ ਜੋੜ ਕੇ ਦੇਖਦਾ ਸੀਗਾ ਕਿ ਪੰਜਾਬ ਦੀ ਮੈਂ ਇਹਦਾ ਇੱਕ ਉਹ ਐਂਗਲ ਦੇਖਣਾ ਚਾਹੁੰਦਾ ਸੀਗਾ ਕਿ ਪਿਛਲੇ ਕਾਫੀ ਸਮੇਂ ਤੋਂ ਜਦੋਂ ਤੋਂ ਪੰਜਾਬ ਦੀ ਇਲੈਕਸ਼ਨ BJP ਸਰਕਾਰ ਸੈਂਟਰ 'ਚ ਆਈ ਆ, ਪੰਜਾਬ ਦੇ ਵਿੱਚ ਬਾਰ-ਬਾਰ ਜਿਹੜੇ ਹੈਗੇ ਆ ਹਾਲਾਤ ਜਿਹੜੇ ਹੈਗੇ ਆ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਇੱਕ ਤੋਂ ਇੱਕ ਇਨਸੀਡੈਂਟ ਜਿਹੜਾ ਹੈਗਾ ਉੱਥੇ ਹੋ ਰਿਹਾ।
ਹੁਣ ਪੰਜਾਬ ਦੇ ਵਿੱਚ ਕਾਫੀ ਘਟਨਾਵਾਂ ਵਾਪਰਨ ਤੋਂ ਬਾਅਦ ਪੰਜਾਬ ਨੂੰ ਹੁਣ ਜਿਹੜਾ ਮੁੜ ਕੇ ਇੱਕ ਤਰੀਕੇ ਦੇ ਨਾਲ ਫਿਰ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਉੱਥੇ ਖਾਲਿਸਤਾਨੀ ਟੈਰਰਿਜ਼ਮ ਜਿਹੜਾ ਆ ਦੁਬਾਰਾ ਪਨਪ ਰਿਹਾ। ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਪੰਜਾਬ ਦੀਆਂ 2017 ਦੀਆਂ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਹੈਗਾ ਇੱਕ ਅਲੱਗ ਕਿਸਮ ਦਾ ਇੱਕ ਡਰ ਦਾ ਮਾਹੌਲ ਉੱਥੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਵੋਟਾਂ ਦੀ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਸਿੱਧੇ ਤੌਰ ਤੇ ਪੁਲਿਸ ਗੱਲ ਕਰਦੀ ਹੈ ਕਿ ਡੇਰਿਆਂ ਦੇ ਹੈੱਡ ਤੇ ਪੰਜਾਬ ਪੁਲਿਸ ਦੇ ਰਿਟਾਇਰਡ ਅਫਸਰ ਤੇ ਹਿੰਦੂ ਆਰਗੇਨਾਈਜੇਸ਼ਨ ਜਿਹੜੀਆਂ ਕਿ ਕੱਟੜ ਹਿੰਦੂ ਆਰਗੇਨਾਈਜੇਸ਼ਨਸ ਹੈਗੀਆਂ ਉਹਨਾਂ ਦੇ ਹੈੱਡਾਂ ਨੂੰ ਦੇ ਉੱਪਰ ਅਟੈਕ ਕਰਨ ਦੀ ਕੋਸ਼ਿਸ਼ ਖਾਲਿਸਤਾਨ ਹੀ ਕਰ ਰਿਹਾ, ਤਾਂ ਕਿਤੇ ਨਾ ਕਿਤੇ ਇਹਦਾ ਇੱਕ ਮੈਸੇਜ ਤਾਂ ਜ਼ਰੂਰ ਜਾਂਦਾ ਪਿਆ ਕਿ ਪੰਜਾਬ ਨੂੰ ਜਿਹੜਾ ਹੈਗਾ ਇੰਟਰਨੈਸ਼ਨਲ ਲੈਵਲ ਤੇ ਪੋਰਟਰੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਖਾਲਿਸਤਾਨੀ ਟੈਰਰਿਜ਼ਮ ਵੱਧ ਰਿਹਾ ਜਾਂ ਮੁੜ ਕੇ ਪਨਪ ਰਿਹਾ। ਮੇਰਾ ਮੁੱਦਾ ਇਹ ਸੀਗਾ ਕਿ ਕੀ ਇਹ ਵਾਕਿਆ ਹੀ ਇਹੋ ਜਿਹੀ ਕੋਈ ਗੱਲ ਉੱਥੇ ਹੈ ਜਾਂ ਪੁਲਿਸ ਤੇ ਸਰਕਾਰ ਦਾ ਰਲ ਮਿਲਾ ਕੇ ਇੱਕ ਪ੍ਰੋਪੋਗੰਡਾ ਹੈ ਪੰਜਾਬ ਦੇ ਆਉਣ ਵਾਲੇ ਸਮੇਂ ਦੀ ਇਲੈਕਸ਼ਨ ਨੂੰ ਦੇਖਦਿਆਂ ਹੋਇਆਂ? ਦੇਖੋ ਕੁਲਵੀਰ ਜੀ, ਇੱਕ ਘਟਨਾ ਤਾਂ ਸਾਰੀ ਆਪਾਂ ਵਿਚਾਰ ਚੁੱਕੇ ਹਾਂ, ਸਾਰੀ ਦੁਨੀਆ ਉਹਦੇ ਬਾਰੇ ਚਰਚਾ ਕਰ ਰਹੀ ਆ, ਉਹਦੇ ਬਾਰੇ ਆਪੋ ਆਪਣੇ ਢੰਗ ਨਾਲ ਕਮੈਂਟ ਵੀ ਕਰ ਰਹੀ ਆ। ਕਈ ਕਮੈਂਟ ਇਸ ਕਿਸਮ ਦੇ ਵੀ ਆ ਕਿ ਉਹਨਾਂ ਨੂੰ ਸੁਣ ਕੇ ਤੁਹਾਨੂੰ ਚੰਗਾ ਨਹੀਂ ਲੱਗਦਾ, ਪਰ ਤੁਹਾਡਾ ਕੋਈ ਚਾਰਾ ਨਹੀਂ ਆ ਕਿ ਤੁਹਾਨੂੰ ਸੁਣਨੇ ਪੈਣ। ਮਸਲਨ ਅੱਜ ਦੀ ਤਰੀਕ ਤੇ ਜਦੋਂ ਲੋਕ ਪੰਜਾਬ ਦੇ ਵਿੱਚ ਸਫ਼ਰ ਕਰਦੇ ਨੇ, ਥਾਂ ਦੇ ਉੱਤੇ ਛਬੀਲਾਂ ਲੱਗੀਆਂ ਨੇ, ਜੇ ਕੋਈ ਗੱਡੀ 'ਚ ਜਾ ਰਿਹਾ ਵਾ, ਜੇ ਇੱਕ ਜਣਾ ਕਹਿੰਦਾ ਕਿ ਛਬੀਲ ਲਈ ਆਪਾਂ ਰੁਕ ਜਾਈਏ ਤਾਂ ਦੂਜਾ ਉਹਨੂੰ ਮਖੌਲ ਕਰਦਾ ਵੀ ਨਾ ਯਾਰ ਨਾ ਰੋਕੀ, ਕੀ ਪਤਾ ਧੁੰਮੇ ਦੀ ਛਬੀਲ ਹੋਵੇ। ਇਹ ਗੱਲ ਮੈਂ ਸਮਝਦਾ ਇਹ ਗੱਲ ਆਪਣੇ ਆਪ ਦੇ ਵਿੱਚ ਏਦਾਂ ਦੀ ਬਣ ਚੁੱਕੀ ਹੈ ਜਿਹਦੇ ਨਾਲ ਲੋਕਾਂ ਦੇ ਵਿੱਚ ਇੱਕ ਗੱਲ ਚੱਲਣ ਲੱਗ ਪਈ ਕਿ ਇਸ ਤਰ੍ਹਾਂ ਦੇ ਅਟੈਕ ਹੋ ਸਕਦੇ। ਦੂਸਰਾ, ਸ਼ਿਵ ਸੈਨਾ ਦਾ ਤੇ ਸਿੱਖ ਜਥੇਬੰਦੀਆਂ ਦਾ ਪਿਛਲੇ ਦਿਨੀ ਜਿਸ ਤਰ੍ਹਾਂ ਦਾ ਜਨਤਕ ਤੌਰ ਦੇ ਉੱਤੇ ਬਹਿਸ ਤੇ ਟਕਰਾਅ ਸਾਹਮਣੇ ਆਇਆ, ਉਹਦੇ ਤੋਂ ਵੀ ਤੁਸੀਂ ਇਹ ਗੱਲ ਕਹਿ ਸਕਦੇ ਹੋ ਕਿ ਇਦਾਂ ਦੀਆਂ ਘਟਨਾਵਾਂ ਫਰਦਰ ਵੀ ਵਾਪਰ ਸਕਦੀਆਂ ਨੇ। ਪਰ ਜੇ ਕੋਈ ਇਹ ਕਹੇ ਕਿ ਖਾਲਿਸਤਾਨ ਦੀ ਮੂਵਮੈਂਟ, ਖਾਲਿਸਤਾਨ ਦੀ ਲਹਿਰ, ਖਾਲਿਸਤਾਨ ਦਾ ਨਾਲ ਜੁੜੀ ਹੋਈ ਦਹਿਸ਼ਤਗਰਦੀ ਉਸ ਰੂਪ ਦੇ ਵਿੱਚ ਤੁਰੰਤ ਕੋਈ ਵਾਪਸ ਆ ਰਹੀ ਹੈ, ਮੈਂ ਨਹੀਂ ਸਮਝਦਾ ਆ ਰਹੀ ਹੈ। ਪਰ ਸਰਕਾਰਾਂ ਦੀ ਜ਼ਿੰਮੇਵਾਰੀ ਆਖਰਕਾਰ ਕੀ ਹੋ ਸਕਦੀ ਹੈ? ਜੇ ਢੱਡਰੀਆਂ ਵਾਲੇ ਦੇ ਉੱਤੇ ਅਟੈਕ ਹੋਇਆ, ਦੋਨੋਂ ਜਥੇਬੰਦੀਆਂ ਇੱਕ ਦੂਜੇ ਦੇ ਖਿਲਾਫ ਇੰਨੇ ਸਾਲਾਂ ਤੋਂ ਪ੍ਰਚਾਰ ਕਰ ਰਹੀਆਂ ਸੀ, ਜਿਵੇਂ ਧੁੰਮਾ ਸਾਹਿਬ ਕਹਿ ਰਹੇ ਨੇ ਕਿ ਉਹ 4 ਸਾਲਾਂ ਤੋਂ ਸਾਡੇ ਖਿਲਾਫ ਬੋਲ ਰਿਹਾ, ਦਮਦਮੀ ਟਕਸਾਲ ਦੀ ਤੁਸੀਂ ਫੇਸਬੁੱਕ ਪੇਜ ਦੇ ਉੱਤੇ ਜਾਓ, ਤੁਹਾਨੂੰ ਢੱਡਰੀਆਂ ਵਾਲੇ ਦੇ ਖਿਲਾਫ ਨਜ਼ਰ ਆ ਰਹੀਆਂ ਸੀ ਚੀਜ਼ਾਂ। ਇਹਦੇ ਬਾਵਜੂਦ ਜੇ ਸਰਕਾਰ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕੀ, ਉਸ ਵਾਪਰਨ ਵਾਲੇ ਘਟਨਾਕ੍ਰਮ ਬਾਰੇ ਸੁਚੇਤ ਨਹੀਂ ਹੋ ਸਕੀ, ਤਾਂ ਇਹਦੇ ਬਾਰੇ ਵੀ ਸਵਾਲ ਜ਼ਰੂਰ ਖੜੇ ਹੋਣੇ ਚਾਹੀਦੇ ਕਿ ਕੀ ਜਾਣਬੁੱਝ ਕੇ ਸੁਚੇਤ ਨਹੀਂ ਹੋ ਸਕੀ ਕਿ ਨਲਾਇਕ ਹੀ ਇੰਨੀ ਹੈ ਸਾਡੀ ਪੁਲਿਸ ਪ੍ਰਸ਼ਾਸਨ ਤੇ ਸਾਡਾ ਗੁਪਤ ਤੰਤਰ। ਸ਼ਬਦੀਪ ਜੀ, ਮੈਂ ਥੋੜੀ ਜਿਹੀ ਇੱਕ ਗੱਲ ਜ਼ਰੂਰ ਕਰਾਂਗਾ। 4 ਸਾਲ ਪਹਿਲਾਂ ਇੱਕ ਬਿਆਨ ਜਿਹੜਾ ਹੈਗਾ ਢੱਡਰੀਆਂ ਵਾਲੇ ਦਾ ਆਇਆ ਸੀਗਾ, ਉਸ ਤੋਂ ਬਾਅਦ ਉਹਦਾ ਸਪਸ਼ਟੀਕਰਨ ਵੀ ਆਇਆ ਸੀਗਾ। 4 ਸਾਲ ਬਾਅਦ ਅੱਜ ਆ ਕੇ ਅਟੈਕ ਦੀ ਲੋੜ ਕਿਉਂ ਪਈ? ਇਹ ਵੀ ਇੱਕ ਸੋਚਣ ਤੇ ਵਿਚਾਰਨ ਵਾਲੀ ਗੱਲ ਹੈਗੀ ਆ ਕਿ ਅੱਜ ਦੀ ਡੇਟ ਦੇ ਵਿੱਚ ਆ ਕੇ ਹੀ ਇਹ ਜਿਹੜੀ ਲੜਾਈ ਹੈਗੀ ਆ ਇਹਨੂੰ ਬਾਹਰ ਕਿਉਂ ਕੱਢਿਆ ਗਿਆ, ਇਹਨੂੰ ਜਿਹੜਾ ਸਾਰਿਆਂ ਸਾਹਮਣੇ ਕਿਉਂ ਕੱਢਿਆ ਗਿਆ? ਜਰਮਨਜੀਤ ਸਿੰਘ ਜੀ, ਮੈਂ ਜਿੰਨਾ ਕੁਝ ਵੀ ਇਸ ਵੇਲੇ ਸਿੱਖਾਂ ਦੇ ਨਾਲ ਪੰਜਾਬੀਆਂ ਦੇ ਨਾਲ ਘਟ ਰਿਹਾ, ਮੈਂ ਉਹਨੂੰ ਕਿਤੇ ਨਾ ਕਿਤੇ 2017 ਦੀ ਇਲੈਕਸ਼ਨ ਦੇ ਨਾਲ ਜੋੜ ਕੇ ਦੇਖਣ ਦੀ ਕੋਸ਼ਿਸ਼ ਕਰ ਰਿਹਾ, ਔਰ ਮੈਨੂੰ ਲੱਗਦਾ ਇਹਦੀਆਂ ਕਿਤੇ ਨਾ ਕਿਤੇ ਕੁਝ % ਤਾਰਾਂ ਜ਼ਰੂਰ ਪੰਜਾਬ ਦੇ ਮਾਹੌਲ ਦੀਆਂ ਉਸ ਇਲੈਕਸ਼ਨ ਦੇ ਨਾਲ ਉਸ ਸਮੇਂ ਦੇ ਨਾਲ ਜੁੜੀਆਂ ਹੋਈਆਂ। ਅਕਾਲੀ ਦਲ, ਬਾਦਲ, ਬੀਜੇਪੀ ਇਹਦੇ ਤੋਂ ਪਰੇ ਨਹੀਂ ਹੈਗਾ। ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਹੈਗੀਆਂ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਖਾਲਿਸਤਾਨੀ ਗਰੁੱਪ ਹੈਗੇ ਆ ਉਹਨਾਂ ਨੂੰ ਪੰਜਾਬ ਤੋਂ ਪਰੇ ਰੱਖਣ ਲਈ ਜਿਹੜੇ NRI ਲੋਕ ਜਿਹੜੇ ਪੰਜਾਬ ਦੇ ਵਿੱਚ 17 ਦੀਆਂ ਇਲੈਕਸ਼ਨਾਂ ਦੇ ਵਿੱਚ ਪਾਰਟਿਸਿਪੇਟ ਕਰਨ ਜਾ ਰਹੇ ਸੀਗੇ, ਪਰ ਉੱਥੇ ਜਾ ਕੇ ਕੈਂਪੇਨਸ ਰਨ ਕਰਨ ਜਾ ਰਹੇ ਸੀ, ਉਹਨਾਂ ਨੂੰ ਡਰਾਉਣ ਲਈ ਜੇ ਇਹ ਸਾਰਾ ਕੁਝ ਜਿਹੜਾ ਹੈਗਾ ਵੋਟ ਪੋਲਰਾਈਜੇਸ਼ਨ ਦੀ ਰਾਜਨੀਤੀ ਤੇ ਨਹੀਂ ਹੋ ਰਹੀ? ਬਿਲਕੁਲ, ਜਦੋਂ ਹੁਣ ਇਲੈਕਸ਼ਨ ਆ ਰਹੀ ਹੈ ਅਗਲੇ ਸਾਲ 2017 ਦੇ ਵਿੱਚ ਪੰਜਾਬ ਦੇ ਵਿੱਚ, ਤਾਂ ਇਹਨੂੰ ਆਪਾਂ ਉਹਦੇ ਨਾਲ ਬਿਲਕੁਲ ਜੋੜ ਕੇ ਦੇਖ ਸਕਦੇ ਹਾਂ। ਇਹਦੇ ਵਿੱਚ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਦੇ ਨਾਲ ਕੋਈ ਵੱਖਰਾ ਮੁੱਦਾ ਹੈਗਾ। ਵਾਕਈ ਜਿਵੇਂ ਤੁਸੀਂ ਕਿਹਾ ਕਿ ਇਹ ਸਰਕਾਰ ਵਿਰੋਧੀ ਕਾਫੀ ਪੰਜਾਬ ਦੇ ਵਿੱਚ ਲਹਿਰ ਹੈ, ਜਿੰਨੀਆਂ ਵੀ ਜੇ ਗੱਲ ਕੀਤੀ ਜਾਵੇ ਖਾਸ ਪਾਰਟੀ ਆਮ ਆਦਮੀ ਪਾਰਟੀ ਦੇ ਨਾਲ ਲੈਣਾ, ਉਹਨੂੰ
ਫੋਰਨ ਤੋਂ ਕਾਫੀ ਜਿਹੜੇ ਬਾਹਰਲੇ ਆਪਣੇ ਸਿੱਖ ਪ੍ਰਵਾਸੀ ਸਿੱਖ ਨੇ, NRI ਜਿੰਨੇ ਵੀ ਹੈਗੇ ਨੇ, ਸਾਰੇ ਉਹਨਾਂ ਕੋਲੋਂ ਬਹੁਤ ਸਮਰਥਨ ਮਿਲ ਰਿਹਾ ਤੇ ਉਹਨਾਂ ਨੇ ਬਕਾਇਦਾ ਆਪਣੇ ਫੇਸਬੁੱਕ ਪੇਜਾਂ ਦੇ ਉੱਤੇ ਇਹ ਐਲਾਨ ਵੀ ਕੀਤਾ ਹੋਇਆ ਕਿ ਅਸੀਂ ਪੰਜਾਬ ਆ ਕੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਲਹਿਰ ਬਣਾਵਾਂਗੇ, ਉਹਨਾਂ ਦਾ ਹੱਕ ਪ੍ਰਚਾਰ ਕਰਾਂਗੇ। ਕਿਤੇ ਨਾ ਕਿਤੇ ਸਰਕਾਰ ਇਸ ਚੀਜ਼ ਤੋਂ ਬੁਖਲਾਈ ਹੋਈ। ਬਾਕੀ ਜਦੋਂ ਵੀ ਪਿਛਲੇ ਕੋਈ ਦਿਨਾਂ ਤੋਂ ਜਿਵੇਂ ਚਾਹੇ ਕਿਸਾਨਾਂ ਦਾ ਅੰਦੋਲਨ ਹੋਵੇ ਉਹਨੂੰ ਕਿਵੇਂ ਦਬਾਇਆ ਗਿਆ, ਉਸ ਤੋਂ ਬਾਅਦ ਬਰਗਾੜੀ ਕਾਂਡ ਉਹ ਕਰਵਾ ਦਿੱਤਾ ਗਿਆ ਜਾਂ ਹੋ ਗਿਆ, ਕਿਸੇ ਦਾ ਕਿਹਨੇ ਵੀ ਕਰਾਇਆ, ਕਿਉਂਕਿ ਇਸ ਸਾਹਮਣੇ ਸਰਕਾਰ ਕੋਈ ਵੀ ਮੁਲਜ਼ਮ ਸਾਹਮਣੇ ਨਹੀਂ ਲੈ ਕੇ ਆਈ। ਉਸ ਤੋਂ ਬਾਅਦ ਢੱਡੀਆਂ ਵਾਲਾ ਕੇਸ ਹੋ ਗਿਆ। ਇਹਨੂੰ ਦਬਾਉਣ ਦੇ ਲਈ ਹੁਣ ਇੱਕ ਨਵਾਂ ਇਹਨਾਂ ਨੇ ਪ੍ਰੋਪਗੈਂਡਾ ਛੱਡ ਦਿੱਤਾ ਕਿ ਬੱਬਰ ਖਾਲਸਾ ਦੇ ਅੱਤਵਾਦੀ ਫੜੇ ਗਏ ਨੇ ਤੇ ਉਹਨਾਂ ਦਾ ਸਬੰਧ ਕੈਨੇਡਾ ਦੇ ਵਿੱਚ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਤੇ ਹੁਣ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਸਾਰੀ ਆਪਾਂ ਇਹਨੂੰ ਇਲੈਕਸ਼ਨ ਦੇ ਨਾਲ ਜੋੜ ਕੇ ਦੇਖ ਸਕਦੇ ਹਾਂ ਕਿ ਕਿਤੇ ਨਾ ਕਿਤੇ ਸਰਕਾਰ ਜਿਹੜੀ ਆਪਣੀਆਂ ਨਲਾਇਕੀਆਂ, ਸਰਕਾਰ ਚਾਹੁੰਦੀ ਹੈ ਕਿ ਸਾਡੀ ਜਿਹੜੀ ਨਲਾਇਕੀਆਂ ਰਹੀਆਂ ਨੇ ਪਿਛਲੇ 10 ਸਾਲਾਂ ਦੇ 9 ਸਾਲਾਂ ਦੇ ਵਿੱਚ, ਜਿੱਥੇ ਕਿ ਲੋਕ ਵਾਰ-ਵਾਰ ਨਸ਼ੇ ਦਾ ਮੁੱਦਾ ਹੋਏ ਜਾਂ ਫਿਰ ਲਾਅ ਐਂਡ ਆਰਡਰ ਦੀ ਸਥਿਤੀ ਦੀ ਗੱਲ ਹੋਵੇ ਜਾਂ ਫਿਰ ਬੇਰੁਜ਼ਗਾਰੀ ਦੀ ਗੱਲ ਹੋਵੇ, ਹੋਰ ਵੀ ਕਈ ਮੁੱਦੇ ਨੇ, ਸੈਂਕੜੇ ਮੁੱਦੇ ਨੇ ਜਿਸ ਤੇ ਸਰਕਾਰ ਫੇਲ ਹੋਈ ਨਜ਼ਰ ਆ ਰਹੀ ਹੈ। ਤੇ ਉਹਨਾਂ ਦੇ ਸਵਾਲ ਉੱਠ ਰਹੇ ਨੇ ਲੋਕਾਂ ਦੇ ਵਿੱਚ। ਉਹ ਕਾਫੀ ਚੀਜ਼ ਸਭ ਤੋਂ ਜਿਹੜਾ ਮੇਨ ਹੈ ਕਿਸਾਨਾਂ ਦੀਆਂ ਖੁਦਕੁਸ਼ੀਆਂ। ਸਰਕਾਰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਜਾਂ ਜਿਹੜੇ ਲੋਕ ਉਹਨਾਂ ਦੇ ਜਿਹੜੀਆਂ ਸਰਕਾਰ ਦੇ ਵਿਰੋਧ ਵਿੱਚ ਪਾਰਟੀਆਂ ਨੇ ਜਿਹੜੇ ਕਿ ਉਹਦਾ ਫਾਇਦਾ ਚੁੱਕਣ ਨੂੰ ਤਿਆਰ ਬੈਠੀਆਂ ਨੇ, ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ, ਉਹਨਾਂ ਦੇ ਹੱਕ ਵਿੱਚ ਕਈ ਲੋਕ ਜਿਹੜੇ ਫੌਰਨ ਤੋਂ ਆ ਕੇ ਇਹ ਸਮਰਥਨ ਕਰਨਾ ਚਾਹੁੰਦੇ ਨੇ, ਕਿਤੇ ਨਾ ਕਿਤੇ ਉਹਨਾਂ ਨੂੰ ਵੀ ਇਹ ਡਰਾਉਣ ਦੀ ਆਪਾਂ ਸਾਜ਼ਿਸ਼ ਕਹਿ ਸਕਦੇ ਹਾਂ। ਦਿਲਰਾਜ ਜੀ। ਕੁਲਵੀਰ ਜੀ, ਮੈਂ ਬਹੁਤਾ ਇਹਨੂੰ ਸਰਕਾਰ ਦੇ ਨਾਲ ਨਹੀਂ ਕੰਪੇਅਰ ਕਰਾਂਗਾ। ਜਿਹੜਾ ਵੀ ਜੋ ਸੰਤ ਰਣਜੀਤ ਸਿੰਘ ਢਿੰਡਰੀਆਂ ਵਾਲੇ ਤੇ ਬਾਬਾ ਹਰਨਾਮ ਸਿੰਘ ਧੁੰਮਾ ਜੀ ਦੇ ਵਿੱਚ ਚੱਲਦਾ ਪਿਆ ਵਿਵਾਦ, ਬਿਲਕੁਲ 4 ਸਾਲ ਪਹਿਲੇ ਉਹਨਾਂ ਨੇ ਕੁਝ ਅਪਸ਼ਬਦ ਬੋਲੇ ਸੀਗੇ, ਉਸ ਤੋਂ ਬਾਅਦ ਕਲੈਰੀਫਿਕੇਸ਼ਨ ਵੀ ਆ ਗਈ। ਪਰ ਪਿਛਲੇ 4 ਸਾਲ ਤੋਂ ਜਾਂ ਆਪਾਂ ਕਹੀਏ ਕਿ ਪਿਛਲੇ ਕੁਝ ਸਾਲਾਂ ਤੋਂ ਇੱਕ ਦੂਜੇ ਦੇ ਪ੍ਰਤੀ ਜਿਹੜੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਸੀਗਾ, ਉਹਦੇ ਵਿੱਚ ਇਹਨਾਂ ਦੋਨਾਂ ਦੇ ਵਿੱਚ ਹੀ ਬੜੋਤਰੀ ਆਈ ਸੀ। ਉਧਰ ਬਾਬਾ ਹਰਨਾਮ ਸਿੰਘ ਧੁੰਮਾ ਦੇ ਜਿਹੜੇ ਸਮਰਥਕ ਉਹ ਵੀ ਉਨੇ ਹੀ ਅਗਰੈਸਿਵ ਸੀਗੇ, ਇੱਧਰ ਰਣਜੀਤ ਸਿੰਘ ਢਿੰਡਰੀਆਂ ਵਾਲੇ ਤੇ ਉਹਨਾਂ ਦੇ ਸਮਰਥਕ ਉਹ ਵੀ ਇੰਨੇ ਅਗਰੈਸਿਵ ਸੀਗੇ। ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ 4 ਸਾਲ ਪਹਿਲੇ ਹੋਇਆ ਸੀਗਾ ਤੇ ਇਹਦਾ ਹੁਣ ਸਿੱਟਾ ਨਿਕਲਿਆ। ਕਾਫੀ ਪਿਛਲੇ ਲੰਬੇ ਟਾਈਮ ਤੋਂ ਇਹਨਾਂ ਵਿੱਚ ਕਸ਼ਮਕਸ਼, ਇਹਨਾਂ ਵਿੱਚ ਜਿਹੜੀਆਂ ਦੂਰੀਆਂ ਸੀਗੀਆਂ ਉਹ ਬਣੀਆਂ ਹੀ ਚੱਲ ਰਹੀਆਂ ਸੀਗੀਆਂ। ਮੈਂ ਤਾਂ ਥੋੜਾ ਜਿਹਾ ਫਿਰ ਬੈਕ ਉੱਥੇ ਲੈ ਕੇ ਜਾਵਾਂਗਾ ਜਿਹੜਾ ਭਾਰਤ ਸਰਕਾਰ ਨੇ ਕੈਨੇਡੀਅਨ ਗਵਰਨਮੈਂਟ ਨੂੰ ਕਿਹਾ ਕਿ ਉੱਥੇ ਟੈਰਰਿਸਟ ਕੈਂਪ ਚੱਲਦੇ, AK-47 ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਮੈਂ ਸਿਰਫ ਇਹ ਚੀਜ਼ ਪੁਆਇੰਟ ਆਊਟ ਕਰਨਾ, ਵੈਸੇ ਮੈਨੂੰ ਵੀ ਲੱਗਦਾ ਕਿ ਏਦਾਂ ਦਾ ਕੁਛ ਨਹੀਂ ਹੁੰਦਾ ਹੋਏਗਾ। AK-47 ਜੇ ਹਥਿਆਰ ਕੈਨੇਡਾ ਦੇ ਵਿੱਚ ਚਲਾਣੇ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੋਏਗਾ। ਪਰ ਮੈਂ ਜਿਹੜੇ ਪੁਆਇੰਟ ਵੱਲ ਧਿਆਨ ਸਾਰਿਆਂ ਦਾ ਡਿਵਰਟ ਕਰਨਾ ਚਾਹੁੰਦਾ, ਉਹ ਇਹ ਕਰਨਾ ਚਾਹੁੰਦਾ ਕਿ ਇਹ ਸਾਰੇ ਦੇ ਸਾਰੇ ਬਿਆਨ ਉਦੋਂ ਆਏ ਆ ਜਦੋਂ ਪੰਜਾਬ ਪੁਲਿਸ ਨੇ 2 ਬੰਦੇ ਫੜੇ ਆ ਤੇ ਕਲੇਮ ਕੀਤਾ ਜਾ ਰਿਹਾ ਕਿ ਉਹ ਟੈਰਰਿਸਟ ਐਕਟੀਵਿਟੀਆਂ ਲਈ ਇੱਥੇ ਆਏ ਸੀਗੇ, ਉਹਨਾਂ ਨੂੰ ਹਥਿਆਰ ਪਾਕਿਸਤਾਨ ਤੋਂ ਆਉਣੇ ਸੀਗੇ, ਉਸ ਤੋਂ ਬਾਅਦ ਉਹਨਾਂ ਨੇ ਵੱਡੀਆਂ ਵਾਰਦਾਤਾਂ ਕਰਨੀਆਂ ਸੀ। ਤੇ ਪੁਲਿਸ ਦੇ ਬਿਆਨਾਂ ਦੇ ਮੁਤਾਬਿਕ ਇਹ ਜਿਹੜੇ ਦੋਨੋਂ ਬੰਦੇ ਆ ਇਹਨਾਂ ਨੇ ਆਪਣਾ ਜੁਰਮ ਕਬੂਲ ਲਿਆ ਤੇ ਇਹਨਾਂ ਨੇ ਸਾਰੀ ਕਹਾਣੀ ਦੱਸਦੀ ਹੈ ਕਿ ਕਿੱਦਾਂ ਉਹਨਾਂ ਨੇ ਸਟੈਪ ਬਾय ਸਟੈਪ ਮੋਡਸ ਆਪਰੈਂਡੀ ਉਹਦੀ ਕੀ ਹੋਣੀ ਸੀਗੀ। ਤੇ ਆਪਾਂ ਕੁਝ ਹੱਦ ਤੱਕ ਸਰਕਾਰ ਨੂੰ ਵੀ ਲੈ ਕੇ ਚੱਲ ਸਕਦੇ ਹਾਂ ਕਿ ਸ਼ਾਇਦ ਸਰਕਾਰ ਦੇ ਕੋਲ ਕੋਈ ਨਾ ਕੋਈ ਕਲੂ ਮਿਲਿਆ ਹੋਵੇ ਜਿਹੜਾ ਉਹਨਾਂ ਨੇ ਐਡਾ ਵੱਡਾ ਡਿਸੀਜਨ ਲਿਆ ਕਿ ਕੈਨੇਡੀਅਨ ਗਵਰਨਮੈਂਟ ਤੇ ਇਹ ਕਿਹਾ ਗਿਆ ਕਿ ਕੈਨੇਡਾ ਦੇ ਵਿੱਚ ਟੈਰਰਿਸਟ ਕੈਂਪ ਚੱਲਦੇ ਆ। ਅੱਜ ਤੱਕ ਅਸੀਂ ਸਿਰਫ ਪਾਕਿਸਤਾਨ ਦੀ ਜੇ ਗੱਲ ਛੱਡ ਦਈਏ ਜਾਂ ਅਫਗਾਨਿਸਤਾਨ ਦੀ ਗੱਲ ਛੱਡ ਦਈਏ ਤੇ ਕਦੀ ਹੋਰ ਕਿਸੇ ਪੂਰੇ ਦੁਨੀਆ ਦੇ ਵਿੱਚ ਭਾਰਤ ਸਰਕਾਰ ਨੇ ਇੰਨਾ ਖਾਸ ਨਹੀਂ ਕਿਹਾ ਕਿ ਉੱਥੇ ਟੈਰਰਿਸਟ ਕੈਂਪ ਚੱਲਦੇ ਆ। ਹਾਂ, ਟੈਰਰਿਸਟ ਐਕਟੀਵਿਟੀਆਂ ਹੁੰਦੀਆਂ, ਉਹ ਅੱਡ ਚੀਜ਼ ਹੈਗੀਆਂ। ਜਿੱਦਾਂ ਸਰਦੀਪ ਜੀ ਕਹਿ ਰਹੇ ਸੀਗੇ ਕਿ ਉੱਥੇ ਇਕੱਠੇ ਬੰਦੇ ਕਰ ਲੈਣੇ, ਉੱਥੇ ਕੈਂਪ ਲਾਣੇ ਤੇ ਉਹਨਾਂ ਨੂੰ ਖਾਲਿਸਤਾਨ ਦੇ ਪ੍ਰਤੀ ਕਹਿਣਾ ਕਿ ਹਾਂਜੀ ਅਸੀਂ ਖਾਲਿਸਤਾਨ ਲੈਣਾ ਵਾ ਗੱਲਾਂ ਬਾਤਾਂ ਵਿੱਚ ਉਹਨਾਂ ਦਾ ਮਾਈਂਡ ਵਾਸ਼ ਕਰਨਾ, ਉਹ ਇੱਕ ਅੱਡ ਚੀਜ਼ ਹੁੰਦੀ ਹੈ। ਪਰ AK-47 ਜਿਹਾ ਇਹ ਵੀ ਇੱਕ ਦੇਖਣ ਵਾਲੀ ਗੱਲ ਹੋਏਗੀ ਕਿ ਜੇ ਭਾਰਤ ਸਰਕਾਰ ਨੇ ਇੰਨੇ ਗੰਭੀਰ ਇਲਜ਼ਾਮ ਕੈਨੇਡਾ 'ਚ ਲਾਏ ਆ, ਕੈਨੇਡੀਅਨ ਗਵਰਨਮੈਂਟ ਨੂੰ ਇੱਕ ਲੈਟਰ ਭੇਜਿਆ ਤੇ ਆਉਣ ਵਾਲੇ ਟਾਈਮ ਉਹ ਵੀ ਦੱਸੇਗਾ ਕਿ ਕੀ ਜਿਹੜੇ 2 ਬੰਦੇ ਫੜੇ ਗਏ ਉਹਨਾਂ ਨੇ ਐਡੇ ਵੱਡੇ ਖੁਲਾਸੇ ਕੀਤੇ ਆ ਕਿ ਨਹੀਂ ਕੀਤੇ। ਜੀ ਦਿਲਰਾਜ ਜੀ, ਮੇਰੇ ਨਾਲ ਕਾਲਰ ਜੁੜ ਚੁੱਕੇ ਨੇ, ਮੈਂ ਕਾਲਰ ਲੈਣਾ ਚਾਹਾਂਗਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸੋਗੇ ਤੇ ਕਿਹੜੇ ਸ਼ਹਿਰ ਤੋਂ ਬੋਲ ਰਹੇ ਜੀ ਤੁਸੀਂ? ਮੈਂ ਗੁਰਬਖਸ਼ ਸਿੰਘ ਭੱਟੀ ਬੋਲਦਾ, ਮੈਂ ਟੋਰਾਂਟੋ ਤੋਂ ਬੋਲਦਾ ਜੀ। ਹਾਂਜੀ, ਕੀ ਕਹਿਣਾ ਚਾਹੋਗੇ ਜੀ ਤੁਸੀਂ ਜਿਹੜਾ ਅੱਜ ਦਾ ਸਾਡਾ ਮੁੱਦਾ ਹੈਗਾ ਕਿ ਭਾਰਤ ਸਰਕਾਰ ਨੇ ਜਿਹੜਾ ਕੈਨੇਡੀਅਨ ਗਵਰਨਮੈਂਟ ਨੂੰ ਅਲਰਟ ਜਾਰੀ ਕੀਤਾ ਹੈ ਟੈਰਰਿਸਟ ਕੈਂਪ ਬਾਰੇ? ਗੱਲ ਇਸ ਤਰ੍ਹਾਂ ਜੀ ਵੀ ਇੱਕ ਗੱਲ ਹੈ, ਇਹ ਪੱਕੀ ਗੱਲ ਹੈ ਵੀ ਕੋਈ ਵੀ ਜਿਹੜਾ ਬੰਦਾ ਇੰਡੀਪੈਂਡੈਂਟ ਆਪਣੀ ਜਿਹੜੀ ਗੱਲ ਕੋਈ ਵੀ ਕਰ ਸਕਦਾ। ਇੱਥੇ ਕੈਨੇਡਾ ਦੇ ਵਿੱਚ ਹਰ ਬੰਦੇ ਨੂੰ ਆਜ਼ਾਦੀ ਆ, ਕੋਈ ਵੀ ਗੱਲ ਆਪਣੀ ਗੱਲ ਕਰ ਸਕਦਾ। ਸਿਰਫ ਇਹ ਇੱਕ ਗੱਲ ਇਹ ਹੈਗੀ ਆ ਵੀ ਜੇ ਇੰਡੀਆ ਦੇ ਵਿੱਚ ਆ ਕੋਈ ਗੱਲ ਜਿਹੜੀ ਆ ਗੌਰਮੈਂਟ ਦੇ ਅਗੇਂਸਟ ਜਾਂ ਕੋਈ ਵੀ ਗੱਲ ਇਹੋ ਜਿਹੀ ਗੱਲ ਨਹੀਂ ਕਰ ਸਕਦੇ।
ਇਹ ਕੈਨੇਡਾ ਵਿੱਚ ਫਰਕ ਇੰਡੀਆ ਤੇ ਕੈਨੇਡਾ ਦਾ ਫਰਕ ਇੰਨਾ, ਇੱਥੇ ਜਿਹੜੀ ਕੈਨੇਡਾ ਵਿੱਚ ਆ ਲੋਕ ਆਪਣੀ ਗੱਲ ਜਿਹੜੀ ਗਵਰਨਮੈਂਟ ਤੱਕ ਪਹੁੰਚਾ ਸਕਦੇ ਆ, ਕੋਈ ਵੀ ਗੱਲ। ਸੋ ਗੱਲ ਇੰਨੀ ਗੱਲ ਆ, ਉੱਥੇ ਜਿਹੜੀ ਇੰਡੀਆ ਗਵਰਨਮੈਂਟ ਹੈ ਉਹ ਗੱਲ ਜਿਹੜੀ ਹੈਗੀ ਉਹ ਮਤਲਬ ਕਿਤੇ ਗੱਲ ਪਹੁੰਚਾ ਨਹੀਂ ਸਕਦੇ। ਦੈਟਸ ਇਟ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ। ਸਾਡੇ ਕਾਲਰ ਉਹਨਾਂ ਨੇ ਗੱਲ ਕੀਤੀ ਹੈ ਕਿ ਕੈਨੇਡਾ ਵਿੱਚ ਗੱਲ ਆਪਣੀ ਪਹੁੰਚਾ ਸਕਦੇ ਆ, ਪਰ ਜਿਹੜਾ ਸਰਕਾਰ ਤੱਕ ਗੱਲ ਪਹੁੰਚਾਉਣ ਦਾ ਤਰੀਕਾ ਹੈ ਉਹ ਸਿਧਾਂਤਕ ਤੇ ਜਿਹੜਾ ਬਿਲਕੁਲ ਗੱਲਬਾਤ ਵਾਲਾ ਹੀ ਹੁੰਦਾ। ਪਰ ਜਿਹੜੇ ਇਲਜ਼ਾਮ ਲਾਏ ਗਏ ਨੇ ਉਹ ਜਿਹੜੇ ਹੈਗੇ ਵਾਇਲੈਂਟ ਕੈਂਪ ਦੇ ਲਾਏ ਗਏ ਨੇ। ਮੇਰਾ ਲਾਸਟ ਦੇ ਵਿੱਚ ਜ਼ਿਆਦਾ ਸਮਾਂ ਨਹੀਂ ਬਚਿਆ, ਮੈਂ ਆਪਣੇ ਪੈਨਲਿਸਟ ਤੋਂ ਲਾਸਟ ਦੇ ਵਿੱਚ ਜਿਹੜੀ ਹੈਗੀ ਆ ਇੱਕ ਵਾਰ ਫਿਰ ਜਿਹੜਾ ਹੈਗਾ ਆਪਾਂ ਜਿੰਨੀ ਸਾਡੀ ਅੱਜ ਦੀ ਗੱਲਬਾਤ ਹੋਈ ਆ ਉਹਦੇ ਚੋਂ ਜੋ ਨਿਕਲ ਕੇ ਸਾਹਮਣੇ ਆਉਂਦਾ ਉਹ ਮੈਨੂੰ ਅਜੇ ਤੱਕ ਕੁਝ ਵੀ ਐਸਾ ਨਹੀਂ ਲੱਗਿਆ ਕਿ ਭਾਰਤ ਸਰਕਾਰ ਦੇ ਕੋਲ ਆ 2 ਗ੍ਰਿਫਤਾਰੀਆਂ ਤੋਂ ਇਲਾਵਾ ਕੋਈ ਬਹੁਤ ਵੱਡੀ ਜਿਹੜਾ ਕੋਈ ਸਬੂਤ ਹੈਗੇ ਇੱਥੇ ਕੈਂਪ ਦੇ। 2 ਗ੍ਰਿਫਤਾਰੀਆਂ ਹੋਈਆਂ ਨੇ, ਉਹਨਾਂ ਦੇ ਬਿਆਨ ਜਿਹੜੇ ਹੈਗੇ ਨੇ ਉਹ ਕਹਿੰਦੇ ਨੇ ਕਿ ਉਹਨਾਂ ਨੇ ਦਿਲਰਾਜ ਜੀ ਨੇ ਕਿਹਾ ਕਿ ਉਹ ਮੰਨ ਗਏ ਨੇ, ਜਾਂ ਉਹਨਾਂ ਦੀਆਂ ਗ੍ਰਿਫਤਾਰੀਆਂ ਤੋਂ ਬਾਅਦ ਹੀ ਇਹ ਖੁਲਾਸੇ ਹੋਏ ਨੇ। ਉਹਨਾਂ ਗ੍ਰਿਫਤਾਰੀਆਂ ਦੇ ਵਿੱਚ ਕਿੰਨੀ ਸੱਚਾਈ ਹੈਗੀ ਆ, ਉਹਨਾਂ ਦੀਆਂ ਫੋਨ ਕਾਲਾਂ ਟੈਪ ਕਰਨ ਦੇ ਵਿੱਚ ਕਿੰਨੀ ਸੱਚਾਈ ਹੈਗੀ ਆ, ਜਾਂ ਉਹ ਜਿਹੜੇ ਗ੍ਰਿਫਤਾਰ ਕੀਤੇ ਹੋਏ ਨੌਜਵਾਨ ਨੇ ਉਹਨਾਂ ਦੇ ਜਿਹੜੇ ਬਾਹਰ ਲੋਕਾਂ ਨੂੰ ਬਿਆਨ ਦੱਸੇ ਜਾ ਰਹੇ ਨੇ, ਉਹਨਾਂ ਬਿਆਨਾਂ ਦੇ ਆਧਾਰ ਤੇ ਐਡੀ ਵੱਡੀ ਜਿਹੜੀ ਹੈਗੀ ਆ ਗੱਲ ਕੀਤੀ ਜਾ ਰਹੀ ਹੈ, ਇੱਕ ਗੌਰਮੈਂਟ ਦੇ ਉੱਪਰ ਇਲਜ਼ਾਮ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ, ਉਹਦੇ ਵਿੱਚ ਕੀ ਸੱਚਾਈ ਆ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਇੱਕ ਗੱਲ ਜਿਹੜੀ ਬਿਲਕੁਲ ਸਪਸ਼ਟ ਹੈਗੀ ਆ ਕਿ ਜਿਹੜੀ ਇੰਡੀਅਨ ਗੌਰਮੈਂਟ ਹੈਗੀ ਆ ਇਸ ਵੇਲੇ ਪੂਰੀ ਤਰੀਕੇ ਦੇ ਨਾਲ ਉਹਦੀ ਇੱਕ ਕੋਸ਼ਿਸ਼ ਚੱਲਦੀ ਪਈ ਆ ਕਿ ਖਾਲਿਸਤਾਨੀ ਮੂਵਮੈਂਟ ਨਾਲ ਜੁੜੇ ਹੋਏ ਲੋਕਾਂ ਨੂੰ, ਖਾਲਿਸਤਾਨੀ ਮੂਵਮੈਂਟ ਨਾਲ ਜੁੜੇ ਹੋਏ ਸਿੱਖਾਂ ਨੂੰ ਜਿਹੜਾ ਹੈਗਾ ਉਹ ਬਦਨਾਮ ਕੀਤਾ ਜਾਵੇ, ਜਾਂ ਉਹਨਾਂ ਦੇ ਖਿਲਾਫ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਵਿੱਚ ਉੱਪਰ ਇੱਕ ਆਵਾਜ਼ ਜਿਹੜੀ ਹੈਗੀ ਆ ਉਹ ਖੜੀ ਕੀਤੀ ਜਾਵੇ। ਮੇਰੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ ਜੀ, ਮੈਂ ਉਹਨਾਂ ਨੂੰ ਕਾਲ ਲੈਣੀ ਚਾਹਾਂਗਾ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਤੁਸੀਂ ਆਪਣਾ ਨਾਮ ਦੱਸੋਗੇ ਤੇ ਕਿੱਥੋਂ ਬੋਲ ਰਹੇ? ਬ੍ਰੈਂਪਟਨ ਤੋਂ ਬੋਲਦੀ ਹਾਂ ਜੀ, ਰਵਨੀਤ। ਹਾਂਜੀ ਹਾਂਜੀ, ਇਹ ਜਿਹੜਾ ਤੁਸੀਂ ਮੁੱਦਾ ਸ਼ੁਰੂ ਕੀਤਾ ਹੈ ਤਾਂ ਸਾਡੇ ਘਰਾਂ 'ਚ ਰੋਜ਼ ਹੀ ਜ਼ਿਕਰ ਹੁੰਦਾ ਕਿ ਇਹ ਸਾਲਾਂ ਨੇ ਸਰਕਾਰ ਦੀਆਂ ਇਹ ਬਸ ਹੁਣ ਆਪਣੇ ਸਿੱਖਾਂ ਨੂੰ ਚੁੱਪ ਕਰਾਉਣ ਦੀ ਕਰਕੇ ਇਹਨਾਂ ਨੇ ਮਤਲਬ ਇਹ ਫੜੇ ਨੇ ਬੰਦੇ। ਹਾਂਜੀ, ਇਹ ਸਰਕਾਰਾਂ ਦੇ ਬੰਦੇ ਹੁੰਦੇ ਨੇ, ਇਹ ਸਰਕਾਰਾਂ ਹੀ ਆਪਦੇ ਬੰਦਿਆਂ ਨੂੰ ਫੜ ਕੇ ਥੋੜੀ ਜਿਹੀ ਫਾਰਮੈਲਿਟੀ ਕਰਕੇ ਉੱਤੇ ਮਤਲਬ ਡਰਾਉਣ ਲਈ ਇਹ ਚਾਲਾਂ ਨਿਕਲੀਆਂ ਵੀ ਹੁਣ ਇਲੈਕਸ਼ਨਾਂ ਦੇ ਵਿੱਚ ਸਾਡੇ ਵੀ ਜਾਂ ਕੋਈ ਫੈਮਿਲੀ ਉਹਨਾਂ ਦੀ ਹੈਲਪ ਨਾ ਕਰ ਸਕਣ, ਸੱਚ ਨੂੰ ਸੱਚ ਨਾ ਕਹਿ ਸਕਣ, ਉੱਥੇ ਜਾ ਕੇ ਸੱਚ ਨੂੰ ਬੰਦ ਕਰ ਲੈਣੇ ਜੀ। ਇਹ ਹਰ ਹੱਥ ਕੰਡੇ ਅਪਣਾਉਂਦੇ ਨੇ। ਇਹ ਤਾਂ ਤੁਹਾਨੂੰ ਪਤਾ ਹੀ ਆ, ਕਦੇ ਕੋਈ ਮੁੱਦਾ, ਕਦੀ ਕੋਈ ਮੁੱਦਾ, ਕਦੀ ਕੋਈ ਮੁੱਦਾ। ਜਿਹੜੇ ਅਸਲੀ ਬੰਦੇ ਨੇ ਉਹਨਾਂ ਨੂੰ ਤਾਂ ਫੜੀ ਨਹੀਂ ਰਹੀ। ਕਿੰਨੇ ਇਹਨਾਂ ਨੇ SSP ਤੱਕ ਫੜੇ ਹੋਏ ਛੱਡੇ ਨੇ, ਉਹਨਾਂ ਨੂੰ ਕੋਈ ਸਜ਼ਾ ਨਹੀਂ ਹੋਏਗੀ। ਹੁਣ ਹੋਰ ਜਿਹੜੀਆਂ ਘਟਨਾਵਾਂ ਹੁੰਦੀਆਂ ਉਹ ਨਹੀਂ ਕੋਈ ਫੜਦੇ ਹੈਗੇ, ਮਤਲਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ ਉਹਦੀ ਕੋਈ ਫੜੇ ਹੈਗੇ। ਤੇ ਇਹ ਵੀ ਇਹਨਾਂ ਨੇ ਇੱਕ ਚਾਲ ਖੇਡੀ ਹੈ ਜੀ, ਜੀ ਭੈਣ ਜੀ, ਬੰਦਿਆਂ ਨੂੰ ਚੁੱਪ ਕਰਾਉਣ ਲਈ। ਸ਼ਰਿਆਮ ਹੀ ਇਹ ਤਾਂ ਜ਼ਾਹਰ ਹੁੰਦਾ ਜੀ। ਜੀ ਰੁਨੀਤ ਜੀ, ਥੈਂਕ ਯੂ ਤੁਹਾਡਾ ਜੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਚਾਲ ਹੈ, ਕੋਈ ਮੁੱਦਾ ਨਹੀਂ ਹੈਗਾ ਇਹ ਜੀ, ਘਬਰਾਉਣ ਦੀ ਲੋੜ ਨਹੀਂ ਹੈ। ਠੀਕ ਹੈ ਜੀ। ਸਾਡੇ ਕਾਲਰ ਨੂੰ ਸਾਡੇ ਨਾਲ ਜੁੜੇ ਹੋਏ ਸੀ ਰਵਨੀਤ ਜੀ, ਉਹਨਾਂ ਨੂੰ ਇਹੀ ਲੱਗ ਰਿਹਾ ਕਿ ਇਹ ਜਿਹੜੇ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਜਿਹੜੇ ਪੰਜਾਬ ਦੇ ਲਈ ਚਿੰਤਕ ਹਨ, ਪੰਜਾਬ ਦੇ ਲਈ ਕੁਝ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਪੰਜਾਬ ਤੋਂ ਪਰੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡੇ ਨਾਲ ਇੱਕ ਹੋਰ ਕਾਲਰ ਜੁੜ ਚੁੱਕੇ ਨੇ। ਹੈਲੋ ਹੈਲੋ, ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜੇ ਕਾਲਰ ਸਾਡੇ ਨਾਲ ਜੁੜੇ ਨੇ ਤਾਂ ਮੈਨੂੰ ਇਨਫੋਰਮ ਕਰਨ। ਮੇਰਾ ਖਿਆਲ ਉਹਨਾਂ ਦੀ ਕਾਲ ਡਿਸਕਨੈਕਟ ਹੋ ਗਈ ਹੈ। ਦਿਲਰਾਜ ਜੀ ਆਪਣੀ ਗੱਲਬਾਤ ਕਰ ਰਹੇ ਸੀਗੇ। ਜਾਂਦੇ ਜਾਂਦੇ ਸ਼ਬਦੀਪ ਜੀ ਤੁਸੀਂ ਕੀ ਕਹਿਣਾ ਚਾਹੋਗੇ? ਸਾਡੇ ਕੋਲ ਬਹੁਤ ਘੱਟ ਸਮਾਂ ਬਚਿਆ। ਕੁਲਵੀਰ ਜੀ, ਮੈਂ ਫਿਰ ਰਿਪੀਟ ਇਹੀ ਗੱਲ ਕਰਦਾ ਕਿ ਕੈਨੇਡਾ ਦੇ ਮਾਹੌਲ ਦੇ ਵਿੱਚ ਜੇ ਭਾਰਤ ਸਰਕਾਰ ਦੀਆਂ ਅਦਾਲਤਾਂ, ਭਾਰਤ ਦੇ ਅੰਡਰ ਚੱਲਦੀ ਨਿਆਂ ਸਿਸਟਮ ਇਹ ਕਹਿ ਸਕਦਾ ਕਿ ਤੁਸੀਂ ਜਮਹੂਰੀ ਢੰਗ ਦੇ ਨਾਲ ਜੇ ਖਾਲਿਸਤਾਨ ਦੀ ਗੱਲ ਕਰਦੇ ਹੋ ਤਾਂ ਇਹ ਕੋਈ ਗਲਤ ਨਹੀਂ ਹੈ। ਤਾਂ ਇਸ ਬਣਾ ਦੇ ਉੱਤੇ ਮੈਂ ਕਹਿ ਸਕਦਾ ਕਿ ਜੇ ਕੋਈ ਕੈਨੇਡਾ ਦੇ ਵਿੱਚ ਵੀ ਇਸ ਤਰ੍ਹਾਂ ਦੀ ਡਿਮਾਂਡ ਰੱਖਦਾ, ਉਹਦੇ ਲਈ ਉਹ ਲੋਕਾਂ ਨੂੰ ਸਕੂਲਿੰਗ ਕਰਦਾ, ਖਾਲਿਸਤਾਨ ਦੇ ਸੰਕਲਪ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਦਾ, ਤਾਂ ਉਹ ਕਰ ਸਕਦਾ। ਮੈਂ ਇਹ ਨਹੀਂ ਕਹਿੰਦਾ ਕਿ ਖਾਲਿਸਤਾਨ ਬਹੁਤ ਚੰਗੀ ਚੀਜ਼ ਹੈ, ਇਹ ਬੜਾ ਸਿੱਖਾਂ ਦਾ ਇਹਦੇ ਨਾਲ ਭਲਾ ਹੋਣਾ, ਮੈਂ ਇਹ ਨਹੀਂ ਕਹਿ ਰਿਹਾ। ਮੈਂ ਸਿਰਫ ਉਹਦੇ ਇੱਕ ਮਨੁੱਖੀ ਅਧਿਕਾਰ ਦੇ ਤੌਰ ਤੇ
ਗੱਲ ਕਰ ਰਿਹਾ ਕਿ ਉਹ ਕਰ ਸਕਦਾ। ਪਰ ਕੀ ਕੈਨੇਡਾ ਸਰਕਾਰ ਇਸ ਤਰ੍ਹਾਂ ਜਿੱਦਾਂ ਕਿਹਾ ਗਿਆ ਵਾ ਕਿ ਉਹ ਹਥਿਆਰਾਂ ਦੀ ਟ੍ਰੇਨਿੰਗ ਵਰਗਾ ਕੈਂਪ, ਮੈਨੂੰ ਇਹ ਗੱਲ ਸ਼ੰਕੇ ਵਾਲੀ ਲੱਗਦੀ ਹੈ ਕਿ ਕੈਨੇਡਾ ਸਰਕਾਰ ਇਹ ਇਸ ਤਰ੍ਹਾਂ ਦਾ ਕੋਈ ਕੈਂਪ ਲਾਉਣ ਦੀ ਆਗਿਆ ਦੇ ਸਕਦੀ ਹੈ। ਤੇ ਜੇ ਸੱਚ ਹੈ ਇਹਦੇ ਵਿੱਚ, ਤੇ ਮੈਨੂੰ ਨਹੀਂ ਲੱਗਦਾ ਕਿ ਕੈਨੇਡਾ ਸਰਕਾਰ ਇਹਦੇ ਖਿਲਾਫ ਐਕਸ਼ਨ ਨਹੀਂ ਕਰੇਗੀ। ਕੈਨੇਡਾ ਸਰਕਾਰ ਲਾਜ਼ਮੀ ਤੌਰ ਤੇ ਐਕਸ਼ਨ ਕਰੇਗੀ, ਕਿਉਂਕਿ ਬੋਲਣ ਦੀ ਆਜ਼ਾਦੀ ਉਹ ਦੇ ਸਕਦੀ ਹੈ, ਪਰ ਹਿੰਸਾ ਦੀ ਪ੍ਰਵਿਰਤੀ ਕੈਨੇਡਾ ਦੇ ਵਿੱਚ ਉੱਭਰੇ ਇਹਦੀ ਆਗਿਆ ਨਹੀਂ ਦੇ ਸਕਦੀ। ਕਿਉਂਕਿ ਜੇ ਟ੍ਰੇਨਿੰਗ ਕੈਨੇਡਾ ਦੇ ਵਿੱਚ ਹੋਊਗੀ ਤੇ ਅਸੀਂ ਇਹ ਕਿਵੇਂ ਕਲਪਨਾ ਕਰ ਸਕਦੇ ਕਿ ਉਹ ਸਾਰੇ ਐਕਸ਼ਨ ਮੁੜ ਕੇ ਇੰਡੀਆ ਦੇ ਵਿੱਚ ਆ ਕੇ ਹੋਣਗੇ। ਫਿਰ ਕੁਝ ਐਕਸ਼ਨ ਤਾਂ ਕੈਨੇਡਾ 'ਚ ਵੀ ਹੋ ਸਕਦੇ ਨੇ ਨਾ। ਕੈਨੇਡਾ ਦੇ ਵਿੱਚ ਵੀ ਬਹੁਤ ਲੋਕ ਨੇ ਜਿਹੜੇ ਹੱਕ 'ਚ ਨੇ, ਜਿਹੜੇ ਖਿਲਾਫ ਨੇ, ਜਿਨ੍ਹਾਂ ਦੀਆਂ ਸੁਰਾਂ ਅਲੱਗ-ਅਲੱਗ ਨੇ। ਫਿਰ ਤਾਂ ਕੈਨੇਡਾ ਲਈ ਇਹ ਬਹੁਤ ਸਮੱਸਿਆ ਖੜੀ ਹੋਊਗੀ, ਔਰ ਮੇਰਾ ਨਹੀਂ ਖਿਆਲ ਕੈਨੇਡਾ ਆਪਣੇ ਲਈ ਸਮੱਸਿਆ ਪੈਦਾ ਹੋਣ ਦੇਵੇਗਾ ਜੇ ਇਹਦੇ 'ਚ ਸਚਾਈ ਹੈ ਤਾਂ। ਚਰਮਨਜੀਤ ਜੀ, ਚਲਦੇ ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਜਿਵੇਂ ਸੁਖਬੀਰ ਜੀ ਨੇ ਕਿਹਾ ਹੈ ਕਿ ਅਗਰ ਕੈਨੇਡਾ ਦੇ ਵਿੱਚ ਇਹੋ ਜਿਹੀ ਕੋਈ ਗੱਲ ਹੈਗੀ ਹੈ ਤਾਂ ਸਰਕਾਰ ਨੂੰ ਤੁਰੰਤ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ। ਬਾਕੀ ਇਹ ਤਾਂ ਗੱਲ ਪੱਕੀ ਆ ਕਿ ਕੈਨੇਡਾ ਜਿਹੜਾ ਦੇਸ਼ ਉੱਤੇ ਇਹੋ ਜਿਹੀ ਕੋਈ ਵੀ ਹਿੰਸਕ ਕਾਰਵਾਈ ਕਰਨ ਦੀ ਮੈਨੂੰ ਸਾਨੂੰ ਨਹੀਂ ਲੱਗਦਾ ਕਿ ਕੋਈ ਕੈਨੇਡੀਅਨ ਗਵਰਨਮੈਂਟ ਉੱਤੇ ਕੋਈ ਉਹਨਾਂ ਨੂੰ ਇਜਾਜ਼ਤ ਦੇਵੇਗੀ। ਬਾਕੀ ਕਿਤੇ ਨਾ ਕਿਤੇ ਤਾਂ ਇਹੀ ਲੱਗਦਾ ਹੈ ਕਿ ਇਹ ਜਿਹੜਾ ਭਾਰਤ ਸਰਕਾਰ ਨੇ ਇਹ ਕੈਨੇਡਾ ਸਰਕਾਰ ਤੇ ਇਲਜ਼ਾਮ ਲਗਾਇਆ ਕਿ ਉੱਥੇ ਕੈਂਪ ਚੱਲ ਰਹੇ ਨੇ। ਹੁਣ ਇਹ ਭਾਰਤ ਸਰਕਾਰ ਦੇ ਜਦੋਂ ਹੁਣ ਕੈਨੇਡਾ ਸਰਕਾਰ ਦਾ ਜਵਾਬ ਦੇਵੇਗੀ ਤਾਂ ਉਹਦੇ ਨਾਲ ਭਾਰਤ ਸਰਕਾਰ ਦਾ ਜਿਹੜੀ ਮਨਸ਼ਾ ਉਹ ਸਾਹਮਣੇ ਆ ਜਾਏਗੀ ਕਿ ਕੀ ਉਹਨਾਂ ਦੀ ਮਨਸ਼ਾ ਸੀ, ਕੀ ਉਹਨਾਂ ਨੇ ਇਹ ਪ੍ਰੋਪਗੈਂਡਾ ਕੀਤਾ। ਹਾਂ ਜੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੰਜਾਬ ਪੁਲਿਸ ਵੱਲੋਂ ਜਿਹੜੇ ਹਵਾਲੇ ਦਿੱਤੇ ਗਏ ਨੇ, ਜਿਹੜੀਆਂ ਚੀਜ਼ਾਂ ਬਾਹਰ ਕੱਢ ਕੇ ਲਿਆਂਦੀਆਂ ਗਈਆਂ ਨੇ, ਉਹਨਾਂ ਵਿੱਚ ਕਿੰਨੀ ਸੱਚਾਈ ਆ। ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਭਾਰਤ ਸਰਕਾਰ ਨੇ ਕੈਨੇਡੀਅਨ ਗੌਰਮੈਂਟ ਨੂੰ ਇਹ ਅਲਰਟ ਕਿਸ ਮਨਸ਼ਾ ਦੇ ਨਾਲ ਜਿਹੜਾ ਹੈਗਾ ਦਿੱਤਾ। ਤੇ ਇਹ ਵੀ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੈਨੇਡੀਅਨ ਸਰਕਾਰ ਇਹਦੇ ਉੱਪਰ ਆਪਣਾ ਰੁਖ ਕਿੱਦਾਂ ਕਲੀਅਰ ਕਰਦੀ ਆ। ਮੈਨੂੰ ਲੱਗਦਾ ਕਿ ਆਉਣ ਵਾਲੇ ਕੁਛ ਕੁ ਦਿਨਾਂ ਦੇ ਵਿੱਚ ਕੈਨੇਡੀਅਨ ਸਰਕਾਰ ਵੱਲੋਂ ਇਹਦਾ ਆਪਣਾ ਰੁਖ ਜਿਹੜਾ ਹੈਗਾ ਕਲੀਅਰ ਕਰ ਦਿੱਤਾ ਜਾਵੇਗਾ ਤੇ ਆਪਣਾ ਜਿਹੜਾ ਪਾਸਾ ਹੈਗਾ ਉਹ ਸਾਹਮਣੇ ਰੱਖਿਆ ਜਾਵੇਗਾ। ਅਸੀਂ ਇੰਤਜ਼ਾਰ ਕਰਾਂਗੇ ਕਿ ਜਿਹੜੀ ਕੈਨੇਡੀਅਨ ਲਿਬਰਲ ਸਰਕਾਰ ਹੈਗੀ ਆ ਉਹ ਭਾਰਤ ਨੂੰ ਇਸ ਗੱਲ ਦਾ ਜਵਾਬ ਜਲਦੀ ਤੋਂ ਜਲਦੀ ਤੇ ਜ਼ਰੂਰ ਦੇਵੇ ਤੇ ਇਸ ਗੱਲ ਦੀ ਸੱਚਾਈ ਵੀ ਸਾਹਮਣੇ ਆਵੇ ਕਿ ਇਹੋ ਜਿਹੀਆਂ ਗੱਲਾਂ ਜਿਹੜੀਆਂ ਭਾਰਤ ਵੱਲੋਂ ਸਿੱਖਾਂ ਦੇ ਖਿਲਾਫ ਜਿਹੜੀਆਂ ਹੈਗੀਆਂ ਇੰਟਰਨੈਸ਼ਨਲ ਲੈਵਲ ਤੇ ਕੱਢੀਆਂ ਜਾਂਦੀਆਂ ਕਿ ਉਹ ਹਰ ਵਾਰ ਇੱਕ ਸਿਰਫ ਤੇ ਸਿਰਫ ਝੂਠ ਦਾ ਪਲੰਦਾ ਹੀ ਨਿਕਲਦੀਆਂ ਜਾਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਸੱਚਾਈ ਵੀ ਹੈਗੀ ਆ। ਇਸ ਉਮੀਦ ਦੇ ਨਾਲ ਕਿ ਸਾਡੀ ਫੈਡਰਲ ਸਰਕਾਰ ਕੁਛ ਹੀ ਦਿਨਾਂ ਦੇ ਵਿੱਚ ਭਾਰਤ ਸਰਕਾਰ ਨੂੰ ਇਹਦੇ ਉੱਪਰ ਜਵਾਬ ਜ਼ਰੂਰ ਦੇਵੇਗੀ। ਆਪਾਂ ਅੱਜ ਦੀ ਭਖਦੀਆਂ ਖਬਰਾਂ ਦਾ ਇਹ ਜਿਹੜਾ ਸੈਗਮੈਂਟ ਆ ਸਮਾਪਤ ਕਰਦੇ ਹਾਂ। ਜਰਮਨਜੀਤ ਜੀ, ਸ਼ਬਦੀਪ ਜੀ ਤੇ ਦਿਲਰਾਜ ਜੀ, ਤੁਹਾਡਾ ਤਿੰਨਾਂ ਦਾ ਬਹੁਤ-ਬਹੁਤ ਧੰਨਵਾਦ ਜੀ। ਤੁਸੀਂ ਮੇਰੇ ਨਾਲ ਇਸ ਵਿਚਾਰ ਚਰਚਾ ਵਿੱਚ ਹਿੱਸਾ ਲਿਆ ਤੇ ਨਾਲ ਹੀ ਮੈਂ ਦਰਸ਼ਕਾਂ ਦਾ ਧੰਨਵਾਦ ਕਰਦਾ ਜਿਹੜੇ ਭਖਦੀਆਂ ਖਬਰਾਂ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਸਨ। ਬਹੁਤ-ਬਹੁਤ ਧੰਨਵਾਦ ਜੀ।